ਵੈਲਕਮ ਟੂ ਟ੍ਰੇਡਿੰਗ ਗਾਈਡ ਫॉर ਬਿਗਨਰਸ। ਫਸਟ ਆਫ ਆਲ ਕੰਗ੍ਰੈਚੁਲੇਸ਼ਨ ਕਿ ਤੁਸੀਂ ਸਟਾਕ ਮਾਰਕੀਟ ਦੇ ਵਿੱਚ ਸਟਾਰਟ ਕਰਨ ਬਾਰੇ ਸੋਚਿਆ। ਸਟਾਕ ਮਾਰਕੀਟ ਦੇ ਵਿੱਚ ਇੱਕ ਆਪਾਂ ਵਧੀਆ ਇਨਕਮ ਬਣਾ ਸਕਦੇ ਹਾਂ, ਇੱਕ ਵਧੀਆ ਆਪਣੀ ਸਾਈਡ ਹਸਲ ਵੀ ਹੋ ਸਕਦੀ ਹੈ, ਨਾਲ ਦੀ ਨਾਲ ਆਪਾਂ ਘਰ ਬੈਠ ਕੇ ਥੋੜੀ ਇਨਕਮ ਵੀ ਬਣਾ ਸਕਦੇ ਹਾਂ। ਜੇ ਤੁਸੀਂ ਵੀ ਇਹਨਾਂ ਵਿੱਚ ਕੁਝ ਕਰਨ ਬਾਰੇ ਸੋਚ ਰਹੇ ਹੋ ਸਟਾਕ ਮਾਰਕੀਟ ਦੇ ਵਿੱਚ, ਤਾਂ ਦਿਸ ਵੀਡੀਓ ਇਜ਼ ਐਗਜ਼ੈਕਟਲੀ ਮੇਡ ਫॉर ਯੂ। ਇਸ ਵੀਡੀਓ ਦੇ ਵਿੱਚ ਮੈਂ ਗੱਲਬਾਤ ਕਰਨੀ ਹੈ ਕਿ ਤੁਸੀਂ ਡੇ ਟ੍ਰੇਡਿੰਗ ਕਿੱਦਾਂ ਸਟਾਰਟ ਕਰ ਸਕਦੇ ਹੋ, ਸਵਿੰਗ ਟ੍ਰੇਡਿੰਗ ਕਿੱਦਾਂ ਸਟਾਰਟ ਕਰ ਸਕਦੇ ਹੋ, ਜਾਂ ਇਨਵੈਸਟਿੰਗ ਕਿੱਦਾਂ ਸਟਾਰਟ ਕਰ ਸਕਦੇ ਹੋ ਸਟਾਕ ਮਾਰਕੀਟ ਦੇ ਵਿੱਚ। ਸੋ ਤੁਸੀਂ ਬਹੁਤ ਧਿਆਨ ਦੇ ਨਾਲ ਇਹਨੂੰ ਸਮਝਣਾ ਤੇ ਵੀਡੀਓ ਨੂੰ ਸਕਿਪ ਨਹੀਂ ਕਰਨਾ, ਕਿਉਂਕਿ ਐਵਰੀਥਿੰਗ ਇਜ਼ ਕਨੈਕਟਡ ਟੂ ਈਚ ਅਦਰ। ਜੇ ਤੁਸੀਂ ਇੱਕ ਸਟੈਪ ਮਿਸ ਕਰ ਗਏ ਤਾਂ ਨੈਕਸਟ ਵਾਲਾ ਸਟੈਪ ਤੁਹਾਨੂੰ ਜਿਹੜਾ ਆ ਉਹ ਸਮਝ ਨਹੀਂ ਲੱਗਣਾ। ਆਈ ਨੋ ਦਿਸ ਵੀਡੀਓ ਇਜ਼ ਲਿਟਲ ਬਿਟ ਲੌਂਗਰ, ਬਟ ਜਦੋਂ ਵੀ ਆਪਾਂ ਕੁਝ ਲਰਨ ਕਰਨਾ ਤੇ ਟਾਈਮ ਤਾਂ ਆਪਾਂ ਨੂੰ ਦੇਣਾ ਪਊਗਾ ਹੀ। ਨਾਲ ਦੀ ਨਾਲ ਇਸ ਵੀਡੀਓ ਦੇ ਵਿੱਚ ਇੱਕ ਸਰਪ੍ਰਾਈਜ਼ ਵੀ ਹੈ, ਕਿਉਂਕਿ ਇਸ ਵੀਡੀਓ ਨੂੰ ਮੈਂ ਦੋ ਪਾਰਟ ਦੇ ਵਿੱਚ ਡਿਵਾਈਡ ਕੀਤਾ ਹੋਇਆ ਤੇ ਦੋ ਪਾਰਟ ਦੇ ਵਿੱਚ ਹੀ ਆਪਾਂ ਇਹਨੂੰ ਰਿਕਾਰਡ ਕੀਤਾ ਹੋਇਆ। But make sure you stay till the end, you understand everything completely, and good luck with your trading or stock market career. So let's start learning. So let's understand basic। ਕਹਿੰਦਾ ਜਦੋਂ ਵੀ ਤੁਸੀਂ ਟ੍ਰੇਡਿੰਗ ਬਾਰੇ ਸ਼ੁਰੂ ਕਰਦੇ ਹੋ ਤੇ ਗੱਲਬਾਤ ਕਰਦੇ ਆ ਕਿ ਮੈਂ ਟ੍ਰੇਡ ਕਰਨਾ, ਕਿੱਥੇ ਕਿੱਥੇ ਟ੍ਰੇਡ ਕਰ ਸਕਦੇ ਆ। ਸਟਾਕ ਮਾਰਕੀਟ ਦੇ ਵਿੱਚ ਟ੍ਰੇਡ ਕਰ ਸਕਦੇ ਆ, ਜਿਹਦੇ ਉੱਪਰ ਅੱਜ ਆਪਾਂ ਬੇਸਿਕ ਸੈਸ਼ਨ ਰੱਖਿਆ ਹੋਇਆ। ਸੋ ਆਪਾਂ ਸਟਾਕ ਮਾਰਕੀਟ ਨੂੰ ਹੀ ਟੱਚ ਕਰਾਂਗੇ। ਆਪਸ਼ਨਸ ਟ੍ਰੇਡਿੰਗ ਕਰ ਸਕਦੇ ਆ, ਇੱਕ ਡਿਫਰੈਂਟ ਤਰੀਕੇ ਦੀ ਟ੍ਰੇਡਿੰਗ ਹੈ, ਠੀਕ ਹੈ। ਫੋਰੈਕਸ ਟ੍ਰੇਡਿੰਗ ਕਰ ਸਕਦੇ ਹਾਂ, ਜਿਹਦੇ ਵਿੱਚ ਆਪਾਂ ਕਰੰਸੀ ਟ੍ਰੇਡ ਕਰ ਸਕਦੇ ਹਾਂ। ਫੋਰੈਕਸ ਦੇ ਵਿੱਚ ਜਿੱਦਾਂ ਯੂਰੋ ਨੂੰ ਡਾਲਰ ਦੇ ਨਾਲ, ਠੀਕ ਹੈ, ਪਾਉਂਡ ਟ੍ਰੇਡ ਕਰਨਾ, ਰੁਪੀਜ਼ ਨੂੰ ਟ੍ਰੇਡ ਕਰਨਾ, ਸੋ ਉਹ ਫੋਰੈਕਸ ਤੁਸੀਂ ਟ੍ਰੇਡ ਕਰ ਸਕਦੇ ਹੋ। ਕ੍ਰਿਪਟੋ ਕਰੰਸੀ ਟ੍ਰੇਡ ਕਰ ਸਕਦੇ ਆ, ਬਿਟਕੋਇਨ ਆ, ਅਥੀਰੀਅਮ ਬਾਰੇ ਤੁਸੀਂ ਸੁਣਿਆ ਹੋਣਾ, ਸੋਲਾਨਾ ਆ, ਇਦਾਂ ਦੇ ਸਾਰੇ ਵੱਖ-ਵੱਖ ਤਰ੍ਹਾਂ ਦੇ ਕੋਇਨ ਨੇ ਜਿਨ੍ਹਾਂ ਨੂੰ ਆਪਾਂ ਟ੍ਰੇਡ ਕਰ ਸਕਦੇ ਹਾਂ। ਡੈਟ ਇਜ਼ ਡਿਜੀਟਲ ਕਰੰਸੀ, ਕ੍ਰਿਪਟੋ ਕਰੰਸੀ। ਕਮੋਡਿਟੀਜ਼ ਟ੍ਰੇਡ ਕਰ ਸਕਦੇ ਆ, ਜਿੱਦਾਂ ਕੋਲ ਹੋ ਗਿਆ, 골ਡ ਹੋ ਗਿਆ, ਚੌਲਾਂ ਦੇ ਆਪਾਂ ਟ੍ਰੇਡ ਕਰ ਸਕਦੇ ਹਾਂ, ਵੀਟ ਤੇ ਟ੍ਰੇਡ ਕਰ ਸਕਦੇ ਹਾਂ। ਇਹ ਸਾਰੀਆਂ ਕਮੋਡਿਟੀਜ਼ ਵੀ ਆਪਾਂ ਟ੍ਰੇਡ ਕਰ ਸਕਦੇ ਹਾਂ। ਸੋ ਟ੍ਰੇਡਿੰਗ ਦੇ ਵਿੱਚ ਇੱਕ ਚੀਜ਼ ਨਹੀਂ ਆ ਜਾਂਦੀ, ਪਰ ਆਪਾਂ ਜਿਹੜੀ ਅੱਜ ਗੱਲਬਾਤ ਕਰਨੀ ਹੈ ਉਹ ਕਰਨੀ ਹੈ ਸਟਾਕ ਟ੍ਰੇਡਿੰਗ ਤੇ। ਸਭ ਤੋਂ ਪਹਿਲਾਂ ਅੰਡਰਸਟੈਂਡ ਕਰਨਾ ਵਾਟ ਇਜ਼ ਅ ਸਟਾਕ। ਸਟਾਕ ਹੈ ਕੀ ਆ। ਸੋ ਬਹੁਤ ਸਾਰੇ ਵੀਰ ਜਿਹੜੇ ਸਟਾਰਟ ਕਰਦੇ ਆ ਟ੍ਰੇਡਿੰਗ, ਠੀਕ ਹੈ। ਸੋ ਆਪਾਂ ਸ਼ੁਰੂ ਕਰ ਦਿੰਦੇ ਆ, ਪਰ ਕਈ ਵਾਰੀ ਆਪਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਸਟਾਕ ਵੀ ਕੀ ਹੈ। ਇੱਕ ਸਟਾਕ ਕੀ ਹੈ, ਸਿੰਪਲ ਜੀ ਤੁਹਾਨੂੰ ਮੈਂ ਐਗਜ਼ਾਮਪਲ ਦੱਸਦਾ। ਸਟਾਕ ਦਾ ਮਤਲਬ ਆ ਕਿ ਤੁਸੀਂ ਕਿਸੇ ਕੰਪਨੀ ਦੇ ਸ਼ੇਅਰ ਹੋਲਡਰ ਬਣ ਗਏ, ਠੀਕ ਹੈ, ਉਹਦੇ ਵਿੱਚ ਆਪਣਾ ਹਿੱਸਾ ਪਾ ਲਿਆ ਥੋੜਾ ਜਿਹਾ। ਸਟਾਕ ਮਾਰਕੀਟ ਦੇ ਵਿੱਚ ਹਿੱਸਾ ਪਾ ਸਕਦੇ ਆ ਤੁਸੀਂ ਕਿਸੇ ਕੰਪਨੀ ਦੇ ਵਿੱਚ ਥੋੜੇ ਜਿਹੇ ਟਾਈਮ ਲਈ, ਕਿਸੇ ਲੰਮੇ ਟਾਈਮ ਲਈ ਵੀ। ਤੇ ਉਹ ਹਿੱਸਾ ਤੁਸੀਂ ਕਿੱਦਾਂ ਪਾ ਸਕਦੇ ਹੋ, ਉਹਨਾਂ ਦਾ ਸਟਾਕ ਬਾਏ ਕਰਕੇ। ਥੋੜੀ ਜਿਹੀ ਐਗਜ਼ਾਮਪਲ ਤੁਹਾਨੂੰ ਦੇਣਾ ਤਾਂ ਕਿ ਤੁਹਾਨੂੰ ਇੱਥੇ ਸਮਝ ਲੱਗ ਜੇ। ਫੋਰ ਐਗਜ਼ਾਮਪਲ ਮੈਂ ਤੇ ਤੁਸੀਂ ਜਿਹੜਾ ਵੀ ਵਾਚ ਕਰ ਰਿਹਾ, ਆਪਣਾ ਮੰਨ ਲਓ ਇੱਕ ਬਿਜ਼ਨਸ ਆ, ਆਪਣੇ 100 ਟਰੱਕ ਨੇ ਦੋਵਾਂ ਦੇ, ਠੀਕ ਹੈ। ਆਪਾਂ ਇੱਕ ਬਿਜ਼ਨਸ ਖੋਲਿਆ ਹੋਇਆ, 100 ਟਰੱਕ ਨੇ ਆਪਣੇ। ਹੁਣ ਆਪਣਾ ਗੋਲ ਆ ਕਿ ਹਾਂ 100 ਟਰੱਕ ਤੇ ਹੋ ਗਏ, ਇਹਨੂੰ 1000 ਟਰੱਕ ਤੱਕ ਲਿਜਾਇਆ ਜਾਵੇ। ਹੁਣ ਜੇ 1000 ਟਰੱਕ ਤੱਕ ਲੈ ਕੇ ਜਾਣਾ ਆਪਾਂ, ਤੇ ਆਪਾਂ ਨੂੰ ਓਬਵੀਅਸਲੀ ਪੈਸੇ ਚਾਹੀਦੇ ਆ, ਕਿਉਂਕਿ ਪਹਿਲਾਂ ਟਰੱਕ ਖਰੀਦਾਂਗੇ, ਉਸ ਤੋਂ ਬਾਅਦ ਲੌਜਿਸਟਿਕ ਵਗੈਰਾ ਸਾਰਾ ਬਿਜ਼ਨਸ ਸਿਸਟਮ ਸੈਟਅਪ ਕਰਾਂਗੇ ਤੇ ਫਿਰ ਉਸ ਬਿਜ਼ਨਸ ਨੂੰ ਵਧਾਵਾਂਗੇ। ਹੁਣ ਹੋ ਸਕਦਾ ਆਪਣੇ ਕੋਲ ਇੰਨਾ ਪੈਸਾ ਨਾ ਹੋਵੇ ਕਿ ਅੱਗੇ ਆਪਾਂ 1000 ਟਰੱਕ ਇਕੱਠੇ ਪਾ ਲਈਏ ਜਾਂ ਇਦਾਂ ਆਪਣੇ ਬਿਜ਼ਨਸ ਨੂੰ ਗਰੋ ਕਰੀਏ। ਯਾਰਡ ਵੀ ਚਾਹੀਦੀਆਂ ਨੇ, ਬਹੁਤ ਸਾਰਾ ਖਲਾਰਾ ਪਾਉਣਾ ਪੈਣਾ, ਹੈ ਨਾ। ਹੁਣ ਉਸ ਕੇਸ ਦੇ ਵਿੱਚ ਆਪਣੇ ਕੋਲ ਦੋ ਆਪਸ਼ਨਾਂ ਨੇ ਕਿ ਜਿੱਥੋਂ ਆਪਾਂ ਨੂੰ ਪੈਸਾ ਮਿਲ ਸਕਦਾ। ਪਹਿਲੀ ਕੀ ਆ, ਆਪਾਂ ਲੋਨ ਚੱਕ ਲਈਏ ਬੈਂਕ ਤੋਂ। ਹੁਣ ਜਦੋਂ ਵੀ ਲੋਨ ਚੱਕਾਂਗੇ ਬਿਜ਼ਨਸ ਨੂੰ ਗਰੋ ਕਰਨ ਲਈ, ਆਪਾਂ ਨੂੰ ਉੱਥੇ ਕੀ ਆ, ਵਿਆਜ ਦੇਣਾ ਪਊਗਾ। ਸੈਕੰਡ ਚੀਜ਼ ਕੀ ਆ ਕਿ ਆਪਾਂ ਆਪਣੀ ਕੰਪਨੀ ਨੂੰ ਪਬਲਿਕ ਲੈ ਜਾਈਏ, ਜਾਂ ਕੋਈ ਹਿੱਸੇਦਾਰ ਬਾਹਰੋਂ ਫੜ ਕੇ ਪਾ ਲਈਏ ਕੋਈ ਬੰਦਾ। ਉਹਨੂੰ ਕਹਾਂਗੇ ਕਿ ਹਾਂਜੀ ਅਸੀਂ ਦੋ ਜਾਣੇ ਆ, 50-50% ਸਾਡੀ ਕੰਪਨੀ ਆ। ਜੇ ਤੂੰ ਸਾਨੂੰ ਸਾਡੀ ਕੰਪਨੀ ਦੇ ਵਿੱਚ 30-40 ਮਿਲੀਅਨ ਡਾਲਰ ਦੇਣਾ, ਤੇ ਅਸੀਂ ਆਪਣੀ ਕੰਪਨੀ 'ਚ 20% ਹਿੱਸਾ ਤੇਰਾ ਪਾ ਲੈਂਦੇ ਆ। ਉਹ ਕੀ ਹੋ ਗਿਆ, ਇੱਕ ਤਰੀਕੇ ਨਾਲ ਆਪਣਾ ਸ਼ੇਅਰ ਹੋਲਡਰ ਹੋ ਗਿਆ, ਯਾਨੀ ਕਿ ਸਟਾਕ ਹੋਲਡਰ ਹੋ ਗਿਆ ਆਪਾਂ ਕਹਿ ਸਕਦੇ ਹਾਂ। ਹੁਣ ਇਦਾਂ ਜਿਹੜੀਆਂ ਵੱਡੀਆਂ ਵੱਡੀਆਂ ਕੰਪਨੀਆਂ ਨੇ, ਟੈਸਲਾ ਆ, ਵਾਲਮਾਰਟ ਆ, ਕੋਈ ਵੀ ਆ, ਉਹਨਾਂ ਕੰਪਨੀਆਂ ਨੇ ਵੀ ਜਦੋਂ ਗਰੋ ਕਰਨਾ, ਡਿਸਟਰਪਟਿਵ ਕਰਨਾ ਮਾਰਕੀਟ ਨੂੰ, ਉਹਨਾਂ ਨੂੰ ਪੈਸਾ ਚਾਹੀਦਾ ਹੁੰਦਾ। ਹੁਣ ਇੱਕ ਆ ਕਿ ਲੋਨ ਚੱਕੀ ਜਾਣ, ਠੀਕ ਹੈ, ਜਾਂ ਆਪਣੀ ਬਿਜ਼ਨਸ 'ਚੋਂ ਜਿਹੜੀ ਵੀ ਸੇਲ ਹੋ ਰਹੀ ਆ, ਪ੍ਰੋਫਿਟ ਹੌਲੀ ਹੌਲੀ ਇਕੱਠਾ ਕਰਕੇ ਬਿਜ਼ਨਸ ਨੂੰ ਵਧਾਉਣ। ਪਰ ਜੇ ਇੱਕਦਮ ਬਿਜ਼ਨਸ ਵੱਡਾ ਕਰਨਾ ਆ ਤੇ ਉਦਾਂ ਹੋਣਾ ਨਹੀਂ। ਹੁਣ ਉਹਨਾਂ ਨੂੰ ਚਾਹੀਦਾ ਕਿ ਜਿਹੜਾ ਆਪਣਾ ਡੈਟ ਵਗੈਰਾ ਪੇ ਆਫ ਕਰਨਾ, ਜਾਂ ਕੋਈ ਨਵੀਆਂ ਫੈਕਟਰੀਆਂ ਲਾਉਣੀਆਂ, ਉਹਦੇ ਲਈ ਪੈਸਾ ਚਾਹੀਦਾ। ਉਹ ਕੀ ਕਰਦੇ ਨੇ, ਆਪਣੀ ਕੰਪਨੀ ਨੂੰ ਫਿਰ ਪਬਲਿਕ ਲੈ ਕੇ ਜਾਂਦੇ ਨੇ, ਤੇ ਉੱਥੇ ਕੀ ਕਰਦੇ ਆ, ਲੋਕਾਂ ਨੂੰ ਆਪਸ਼ਨ ਦਿੰਦੇ ਆ ਕਿ ਤੁਸੀਂ ਸਾਡੇ ਕੰਪਨੀ ਦੇ ਵਿੱਚ ਹਿੱਸੇਦਾਰ ਬਣੋ। ਹਿੱਸੇਦਾਰ ਆਪਾਂ ਕਿੱਦਾਂ ਬਣਨਾ ਆ, ਜਾਣੀ ਕਿ ਮੰਨ ਲਓ ਟੈਸਲਾ ਦਾ ਸਟਾਕ $200 ਦਾ, $200 ਉਹਨਾਂ ਨੂੰ ਦਿੱਤਾ, ਇੱਕ ਸਟਾਕ ਬਾਏ ਕਰ ਲਿਆ, ਉਹਨਾਂ ਨੂੰ ਪੈਸੇ ਮਿਲ ਗਏ ਜਿਹੜੇ ਉਹ ਯੂਜ਼ ਕਰ ਸਕਦੇ ਆ, ਆਪਾਂ ਉਹਨਾਂ ਦੇ ਹਿੱਸੇਦਾਰ ਬਣ ਗਏ। ਹੁਣ ਜੇ ਉਹਨਾਂ ਦੀ ਕੰਪਨੀ ਗਰੋ ਕਰੂਗੀ ਤੇ ਆਪਣਾ ਜਿਹੜਾ ਪੈਸਾ ਪਾਇਆ ਹੋਇਆ ਉਹ ਵਧੂਗਾ, ਉਹਨਾਂ ਦਾ ਬਿਜ਼ਨਸ ਗਰੋ ਕਰੂਗਾ ਤੇ ਆਪਣਾ ਪੈਸਾ ਵਧੂਗਾ। ਸੋ ਇਸ ਤਰੀਕੇ ਨਾਲ ਸਟਾਕ ਹੁੰਦੇ ਆ ਜਿਹੜੇ ਕਿ ਕੰਪਨੀਆਂ ਆਪਾਂ ਨੂੰ ਦਿੰਦੀਆਂ ਕਿ ਆਪਾਂ ਉਹਨਾਂ ਦੇ ਇੱਕ ਹਿੱਸੇਦਾਰ ਬਣ ਸਕਦੇ ਹਾਂ। ਉਹਨਾਂ ਦੇ ਨਾਲ ਆਪਣਾ ਹਿੱਸਾ ਹੋ ਗਿਆ ਕਿ ਆਪਾਂ ਉਹਨਾਂ ਦੇ ਬਿਜ਼ਨਸ ਦੇ ਵਿੱਚ ਜਿਹੜਾ ਵੀ ਪ੍ਰੋਫਿਟ ਜਾਂ ਨੁਕਸਾਨ ਆ, ਇੱਕ ਤਰੀਕੇ ਨਾਲ ਆਪਾਂ ਉਹਨਾਂ ਦੇ ਨਾਲ ਹੀ ਆ। ਜੇ ਨੁਕਸਾਨ ਉਹਨਾਂ ਦਾ ਤੇ ਆਪਣਾ ਵੀ ਆ, ਜੇ ਪ੍ਰੋਫਿਟ ਉਹਨਾਂ ਦਾ
ਤੇ ਆਪਣਾ ਵੀ ਆ। ਸੋ ਇਹ ਹੁੰਦਾ ਜੀ ਸਟਾਕ। ਸੋ ਕਹਿੰਦਾ ਜਿਹੜੀਆਂ ਕੰਪਨੀਆਂ ਆ ਪਬਲਿਕ ਕਿੱਦਾਂ ਜਾਂਦੀਆਂ, ਠੀਕ ਹੈ। ਪਹਿਲਾਂ ਪ੍ਰਾਈਵੇਟ ਆ, ਪਬਲਿਕ ਕਿੱਦਾਂ ਜਾਂਦੀਆਂ। ਦੋ ਤਰੀਕੇ ਨਾਲ ਕੰਪਨੀਆਂ ਪਬਲਿਕ ਜਾਂਦੀਆਂ। ਪਹਿਲਾ ਹੁੰਦਾ IPO, ਇਨੀਸ਼ੀਅਲ ਪਬਲਿਕ ਆਫਰਿੰਗ, ਠੀਕ ਹੈ। ਸੋ ਇਹਦੇ ਵਿੱਚ ਕੰਪਨੀ ਨੂੰ ਡਾਇਰੈਕਟ ਆਪਣੀ ਆਫਰਿੰਗ ਕਰਨੀ ਪੈਂਦੀ ਹੈ, ਪੇਪਰ ਵਰਕ ਕਰਨਾ ਪੈਂਦਾ, ਕੁਝ ਐਕਸਚੇਂਜਾਂ ਨੂੰ ਫੀਸ ਪੇ ਕਰਨੀ ਪੈਂਦੀ ਆ, ਜਿਹੜੀਆਂ ਐਕਸਚੇਂਜਾਂ ਬਾਰੇ ਅੱਗੇ ਆਪਾਂ ਜਾ ਕੇ ਗੱਲ ਕਰਨੀ ਆ। ਸੋ ਪਹਿਲਾ ਤਰੀਕਾ ਇਹ ਹੈ ਕਿ ਕੰਪਨੀ ਆਪਣਾ IPO ਕਰ ਦਿੰਦੇ ਆ, ਠੀਕ ਹੈ। ਸੋ ਉਹ ਕੀ ਕਰਦੇ ਆ, ਪਬਲਿਕ ਜਾਂਦੇ, ਪੇਪਰ ਵਰਕ ਕੰਪਲੀਟ ਕਰਦੇ ਆ ਤੇ ਉਹਨਾਂ ਦੇ ਸ਼ੇਅਰ ਜਿਹੜੇ ਮਾਰਕੀਟ ਦੇ ਵਿੱਚ ਆ ਜਾਂਦੇ ਆ, ਆਪਾਂ ਵੱਖ-ਵੱਖ ਬਰੋਕਰਾਂ ਦੇ ਰਾਹੀਂ ਬਾਏ ਕਰ ਸਕਦੇ ਹਾਂ। ਬਰੋਕਰ ਕੀ ਹੁੰਦੇ ਆ ਇਹਦੇ ਬਾਰੇ ਵੀ ਅੱਗੇ ਗੱਲ ਕਰਾਂਗੇ। ਸੋ ਤੁਹਾਨੂੰ ਵਰਡਿੰਗ ਪਤਾ ਲੱਗ ਜੂਗੀ, ਤਾਈਓ ਮੈਂ ਮੈਂਸ਼ਨ ਕਰ ਰਿਹਾ ਕਿ ਕਈ ਵਰਡ ਤੁਹਾਨੂੰ ਨਹੀਂ ਪਤਾ ਹੋਣੇ, ਪਰ ਉਹਨਾਂ ਬਾਰੇ ਅੱਗੇ ਗੱਲ ਕਰਾਂਗੇ। ਸੈਕੰਡ ਚੀਜ਼ ਆ SPAC ਦੇ ਨਾਲ ਮਰਜ ਹੋ ਕੇ। SPAC ਕੀ ਹੁੰਦਾ ਆ, ਸਪੈਸ਼ਲ ਪਰਪਸ ਐਕੁਜੀਸ਼ਨ ਕੰਪਨੀਆਂ ਹੁੰਦੀਆਂ ਨੇ, ਠੀਕ ਹੈ। IPO ਹੁੰਦਾ ਜਿਹੜੀਆਂ ਕੰਪਨੀਆਂ ਆਲਰੇਡੀ ਬਿਜ਼ਨਸ ਦੇ ਵਿੱਚ ਨੇ। ਊਬਰ ਦੀ ਐਗਜ਼ਾਮਪਲ ਦੇ ਦਿੰਦਾ, ਊਬਰ ਆਲਰੇਡੀ ਬਿਜ਼ਨਸ ਕਰ ਰਹੀ ਆ ਤੇ ਉਹਨੇ ਪਬਲਿਕ ਜਾਣਾ, ਪੇਪਰ ਵਰਕ ਕਰਕੇ ਪਬਲਿਕ ਚਲ ਜਾਣਾ। ਸੈਕੰਡ ਆ SPAC। SPAC ਕੀ ਆ ਕਿ ਮੰਨ ਲਓ ਕੋਈ ਬੰਦਾ ਇਨਵੈਸਟਰ ਆ ਜਾਂ ਬਹੁਤ ਤਗੜਾ ਇਨਵੈਸਟਰ ਆ, ਉਹ ਕੀ ਕਰਦਾ 5-10 ਇਨਵੈਸਟਰਾਂ ਨੂੰ ਜਾਂ ਹੋਰਾਂ ਨੂੰ ਨਾਲ ਲਾ ਕੇ ਇੱਕ ਆਪਣੀ ਕੰਪਨੀ ਦੀ ਵੈਲਿਊ ਬਿਲਡ ਕਰ ਲੈਂਦਾ। ਉਹ ਕੰਪਨੀ ਕਰ ਕੁਝ ਨਹੀਂ ਰਹੀ, ਕੋਈ ਬਿਜ਼ਨਸ ਨਹੀਂ ਆ, ਸਿਰਫ ਇੱਕ ਕੰਪਨੀ ਓਪਨ ਕੀਤੀ ਆ। ਮੰਨ ਲਓ ਜਿੱਦਾਂ ਤੁਸੀਂ ਆ ਕਾਰਪੋਰੇਸ਼ਨ ਆਪਣੀ ਕੋਈ ਓਪਨ ਕਰ ਲਓ, ਉਹਦੇ ਵਿੱਚ ਬਿਲੀਅਨਸ ਆਫ ਡਾਲਰ ਇਕੱਠਾ ਕਰ ਲਓ ਤੇ ਕੋਈ ਬਿਜ਼ਨਸ ਨਹੀਂ ਕਰ ਰਹੀ ਤੁਹਾਡੀ ਕੰਪਨੀ, ਉਹਨੂੰ SPAC ਕਹਿ ਦਿੰਦੇ, ਬਲੈਂਕ ਚੈੱਕ ਕੰਪਨੀ ਆ, ਉਹਨੂੰ ਤੁਸੀਂ ਪਬਲਿਕ ਲੈ ਜਾਓ, ਠੀਕ ਆ। ਉਹ ਪਬਲਿਕ ਚਲ ਗਈ। ਹੁਣ ਜਿਹੜੀ ਕੋਈ ਹੋਰ ਬਿਜ਼ਨਸ ਆ, ਮੰਨ ਲਓ ਦੂਜੇ ਪਾਸੇ ਕੋਈ ਟਰੱਕਿੰਗ ਕੰਪਨੀ, ਉਹ ਕਹਿੰਦੇ ਅਸੀਂ ਪਬਲਿਕ ਜਾਣਾ, ਤੁਸੀਂ ਉਹਨੂੰ ਕਹੋਗੇ ਕਿ ਬਾਈ ਜੀ ਤੁਸੀਂ ਪਬਲਿਕ ਜਾਣਾ ਆ, ਤੁਸੀਂ ਆਪਣਾ ਪੇਪਰ ਵਰਕ ਜੋ ਸਾਰਾ ਕਰਨਾ ਆ, ਅਸੀਂ ਆਲਰੇਡੀ ਪਬਲਿਕ ਆ, ਸਾਡੇ ਨਾਲ ਰਲ ਜਾਓ। ਉਹਨੂੰ ਮਰਜ ਕਹਿ ਦਿੰਦੇ। ਉਹ ਦੋਵੇਂ ਮਰਜ ਹੋ ਕੇ ਤੇ ਜਿਹੜੀ ਟਰੱਕਿੰਗ ਕੰਪਨੀ ਉਹਨੂੰ ਜ਼ਿਆਦਾ ਪੇਪਰ ਵਰਕ ਨਹੀਂ ਕਰਨਾ ਪਿਆ ਤੇ ਉਹ ਕੀ ਆ SPAC ਦੇ ਨਾਲ ਮਰਜ ਹੋ ਕੇ ਪਬਲਿਕ ਚਲ ਗਈ। ਸੋ SPAC ਆਲਰੇਡੀ ਜਿਹੜਾ ਉਹ ਪਬਲਿਕ ਸੀ, ਉਹਦੇ ਸਟਾਕ ਆਲਰੇਡੀ ਮਾਰਕੀਟ ਦੇ ਵਿੱਚ ਹੈਗੇ ਸੀ। ਸੋ ਇਹ ਦੋ ਤਰੀਕੇ ਦੇ ਨਾਲ ਕੰਪਨੀਆਂ ਪਬਲਿਕ ਚਲ ਜਾਂਦੀਆਂ। ਇੱਕ ਕੀ ਹੈ ਕਿ IPO ਹੁੰਦਾ ਆ। ਹੁਣ ਜੇ ਤੁਸੀਂ ਪਤਾ ਕਰਨਾ ਕਿ ਕਿਹੜਾ IPO ਆ ਰਿਹਾ, ਜਸਟ ਗੋ ਔਨ ਗੂਗਲ ਤੇ ਉੱਥੇ ਜਾ ਕੇ ਸਰਚ ਕਰੋ ਅਪਕਮਿੰਗ IPOs। ਅਪਕਮਿੰਗ IPOs ਲਿਖੋਗੇ ਤਾਂ ਤੁਹਾਨੂੰ ਪਤਾ ਲੱਗ ਜਾਣਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਕਿਹੜੀਆਂ ਕੰਪਨੀਆਂ ਪਬਲਿਕ ਜਾ ਰਹੀਆਂ, ਕਿੰਨੀ ਤਰੀਕ ਨੂੰ ਜਾ ਰਹੀਆਂ, ਕਿੰਨੇ ਦਾ ਇੱਕ ਸਟਾਕ ਆ ਉਹਨਾਂ ਦਾ, ਉਹ ਕੰਪਨੀ ਕਰਦੀ ਕੀ ਆ, ਠੀਕ ਹੈ। ਉਹ ਸਾਰੀਆਂ ਚੀਜ਼ਾਂ ਤੁਹਾਨੂੰ ਪਤਾ ਲੱਗ ਜਾਣੀਆਂ, ਠੀਕ ਹੈ। ਇਦਾਂ ਹੀ ਸਰਚ ਕਰ ਸਕਦੇ ਹੋ ਅਪਕਮਿੰਗ SPAC ਮਰਜ, ਉਹਦੇ ਵਿੱਚ ਵੀ ਤੁਹਾਨੂੰ ਪਤਾ ਲੱਗ ਜਾਣਾ ਕਿ ਆਉਣ ਦੇ ਵਾਲੇ ਟਾਈਮ ਦੇ ਵਿੱਚ ਕਿਹੜੀਆਂ ਕੰਪਨੀਆਂ ਜਿਹੜੀਆਂ SPAC ਦੇ ਨਾਲ ਮਰਜ ਹੋ ਕੇ ਤੇ ਪਬਲਿਕ ਜਾ ਰਹੀਆਂ। ਸੋ ਹੋਪਫੁਲੀ ਤੁਹਾਨੂੰ ਇੱਥੋਂ ਤੱਕ ਪਤਾ ਲੱਗ ਗਿਆ ਹੋਊਗਾ। ਨੈਕਸਟ ਹੁਣ ਆਪਾਂ ਗੱਲਬਾਤ ਕਰਦੇ ਹਾਂ ਕਿ ਟਿੱਕਰ ਕੀ ਹੁੰਦਾ, ਸਿੰਬਲ ਕੀ ਹੁੰਦਾ ਵਾ। ਹੁਣ ਜਿੱਦਾਂ ਸਿੰਬਲ ਕੀ ਹੈ ਕਿ ਜਦੋਂ ਵੀ ਆਪਾਂ ਸਟਾਕ ਨੂੰ ਸਰਚ ਕਰਨਾ, ਉਹਦਾ ਨਾਮ ਹੀ ਸਰਚ ਕਰ ਸਕਦੇ ਹਾਂ, ਪਰ ਜਸਟ ਟੂ ਕੀਪ ਇਟ ਈਜ਼ੀ ਐਂਡ ਸਿੰਪਲ ਉਹਨਾਂ ਨੂੰ ਇੱਕ ਸਿੰਬਲ ਦੇ ਦਿੱਤਾ, ਟਿੱਕਰ ਦੇ ਦਿੱਤਾ ਜਿਹਨੂੰ ਆਪਾਂ ਕਹਿੰਦੇ ਆ। ਜਿੱਦਾਂ ਐਪਲ ਦਾ ਹੈਗਾ AAPL, ਠੀਕ ਹੈ। ਸੋ ਐਪਲ ਨੇ ਮੇਰੇ ਉਦਾਂ ਵੀ ਐਪਲ ਦੇ ਸਪੈਲਿੰਗ ਖਰਾਬ ਕਰਦੇ, ਕਿਉਂਕਿ ਐਪਲ APPL ਹੁੰਦਾ ਤੇ ਉਹਨਾਂ ਨੇ ਉਹਦਾ ਸਟਿੱਕਰ ਜਿਹੜਾ ਆ AAPL ਰੱਖਿਆ। ਟੈਸਲਾ ਦਾ TSLA, ਮਾਈਕਰੋਸਾਫਟ ਦਾ MSFT। ਸੋ ਇਦਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਵੱਖ-ਵੱਖ ਕੰਪਨੀਆਂ ਦੇ ਕਿਹੜੇ ਟਿੱਕਰ ਨੇ, ਤਾਂ ਕਿ ਤੁਸੀਂ ਈਜ਼ੀ ਸਰਚ ਕਰ ਸਕੋ ਜਦੋਂ ਕਿਤੇ ਵੀ ਕਰਨਾ ਆ। ਹੁਣ ਤੁਸੀਂ ਸਟਾਕ ਮਾਰਕੀਟ ਦੇ ਵਿੱਚ ਪੈਸਾ ਕਿੱਦਾਂ ਬਣਾਉਂਦੇ ਹੋ, ਆਪਾਂ ਨੂੰ ਪੈਸਾ ਕਿੱਦਾਂ ਬਣਦਾ। ਸੋ ਆਪਣਾ ਕੰਮ ਕੀ ਹੈ ਕਿ ਜਦੋਂ ਵੀ ਸਟਾਕ ਕੋਈ ਮਾਰਕੀਟ ਦੇ ਵਿੱਚ ਹੈਗਾ, ਉਹਨੂੰ ਆਪਾਂ ਬਾਏ ਤੇ ਸੈੱਲ ਕਰਾਂਗੇ ਤੇ ਉਹਦੇ ਵਿੱਚ ਆਪਾਂ ਨੂੰ ਪ੍ਰੋਫਿਟ ਬਣੂਗਾ। ਤੇ ਬਾਏ ਸੈੱਲ ਕਿੱਦਾਂ ਕਰਨਾ, ਵੱਖ-ਵੱਖ ਐਕਸਚੇਂਜਾਂ ਦੇ ਥਰੂ, ਪਰ ਉਹਦੇ ਵਿੱਚ ਸੈਂਟਰ ਦੇ ਇੱਕ ਬਰੋਕਰ ਆ ਜਿਹਦੇ ਬਾਰੇ ਤੁਹਾਨੂੰ ਮੈਂ ਅੱਗੇ ਦੱਸਣਾ। ਸੋ ਜਿਹੜੀ ਸਟਾਕ ਦੀ ਪ੍ਰਾਈਸ ਆ ਉਹ ਕਿੱਦਾਂ ਡਿਸਾਈਡ ਹੁੰਦੀ ਆ, ਉਹਦੀ ਸਪਲਾਈ ਤੇ ਡਿਮਾਂਡ ਦੇ ਥਰੂ, ਠੀਕ ਹੈ। ਸੋ ਇੱਥੇ ਤੁਹਾਨੂੰ ਮੈਂ ਇੱਕ ਹੋਰ ਥੋੜੀ ਜਿਹੀ ਐਗਜ਼ਾਮਪਲ ਦੇਣਾ ਆ, ਕਿਉਂਕਿ ਜਦੋਂ ਵੀ ਕਿਸੇ ਚੀਜ਼ ਦੀ ਸਪਲਾਈ ਘਟ ਜੇ, ਡਿਮਾਂਡ ਵੱਧ ਜੇ ਤੇ ਉਹਦੀ ਪ੍ਰਾਈਸ ਕੀ ਹੁੰਦੀ ਆ, ਅੱਪ ਜਾਂਦੀ ਹੈ, ਠੀਕ ਹੈ। ਫੋਰ ਐਗਜ਼ਾਮਪਲ ਜਦੋਂ ਕੋਵਿਡ ਆਇਆ ਸੀ, ਆਟਾ ਮਹਿੰਗਾ ਕਰਤਾ ਸੀ ਆਪਣੇ ਦੇਸੀ ਸਟੋਰਾਂ ਤੇ, ਕਿਉਂ ਕਹਿੰਦੇ ਜੀ ਪਿੱਛੋਂ ਆਟਾ ਆਉਂਦਾ ਨਹੀਂ ਆ ਤੇ ਮਹਿੰਗਾ ਕਰ ਦਿੰਦੇ ਆ, ਠੀਕ ਹੈ। ਹੁਣ ਇਦਾਂ ਹੀ ਜਿਹੜਾ ਆਇਲ ਦੀਆਂ ਪ੍ਰਾਈਸਾਂ ਕਿਉਂ ਵੱਧ ਗਈਆਂ, ਕਿਉਂਕਿ ਉਹ ਰਸ਼ੀਆ ਤੇ ਯੂਕਰੇਨ ਦੀ ਜੰਗ ਲੱਗੀ, ਕਹਿੰਦੇ ਆਇਲ ਦੀ ਸਪਲਾਈ ਘਟ ਗਈ ਆ, ਡਿਮਾਂਡ ਮਾਰਕੀਟ ਦੇ ਵਿੱਚ ਉਨੀ ਜਾਂ ਜ਼ਿਆਦਾ ਆ, ਪ੍ਰਾਈਸ ਚੱਕਦੇ। ਇਦਾਂ ਹੀ ਸਟਾਕ ਦਾ ਕੀ ਹੁੰਦਾ ਕਿ ਜਦੋਂ ਜ਼ਿਆਦਾ ਲੋਕੀ ਉਹਨੂੰ ਬਾਏ ਕਰਨ ਆ ਜਾਣ, ਠੀਕ ਹੈ, ਤੇ ਸਪਲਾਈ ਡਿਮਾਂਡ ਦਾ ਜਦੋਂ ਡਿਫਰੈਂਸ ਹੋ ਜੇ, ਉਹਦੀ ਪ੍ਰਾਈਸ ਵਧਣੀ ਸ਼ੁਰੂ ਹੋ ਜਾਂਦੀ ਹੈ। ਸੋ ਸਾਰੀ ਸਟਾਕ ਮਾਰਕੀਟ ਦੇ ਵਿੱਚ ਜਿਹੜੀ ਪ੍ਰਾਈਸਿੰਗ ਆ ਉਹ ਸਪਲਾਈ ਤੇ ਡਿਮਾਂਡ ਦੇ ਟਿਕੀ ਹੁੰਦੀ ਆ ਕਿ ਕਿੰਨੀ ਸਪਲਾਈ ਆ, ਕਿੰਨੀ ਡਿਮਾਂਡ ਆ। ਤੇ ਜਿਹੜੇ ਸਟਾਕ ਆ ਇਹ ਡਿਫਰੈਂਟ ਐਕਸਚੇਂਜਸ ਤੇ ਹੁੰਦੇ ਆ। ਜਿੱਦਾਂ ਦੋ ਐਕਸਚੇਂਜ ਤੁਸੀਂ ਸੁਣੋਗੇ ਨਾਮ ਉਹਨਾਂ ਦਾ, ਨਿਊਯਾਰਕ ਸਟਾਕ ਐਕਸਚੇਂਜ ਤੇ ਨੈਸਡੈਕ। ਇਹਨਾਂ ਦੇ ਵਿੱਚ ਥੋੜਾ ਜਿਹਾ ਡਿਫਰੈਂਸ ਕੀ ਆ, ਮੈਂ ਨੈਕਸਟ ਸਲਾਈਡ ਤੇ ਟੱਚ ਕਰੂੰਗਾ। ਇੱਦਾਂ ਲੰਡਨ ਦੇ ਵਿੱਚ ਵੀ ਇੱਕ ਸਟਾਕ ਐਕਸਚੇਂਜ ਹੈਗੀ ਆ, ਇੰਡੀਆ ਦੇ ਵਿੱਚ ਵੀ ਸਟਾਕ ਐਕਸਚੇਂਜ ਹੈਗੀ ਆ, ਸ਼ੰਘਾਈ ਦੇ ਵਿੱਚ ਵੀ ਸਟਾਕ ਐਕਸਚੇਂਜ ਹੈਗੀ ਆ, ਆਸਟ੍ਰੇਲੀਆ ਦੇ ਵਿੱਚ ਵੀ ਹੈਗੀ ਆ। ਸੋ ਕਾਫੀ ਸਟਾਕ ਐਕਸਚੇਂਜ ਨੇ, ਪਰ ਆਪਾਂ ਮੇਨ ਜਿਹੜੀਆਂ ਦੇਖਣੀਆਂ ਵਾ ਨਿਊਯਾਰਕ ਤੇ ਨੈਸਡੈਕ। ਸੋ ਹੋਰ ਕੈਨੇਡਾ ਦੇ ਵਿੱਚ ਵੀ ਆ ਟੋਰਾਂਟੋ ਸਟਾਕ ਐਕਸਚੇਂਜ,
ਪਰ ਤੁਸੀਂ ਕੋਸ਼ਿਸ਼ ਕਰੋ ਕਿ ਜਿਹੜੀਆਂ ਇੰਨੀਆਂ ਮੇਨ ਦੋ ਸਟਾਕ ਐਕਸਚੇਂਜ ਤੇ ਸਟਾਕ ਆ ਇਹਨਾਂ ਨੂੰ ਹੀ ਆਪਾਂ ਟ੍ਰੇਡ ਕਰੀਏ, ਕਿਉਂਕਿ ਜਿਹੜੇ ਸਟਾਕ ਇਹਨਾਂ ਐਕਸਚੇਂਜਸ ਦੇ ਥਰੂ ਟ੍ਰੇਡ ਹੁੰਦੇ ਆ ਉਹਨਾਂ ਨੂੰ ਆਪਣੀ ਅਰਨਿੰਗਸ ਵਗੈਰਾ ਟਾਈਮ ਸਿਰ ਡਾਕੂਮੈਂਟ ਵਗੈਰਾ ਸਾਰੇ ਫਾਈਲ ਕਰਨੇ ਪੈਂਦੇ ਆ। ਥੋੜਾ ਜਿਹਾ ਆਪਾਂ ਕਹਿ ਸਕਦੇ ਹਾਂ ਕਿ ਕੰਪਨੀਆਂ ਅਕਾਊਂਟੇਬਲ ਹੁੰਦੀਆਂ, ਤਾਂ ਕਰਕੇ ਇਹਨਾਂ ਦੇ ਥਰੂ ਕਰੋਗੇ। ਥੋੜਾ ਜਿਹਾ ਰੈਗੂਲੇਸ਼ਨ ਹੁੰਦਾ, ਕੰਪਨੀਆਂ ਰੈਗੂਲੇਟਡ ਹੁੰਦੀਆਂ ਆ ਤੇ ਥੋੜਾ ਜਿਹਾ ਸੇਫ ਆ। ਸੋ ਇਹ ਹੁੰਦੇ ਆਪਣੇ ਕਿ ਜਿੱਦਾਂ ਆਪਾਂ ਸਟਾਕ ਦੇ ਵਿੱਚ ਪੈਸਾ ਬਣਾਉਣਾ ਆ, ਉਹਨੂੰ ਬਾਏ ਸੈਲ ਕਰਕੇ ਡਿਮਾਂਡ ਸਪਲਾਈ ਦੇ ਨਾਲ। ਸੋ ਆਹ ਬਹੁਤ ਇੰਪੋਰਟੈਂਟ ਟੌਪਿਕ ਹੈ ਜੀ, ਇਹਦੀ ਆਪਾਂ ਬਹੁਤ ਘੱਟ ਗੱਲ ਕਰਦੇ ਹਾਂ। ਮਾਰਕੀਟ ਮੇਕਰਸ। ਸੋ ਨਿਊਯਾਰਕ ਸਟਾਕ ਐਕਸਚੇਂਜ ਤੇ ਨੈਸਡੈਕ ਤੇ ਜਿਹੜੇ ਮਾਰਕੀਟ ਮੇਕਰਸ ਨੇ ਉਹ ਕੌਣ ਹੁੰਦੇ ਨੇ, ਕਿੱਦਾਂ ਕੰਮ ਕਰਦੇ ਆ। ਸੋ ਨਿਊਯਾਰਕ ਸਟਾਕ ਐਕਸਚੇਂਜ ਤੇ ਨੈਸਡੈਕ ਦਾ ਇੰਨਾ ਕੁ ਡਿਫਰੈਂਸ ਆ ਕਿ ਨਿਊਯਾਰਕ ਸਟਾਕ ਐਕਸਚੇਂਜ ਦੀ ਅਜੇ ਵੀ ਬਿਲਡਿੰਗ ਹੈਗੀ ਆ, ਠੀਕ ਆ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਵਾਲ ਸਟਰੀਟ ਦੇ ਉੱਪਰ, ਤੇ ਉੱਥੇ ਫਲੋਰ ਤੇ ਵੀ ਉਹ ਟ੍ਰੇਡਿੰਗ ਹੁੰਦੀ ਆ ਸਾਰੀ ਅਜੇ ਜਿੱਦਾਂ 올ਡ ਤਰੀਕੇ ਨਾਲ। ਨੈਸਡੈਕ ਦਾ ਸਾਰਾ ਕੰਮ ਇਲੈਕਟ੍ਰੋਨਿਕਲੀ ਆ। ਪਰ ਮਾਰਕੀਟ ਮੇਕਰਸ ਦਾ ਕੰਮ ਕੀ ਆ? ਮਾਰਕੀਟ ਮੇਕਰ ਕੌਣ ਨੇ? ਮਾਰਕੀਟ ਮੇਕਰ ਦਾ ਕੰਮ ਕੀ ਆ ਕਿ ਮਾਰਕੀਟ ਦੇ ਵਿੱਚ ਲਿਕੁਇਡਿਟੀ ਰੱਖਣੀ, ਠੀਕ ਹੈ, ਸਟਾਕਾਂ ਨੂੰ ਬਾਏ ਤੇ ਸੈਲ ਕਰਨਾ, ਬਾਏ ਸੈਲ ਕਰਨਾ, ਜਾਨੀ ਕਿ ਬਾਇਰ ਨੂੰ ਤੇ ਸੈਲਰ ਨੂੰ ਆਪਸ ਦੇ ਵਿੱਚ ਕਨੈਕਟ ਕਰਨਾ, ਉਹ ਐਕਸਚੇਂਜ ਦਾ ਕੰਮ ਆ। ਪਰ ਉੱਥੇ ਬੈਠੇ ਮਾਰਕੀਟ ਮੇਕਰਸ ਜਿਹੜੇ ਨੇ ਉਹ ਇਹ ਸਾਰੀ ਚੀਜ਼ ਕਰ ਰਹੇ ਨੇ। ਹੁਣ ਨਿਊਯਾਰਕ ਸਟਾਕ ਐਕਸਚੇਂਜ ਦੇ ਵਿੱਚ ਇੱਕ ਸਪੈਸ਼ਲਿਸਟ ਬੰਦਾ ਹੁੰਦਾ ਯੂਜਲੀ ਇੱਕ ਸਟਾਕ ਲਈ ਦਿੱਤਾ। ਉਹਦਾ ਕੰਮ ਕੀ ਆ? ਫੋਰ ਐਗਜ਼ਾਮਪਲ ਮੰਨ ਲਓ ਕਿ ABC ਸਟਾਕ ਆ, ਇਧਰੋਂ ABC ਸਟਾਕ ਕਿਸੇ ਨੇ ਕਿਹਾ ਮੈਂ ਬਾਏ ਕਰਨਾ, ਉਧਰੋਂ ਕੋਈ ਕਹਿ ਰਿਹਾ ਸੈਲ ਕਰਨਾ, ਉਹਨੇ ਆਪਸ ਦੇ ਵਿੱਚ ਮੈਚ ਕਰਕੇ ਉਹਨਾਂ ਦੀ ਟ੍ਰੇਡ ਡਨ ਕਰਾ ਦੇਣੀ ਹੈ, ਠੀਕ ਹੈ ਜੀ। ਸੋ ਆਕਸ਼ਨ ਪ੍ਰਾਈਸ ਦੇ ਥਰੂ ਹੁੰਦੀ ਹੈ ਕਿ ਕਿਹੜਾ ਵੱਧ ਤੋਂ ਵੱਧ ਪੈਸੇ ਪੇ ਕਰ ਰਿਹਾ, ਕਿਹੜਾ ਵੱਧ ਤੋਂ ਵੱਧ ਪੈਸੇ ਪੇ ਕਰ ਰਿਹਾ, ਕਿਹੜਾ ਵੱਧ ਤੋਂ ਵੱਧ ਪੈਸੇ ਪੇ ਕਰ ਰਿਹਾ। ਜਿੱਦਾਂ ਆਪਾਂ ਗੱਡੀਆਂ ਦੀ ਆਕਸ਼ਨ ਦੇਖਦੇ ਹਾਂ ਕਿ ਜਿਹੜਾ ਜ਼ਿਆਦਾ ਪੈਸੇ ਪੇ ਕਰਦਾ ਉਹਨੂੰ ਚੱਲ ਜਾਂਦਾ। ਸੋ ਇਦਾਂ ਹੀ ਸਟਾਕ ਦੀ ਇੱਕ ਤਰੀਕੇ ਨਾਲ ਆਕਸ਼ਨ ਹੁੰਦੀ ਹੈ। ਨੈਸਡੈਕ ਵਾਲੇ ਸਟਾਕ ਯੂਜਲੀ ਜ਼ਿਆਦਾ ਕਿਉਂ ਵੋਲੇਟਾਈਲ ਹੁੰਦੇ ਨੇ? ਕਿਉਂਕਿ ਉੱਥੇ ਇੱਕ ਸਟਾਕ ਦੀ ਜ਼ਿਆਦਾ ਮਾਰਕੀਟ ਮੇਕਰਸ ਨੇ ਤੇ ਉਹ ਆਪਸ ਦੇ ਵਿੱਚ ਵੀ ਉਹਨਾਂ ਦੀ ਬਿਡਿੰਗ ਵਾਰ ਹੁੰਦੀ ਹੈ, ਤੇ ਉਹਨਾਂ ਦਾ ਕੰਮ ਹੈ ਐਂਡ ਤੇ ਸੇਮ ਹੀ ਆ ਕਿ ਬਾਇਰ ਤੇ ਸੈਲਰ ਨੂੰ ਆਪਸ ਦੇ ਵਿੱਚ ਮਿਲਾ ਕੇ ਤੇ ਟ੍ਰੇਡ ਡਨ ਕਰਾਉਣੀ। ਤੇ ਜੇ ਕਿਤੇ ਮਾਰਕੀਟ ਦੇ ਵਿੱਚ ਮੰਨ ਲਓ ਕਿ ਇੱਕ ਸਟਾਕ ਦੇ ਬਾਇਰ ਹੀ ਜ਼ਿਆਦਾ ਆ ਰਹੇ, ਸੈਲਰ ਜ਼ਿਆਦਾ ਨਹੀਂ ਆ ਰਹੇ, ਫਿਰ ਮਾਰਕੀਟ ਮੇਕਰਸ ਨੂੰ ਆਪਣੇ ਵੱਲੋਂ ਵੀ ਆਪਣੇ ਅਕਾਊਂਟ ਤੋਂ ਵੀ ਸਟਾਕ ਨੂੰ ਲਿਕੁਇਡੇਟ ਕਰਕੇ ਤੇ ਮਾਰਕੀਟ ਨੂੰ ਲਿਕੁਇਡਿਟੀ ਦੇ ਵਿੱਚ ਰੱਖਣਾ ਪੈਂਦਾ। ਉਹ ਸਾਰਾ ਉਹਨਾਂ ਦਾ ਕੰਮ ਆ ਕਿ ਮਾਰਕੀਟ ਨੂੰ ਚਲਾਉਣਾ ਕਿੱਦਾਂ ਆ। ਸੋ ਇਹ ਥੋੜਾ ਜਿਹਾ ਬੇਸਿਕ ਆ। ਇੱਥੋਂ ਤੱਕ ਜੇ ਕਿਸੇ ਦਾ ਕੁਐਸਚਨ ਹੋਵੇ, ਜਿਹੜੀ ਆਪਾਂ ਗੱਲਬਾਤ ਕੀਤੀ ਹੈ ਸਟਾਕ ਕੀ ਹੈ, ਠੀਕ ਹੈ, ਨਾਲ ਤੁਹਾਨੂੰ ਮੈਂ ਥੋੜਾ ਜਿਹਾ ਦੱਸਿਆ ਕਿ ਨਿਊਯਾਰਕ ਸਟਾਕ ਐਕਸਚੇਂਜ ਕੀ ਹੈ, ਨੈਸਡੈਕ ਕੀ ਹੈ। ਸੋ ਜੇ ਕਿਸੇ ਦਾ ਕੁਐਸਚਨ ਆ ਤੇ ਕਮੈਂਟ ਦੇ ਵਿੱਚ ਪੁੱਛ ਲਿਓ। ਸੋ ਤੁਹਾਨੂੰ ਮੈਂ 30 ਸਕਿੰਟ ਦੇਣਾ ਜੇ ਹੈਗਾ, ਨਹੀਂ ਤੇ ਵੀ ਵਿਲ ਗੋ ਹੈਡ। ਸੋ ਮੈਂ ਵਾਚ ਕਰਦਾ ਜੀ, ਜੇ ਕੋਈ ਕੁਐਸਚਨ ਪੁੱਛਦਾ, ਨਹੀਂ ਤੇ 30 ਸਕਿੰਟ ਬਾਅਦ ਫਿਰ ਆਪਾਂ ਅੱਗੇ ਚੱਲਦੇ ਹਾਂ। ਹਾਂਜੀ, ਸੋ ਵੀਰ ਹੋਣਾ ਦਾ ਕਿ ਮਾਰਕੀਟ ਮੇਕਰਸ ਭਾਜੀ ਲਿਕੁਇਡੇਟ ਕਿਵੇਂ ਕਰਦੇ ਨੇ ਸਟਾਕ। ਸੋ ਮਾਰਕੀਟ ਮੇਕਰ ਦਾ ਕੀ ਕੰਮ ਆ ਭਾਜੀ? ਬੇਸਿਕਲੀ ਦੇਖ ਲਓ ਕਿ ਹੁਣ ਸਟਾਕ ਹਾਲਟ ਕਿਉਂ ਹੋ ਜਾਂਦਾ, ਠੀਕ ਹੈ। ਸੋ ਇੱਕ ਐਲਗੋਰਿਦਮ ਆ ਉਹਦੇ ਵਿੱਚ, ਬਟ ਨਾਲ ਦੀ ਨਾਲ ਕੀ ਹੈ ਕਿ ਕੋਈ ਸਟਾਕ ਤੁਸੀਂ ਮਾਰਕੀਟ ਉੱਥੇ ਬਾਏ ਕਰਨ ਗਏ ਪਰ ਦੂਜੇ ਪਾਸੇ ਸੈਲਰ ਨਹੀਂ ਕੋਈ ਹੈਗਾ, ਠੀਕ ਹੈ। ਤੁਸੀਂ ਬਾਏ ਕਰਨ ਗਏ, ਸੈਲਰ ਨਹੀਂ ਹੈਗਾ, ਫਿਰ ਉਹ ਤੁਹਾਨੂੰ ਉਹਨਾਂ ਇਹ ਤੇ ਕਹਿਣਾ ਨਹੀਂ ਕਿ ਹਾਂਜੀ ਅਸੀਂ ਸਟਾਕ ਤੁਹਾਨੂੰ ਦੇਣਾ ਨਹੀਂ। ਉਹਨਾਂ ਨੇ ਕੀ ਆ ਆਪਣੇ ਕੋਲੋਂ ਸਟਾਕ ਤੁਹਾਨੂੰ ਸੈਲ ਕਰਨਾ, ਕਿਉਂਕਿ ਉਹਨਾਂ ਦੇ ਅਕਾਊਂਟ ਦੇ ਵਿੱਚ ਵੀ ਹੁੰਦੇ ਆ। ਸੋ ਉਹ ਤਾਂ ਕਰਕੇ ਇਸ ਤਰੀਕੇ ਨਾਲ ਮਾਰਕੀਟ ਦੇ ਵਿੱਚ ਲਿਕੁਇਡਿਟੀ ਰੱਖਦੇ ਨੇ। ਆਰਡਰ ਫਲੋ ਐਂਡ ਮੇਨਟੇਨ ਐਕਸਚੇਂਜ ਇੱਥੇ ਭਾਜੀ ਟੱਚ ਕਰਦੇ ਆ। IPO ਤੇ ਸਪੈਕ ਦੁਬਾਰਾ ਦੱਸਿਓ ਸੁਖਵਿੰਦਰ ਸਿੰਘ। ਸੋ IPO ਕੀ ਹੈ ਭਾਜੀ? ਬੇਸਿਕਲੀ ਕਿ ਜਦੋਂ ਕੋਈ ਕੰਪਨੀ, ਮੰਨ ਲਓ ਤੁਹਾਡੀ ਕੰਪਨੀ ਹੈ, ਤੁਸੀਂ ਕਹਿੰਦੇ ਕਿ ਆਪਾਂ ਪਬਲਿਕ ਲੈ ਕੇ ਜਾਣੀ ਹੈ, ਤੁਹਾਨੂੰ ਪੇਪਰ ਵਰਕ ਕਰਨਾ ਪੈਣਾ, ਠੀਕ ਹੈ। ਨਿਊਯਾਰਕ ਸਟਾਕ ਐਕਸਚੇਂਜ ਰਾਹੀਂ ਲੈ ਕੇ ਜਾਣੀ ਹੈ, ਨੈਸਡੈਕ ਤੇ ਰਾਹੀਂ ਲੈ ਕੇ ਜਾਣੀ ਹੈ, ਬੈਂਕਾਂ ਦੇ ਨਾਲ ਤੁਹਾਨੂੰ ਜਾਣਾ ਪੈਣਾ, ਬੈਂਕਾਂ ਦੇ ਥਰੂ। ਉੱਥੋਂ ਫਿਰ ਤੁਸੀਂ ਕਹਿਣਾ ਕਿ ਹਾਂਜੀ ਹੁਣ ਸਾਡੀ ਕੰਪਨੀ ਪਬਲਿਕ ਜਾਣੀ ਹੈ, ਉਹਦਾ ਪੇਪਰ ਵਰਕ ਜਿਹੜਾ ਕਰਨਾ, ਇਨੀਸ਼ੀਅਲ ਪਬਲਿਕ ਆਫਰਿੰਗ, ਜਿਹੜੀ ਪਹਿਲੀ ਪਬਲਿਕ ਆਫਰਿੰਗ ਹੁੰਦੀ ਆ ਉਹਨੂੰ IPO ਕਹਿ ਦਿੰਦੇ ਨੇ। ਉਸ ਤੋਂ ਬਾਅਦ ਵੀ ਕੰਪਨੀਆਂ ਜਿਹੜੀਆਂ ਵਾ ਸਟਾਕ ਆਫਰ ਕਰਦੀਆਂ ਰਹਿੰਦੀਆਂ, ਪਰ IPO ਕਹਿੰਦੇ ਨੇ ਜਿਹੜੀ ਸਭ ਤੋਂ ਪਹਿਲੀ ਵਾਰੀ ਹੁੰਦੀ ਆ। ਤੇ ਸਪੈਕ ਜਿਹੜਾ ਆ ਉਹਦੇ ਵਿੱਚ ਇੱਕ ਕੰਪਨੀ ਆਲਰੇਡੀ ਪਬਲਿਕ ਗਈ ਹੁੰਦੀ ਆ ਬਿਨਾਂ ਬਿਜ਼ਨਸ ਤੋਂ, ਕੋਈ ਬਿਜ਼ਨਸ ਨਹੀਂ ਆ, ਪਰ ਜਿਹੜੀ ਕੰਪਨੀ ਦੂਸਰੇ ਪਾਸੇ ਪਬਲਿਕ ਜਾਣਾ ਚਾਹੁੰਦੀ ਆ, ਉਹ ਜਿਹੜੀ ਕੰਪਨੀ ਪਬਲਿਕ ਗਈ ਆ ਬਲੈਂਕ ਚੈੱਕ, ਉਹਦੇ ਨਾਲ ਜਾ ਕੇ ਸਿਰਫ ਮਰਜ ਕਰਦੀ ਆ ਆਪਣੇ ਆਪ ਨੂੰ ਤੇ ਉਹ ਪਬਲਿਕ ਚੱਲ ਜਾਂਦੀ ਆ। ਸੋ ਇੰਨਾ ਕੁ ਡਿਫਰੈਂਸ ਆ ਇਹਨਾਂ ਦੋਵਾਂ ਦੇ ਵਿੱਚ। ਵੀ ਆਰ ਟ੍ਰੇਡਿੰਗ ਆਨਲਾਈਨ, ਕੋਸ਼ਿਸ਼ ਕਰੋ ਕਿ ਇਹਨਾਂ ਦੋਵਾਂ ਦੇ ਵਿੱਚ ਹੀ ਹੋ ਜਾਏ ਤਾਂ ਵਧੀਆ, ਪਰ ਬਾਕੀਆਂ ਦੇ ਵਿੱਚ ਵੀ ਕਰ ਸਕਦੇ। ਇਹ ਨਹੀਂ ਮੈਂ ਕਹਿ ਰਿਹਾ ਕਿ ਬਾਕੀਆਂ ਦੇ ਵਿੱਚ ਨਹੀਂ ਕਰਨਾ। ਹੁਣ ਜੇ ਕੋਈ ਇੰਡੀਆ ਦੇ ਵਿੱਚ ਆ ਤੇ ਉਹ ਇੰਡੀਆ ਵਾਲੀ ਐਕਸਚੇਂਜ ਤੇ ਕਰੂਗਾ ਟ੍ਰੇਡ, ਰਾਈਟ। ਕੋਈ ਲੰਡਨ ਦੇ ਵਿੱਚ ਆ ਤੇ ਲੰਡਨ ਵਾਲੇ ਸਟਾਕ ਵੀ ਕਰ ਸਕਦਾ। ਸੋ ਜੇ ਇੱਥੇ ਆ ਸਟਾਕ ਤੁਹਾਨੂੰ ਮਿਲ ਰਿਹਾ, ਨਿਊਯਾਰਕ ਤੇ ਨੈਸਡੈਕ ਦਾ ਤੁਹਾਨੂੰ ਐਕਸੈਸ ਹੈਗਾ, ਇਹਨਾਂ ਦੇ ਸਟਾਕ ਕਰ ਲਓ ਤਾਂ ਵਧੀਆ। ਭਾਜੀ USA ਤੋਂ ਹੋ ਕੁਐਸਚਨ ਹਰਵਿੰਦਰ ਸਿੰਘ ਜੀ, ਪਤਾ ਨਹੀਂ ਲੱਗਾ ਭਾਜੀ USA ਉਸ ਤੋਂ ਹੋ।
ਸੋ USA ਨਹੀਂ ਜੀ, ਮੈਂ ਕੈਨੇਡਾ ਦੇ ਵਿੱਚ ਹਾਂ। ਸੋ ਲੈਟਸ ਗੋ ਨੈਕਸਟ। ਸੋ ਅੱਗੇ ਗੱਲਬਾਤ ਕਰਦੇ ਹਾਂ ਜੀ ਡਿਫਰੈਂਟ ਇੰਡਸਿਸ ਬਾਰੇ। ਸੋ ਇੰਡਸਿਸ ਕੀ ਆ, ਇੰਡੈਕਸ ਵੀ ਆਪਾਂ ਕਹਿ ਦਿੰਦੇ ਆ। ਸੋ ਬਹੁਤ ਸਿੰਪਲ ਜਿਹਾ ਕੰਮ, ਇਹਨਾਂ ਨੂੰ ਅੰਡਰਸਟੈਂਡ ਕਰਦਾ, ਕੋਈ ਕੰਪਲੀਕੇਟਡ ਨਹੀਂ ਆ। ਸਭ ਤੋਂ ਪਹਿਲਾਂ ਜਿਹੜਾ ਮੇਨ ਆ ਡਾਓ ਜੋਨਸ ਇੰਡਸਟਰੀਅਲ ਆ, ਉਹਨਾਂ ਦਾ ਕੰਮ ਕੀ ਹੈ ਕਿ ਉਹਨਾਂ ਨੇ 30 ਕੰਪਨੀਆਂ ਦਾ ਇੱਕ ਗਰੁੱਪ ਬਣਾਇਆ ਹੋਇਆ, ਠੀਕ ਹੈ। ਉਹਨੂੰ ਇੰਡੈਕਸ ਕਹਿ ਦਿੰਦੇ ਆ, ਪਰ ਆਪਾਂ ਚਲੋ ਗਰੁੱਪ ਕਹਿ ਦਿੰਦੇ ਜਸਟ ਟੂ ਕੀਪ ਇਟ ਸਿੰਪਲ, ਇੱਕ ਨਵੇਂ ਬੰਦੇ ਦੀ ਲੈਂਗੁਏਜ ਦੇ ਵਿੱਚ। ਸੋ ਉਹ ਗਰੁੱਪ ਕਿਉਂ ਬਣਾਇਆ ਹੋਇਆ? ਹੁਣ ਸਿੰਪਲ ਜਿਹਾ ਇਹ ਹੈ ਕਿ ਮੰਨ ਲਓ ਮੈਂ ਕਹਿੰਦਾ ਤੁਹਾਨੂੰ ਕਿ ਮੈਨੂੰ ਦੱਸੋ ਮਾਰਕੀਟ ਕਿੱਧਰ ਜਾ ਰਹੀ ਹੈ, ਠੀਕ ਹੈ। ਅੱਜ ਮਾਰਕੀਟ ਦੀ ਡਾਇਰੈਕਸ਼ਨ ਕੀ ਹੈ? ਤੇ ਜੇ ਮਾਰਕੀਟ ਦੇ ਵਿੱਚ ਆਪਾਂ ਅੱਜ ਦੀ ਡੇਟ ਦੇ ਵਿੱਚ ਦੇਖੀਏ, ਇਫ ਆਈ ਐਮ ਨਾਟ ਰੋਂਗ, ਤੇ 8000 ਤੋਂ ਉੱਪਰ ਕੰਪਨੀਆਂ ਜਿਹੜੀਆਂ ਟ੍ਰੇਡ ਕਰ ਰਹੀਆਂ। ਹੁਣ ਤੁਸੀਂ ਕਹਿਣਾ ਯਾਰ ਤੁਸੀਂ ਮੈਨੂੰ ਪੁੱਛਿਆ ਮਾਰਕੀਟ ਕਿੱਧਰ ਜਾ ਰਹੀ ਹੈ, ਮਾਰਕੀਟ ਦਾ ਮੈਨੂੰ ਪਤਾ ਹੀ ਨਹੀਂ। ਤੇ ਡਾਓ ਜੋਨਸ ਵਾਲੇ ਕੀ ਕਹਿੰਦੇ? ਕਹਿੰਦੇ ਕਿ ਆਪਾਂ 30 ਕੰਪਨੀਆਂ ਦਾ ਇੱਕ ਗਰੁੱਪ ਬਣਾ ਲੈਂਦੇ ਆ, ਉਹਨਾਂ ਦੀ ਐਵਰੇਜ ਕੱਢਦੇ ਆ, ਜਿੱਧਰ ਨੂੰ ਉਹ ਜਾ ਰਹੀਆਂ ਨੇ ਉਧਰ ਨੂੰ ਆ ਕਿ ਮਾਰਕੀਟ ਉਧਰ ਨੂੰ ਜਾ ਰਹੀ ਹੈ, ਠੀਕ ਹੈ। ਸੋ ਉਹਨਾਂ 30 ਕੰਪਨੀਆਂ ਚੱਕ ਲਈਆਂ। ਫਿਰ S&P 500 ਵੀ ਸੇਮ ਇਦਾਂ ਇੱਕ ਇੰਡੈਕਸ ਆ ਜਿਹਦਾ ਟਿਕਰ ਹੈਗਾ SPY, ਤੇ ਉਹਨੇ ਕੀ ਕੀਤਾ? ਉਹ ਕਹਿੰਦੇ ਕਿ ਆਪਾਂ 500 ਕੰਪਨੀਆਂ ਚੱਕਦੇ ਆ। ਸੋ ਹੁਣ ਇੱਥੇ ਇੱਕ ਮੈਂ ਚੀਜ਼ ਕਲੀਅਰ ਕਰਨੀ ਚਾਹੁੰਦਾ ਆ। ਸੋ ਜਦੋਂ ਬਹੁਤ ਸਾਰੇ ਵੀਰਾਂ ਭਰਾਵਾਂ ਨਾਲ ਗੱਲਬਾਤ ਹੁੰਦੀ ਆ, ਉਹ ਕਹਿੰਦੇ ਕਿ S&P 500 ਦਾ ਮਤਲਬ ਆ ਫੋਰਚੂਨ 500 ਕੰਪਨੀਆਂ। ਇਦਾਂ ਨਹੀਂ ਆ। ਸੋ ਜੇ ਤੁਸੀਂ ਚਾਹੇ ਟ੍ਰੇਡ ਕਰਦੇ ਵੀ ਕਈ ਵੀਰ ਚਿਰਾਂ ਤੋਂ, ਤੇ ਜੇ ਆਪਾਂ ਫੁੱਲ ਫਾਰਮ ਦੇਖੀਏ S&P 5 ਦੀ ਕੀ ਹੁੰਦੀ ਹੈ, S&P ਦੀ ਫੁੱਲ ਫਾਰਮ ਕੀ ਹੁੰਦੀ ਹੈ? ਸੋ ਇਹਦੀ ਫੁੱਲ ਫਾਰਮ ਆ ਸਟੈਂਡਰਡ ਐਂਡ ਪੂਅਰ। ਸੋ ਸਟੈਂਡਰਡ ਐਂਡ ਪੂਅਰ 500 ਕੰਪਨੀਆਂ। ਸੋ ਇਹ ਨਹੀਂ ਕਿ ਪੂਰੀਆਂ ਟਾਪ ਫੋਰਚੂਨ 500 ਆ, ਹੋ ਸਕਦਾ ਉਹਦੇ ਵਿੱਚ ਕੋਈ ਮਾੜੀ ਕੰਪਨੀ ਵੀ ਹੋਏ, ਪਰ ਉਹਨਾਂ ਨੇ ਉਹ 500 ਕੰਪਨੀ ਨੂੰ ਚੱਕਿਆ ਤੇ ਉਹਨਾਂ ਦਾ ਇੱਕ ਗਰੁੱਪ ਬਣਾਇਆ, ਤੇ ਉਹਨੂੰ ਆਪਾਂ ਦੇਖ ਸਕਦੇ ਹਾਂ। ਜੇ ਤੁਸੀਂ ਦੇਖਣਾ ਕਿ ਕਿੱਧਰ ਨੂੰ ਮਾਰਕੀਟ ਜਾ ਰਹੀ ਆ ਤਾਂ ਸਰਚ ਕਰ ਲਓ SPY, ਤੁਹਾਨੂੰ ਪਤਾ ਲੱਗ ਜਾਊਗਾ। ਇਦਾਂ ਹੀ ਨੈਸਡੈਕ 100 ਆ, ਉਹਨਾਂ ਨੇ 100 ਕੰਪਨੀਆਂ ਚੱਕੀਆਂ, ਤੇ ਉਹਨਾਂ ਦਾ ਟਿਕਰ ਹੈਗਾ, ਸਿੰਬਲ ਹੈਗਾ QQQ, ਤੇ ਉਹ ਵੀ ਟਰੈਕ ਕਰਦੇ ਆ 100 ਕੰਪਨੀਆਂ ਦੀ ਪਰਫਾਰਮੈਂਸ। ਇਦਾਂ ਨਿਫਟੀ 50 ਆ, ਰਸਲ ਇੰਡੈਕਸ ਆ। ਸੋ ਕਾਫੀ ਡਿਫਰੈਂਟ ਇੰਡੈਕਸ ਨੇ, ਇਹਨਾਂ ਨੂੰ ਵੀ ਆਪਾਂ ਟ੍ਰੇਡ ਕਰ ਸਕਦੇ ਹਾਂ ਅੱਗੇ ਜਾ ਕੇ। ਤੇ ਇਹ ਸਾਰੇ ਤੁਹਾਨੂੰ ਇੱਕ ਬੇਸਿਕਲੀ ਦੱਸਦੇ ਨੇ ਕਿ ਜਿਹੜੀ ਓਵਰਆਲ ਮਾਰਕੀਟ ਦੀ ਡਾਇਰੈਕਸ਼ਨ ਆ ਉਹ ਕਿੱਧਰ ਜਾ ਰਹੀ ਆ। ਸੋ ਜੇ ਤੁਸੀਂ ਦੇਖਣਾ ਹੋਵੇ ਕਿੱਧਰ ਜਾ ਰਹੀ ਆ, ਸਿੰਪਲ ਆ, ਜੇ ਤੁਸੀਂ SPY ਨੂੰ ਹੀ ਸਰਚ ਕਰ ਲਓ ਤਾਂ ਤੁਹਾਨੂੰ ਪਤਾ ਲੱਗ ਜਾਊਗਾ ਕਿ ਓਵਰਆਲ ਮਾਰਕੀਟ ਜਿਹੜੀ ਆ ਉਹ ਕਿੱਧਰ ਨੂੰ ਜਾ ਰਹੀ ਆ। ਹਾਂਜੀ, ਸੋ ਨੈਕਸਟ ਆਪਾਂ ਗੱਲਬਾਤ ਕਰਨੀ ਹੈ ਬ੍ਰੋਕਰ। ਬ੍ਰੋਕਰ ਕੀ ਹੁੰਦਾ? ਸੋ ਆਈ ਐਮ ਹੋਪਫੁਲੀ ਆਈ ਐਮ ਨਾਟ ਮਿਸਿੰਗ ਐਨੀ ਸਲਾਈਡ। ਸੋ ਬ੍ਰੋਕਰ ਦਾ ਕੰਮ ਕੀ ਹੈ? ਬ੍ਰੋਕਰ ਇੱਕ ਤਰੀਕੇ ਨਾਲ ਲਾ ਲਓ ਕਿ ਏਜੰਟ, ਠੀਕ ਹੈ। ਰੀਅਲਟਰ ਜਿੱਦਾਂ ਵਾ, ਹੁਣ ਘਰ ਤੁਸੀਂ ਲੈਣਾ ਹੈ, ਇੱਕ ਪਾਸੇ ਬੰਦੇ ਨੇ ਘਰ ਖਰੀਦਣਾ, ਵਿੱਚ ਏਜੰਟ ਆ ਇੱਕ ਰੀਅਲਟਰ, ਠੀਕ ਹੈ। ਰੀਅਲਟਰ ਲਾਇਸੈਂਸਡ ਆ, ਉਹ ਕੀ ਕਰ ਸਕਦਾ ਕਿ ਘਰ ਇੱਧਰੋਂ ਤੁਹਾਨੂੰ ਵਿਕਾ ਦੂਗਾ ਦੂਸਰੇ ਦਾ, ਤੇ ਦੂਸਰਾ ਬੰਦਾ ਖਰੀਦ ਸਕਦਾ, ਰੀਅਲਟਰ ਦੇ ਥਰੂ ਆਪਣੀ ਡੀਲ ਹੋ ਜਾਣੀ ਹੈ। ਇਦਾਂ ਹੀ ਹੁਣ ਜਦੋਂ ਬ੍ਰੋਕਰ ਆ, ਬ੍ਰੋਕਰ ਦਾ ਕੰਮ ਕੀ ਆ ਸਟਾਕ ਮਾਰਕੀਟ ਦੇ ਵਿੱਚ? ਬ੍ਰੋਕਰ ਲਾਇਸੈਂਸਡ ਹੁੰਦੇ ਨੇ ਐਕਸਚੇਂਜਾਂ ਦੇ ਨਾਲ। ਹੁਣ ਜੇ ਮੈਂ ਸਿੱਧਾ ਸਟਾਕ ਐਕਸਚੇਂਜ ਵਾਲੇ ਨੂੰ, ਨਿਊਯਾਰਕ ਵਾਲੇ ਨੂੰ ਫੋਨ ਕਰਦਾ ਕਿ ਮੈਨੂੰ ਨਾ ਆਹ ਵਾਲਾ ਫਲਾਨਾ ਸਟਾਕ ਚਾਹੀਦਾ, ਉਹਨਾਂ ਕਹਿੰਦਾ ਡੂ ਯੂ ਹੈਵ ਲਾਇਸੈਂਸ? ਹੁਣ ਮੇਰੇ ਤੋਂ ਨਹੀਂ ਹੈਗਾ। ਹੁਣ ਇਸ ਕਰਕੇ ਆਪਣਾ ਕੰਮ ਕੀ ਆ ਕਿ ਆਪਾਂ ਬ੍ਰੋਕਰ ਕੋਲ ਜਾਣਾ, ਉਹਨੂੰ ਕਹਿਣਾ ਕਿ ਸਾਨੂੰ ਆਹ ਵਾਲਾ ਸਟਾਕ ਚਾਹੀਦਾ, ਸਾਨੂੰ ਬਾਏ ਕਰਕੇ ਦੇ, ਠੀਕ ਹੈ। ਉਹਨੇ ਬਾਏ ਕਰ ਦੇਣਾ ਆਪਣੇ ਅਕਾਊਂਟ ਦੇ ਵਿੱਚ। ਜੇ ਆਪਾਂ ਸੈੱਲ ਕਰਨਾ, ਆਪਾਂ ਕਹਿਣਾ ਆਹ ਵਾਲਾ ਸਟਾਕ ਸੈੱਲ ਕਰਨਾ, ਸੈੱਲ ਕਰਕੇ ਦੇ, ਉਹਨੇ ਸੈੱਲ ਕਰ ਦੇਣਾ। ਹੁਣ ਬ੍ਰੋਕਰ ਸਿਰਫ ਆਪਣੇ ਲਈ ਕੰਮ ਨਹੀਂ ਕਰ ਰਿਹਾ, ਬ੍ਰੋਕਰ ਕੀ ਆਰਡਰ ਫਲੋ ਇਕੱਠਾ ਕਰਦਾ। ਸੋ ਜਿੱਦਾਂ ਭਾਜੀ ਉਹਨਾਂ ਪੁੱਛਿਆ ਕਿ ਆਰਡਰ ਫਲੋ ਕੀ ਹੁੰਦਾ, ਉਹਦਾ ਮੈਂ ਨਾਲ ਆਨਸਰ ਕਰਨ ਲੱਗਾ। ਸੋ ਬ੍ਰੋਕਰ ਕਰਦਾ ਆਰਡਰ ਫਲੋ ਇਕੱਠਾ। ਹੁਣ ਮੰਨ ਲਓ ਮੈਂ 50 ਸਟਾਕ ਕਰਨੇ, ਕਿਸੇ ਨੇ 100 ਸਟਾਕ ਕਰਨਾ, ਕਿਸੇ ਨੇ 150, ਕਿਸੇ ਨੇ 200 ਸਟਾਕ। ਉਹਦਾ ਕੰਮ ਕੀ ਹੈ? ਸਾਰਿਆਂ ਦੇ ਸਟਾਕ ਇਕੱਠੇ ਕਰਕੇ, ਕਿਉਂਕਿ ਐਵਰੀ ਸੈਕਿੰਡ ਐਵਰੀ ਮਿੰਟ ਉਹਨੂੰ ਆਰਡਰ ਆ ਰਹੇ ਨੇ, ਉਹਨੇ ਚੱਕ ਕੇ ਸਿੱਧਾ ਹੀ ਆਰਡਰ ਫਲੋ ਐਕਸਚੇਂਜ ਨੂੰ ਮਾਰਨਾ ਕਿ ਸਾਨੂੰ ਇੰਨੇ ਸਟਾਕ ਇਹਦੇ ਦਿਓ, ਠੀਕ ਹੈ। ਜਾਂ ਇੰਨੇ ਸਟਾਕ ਸੈੱਲ ਕਰਨੇ, ਉਹਨੇ ਚੱਕ ਕੇ ਉੱਥੇ ਐਕਸਚੇਂਜ ਤੇ ਮਾਰਨੇ ਕਿ ਆਹ ਸਾਡੇ ਇੰਨੇ ਸਟਾਕ ਸੈੱਲ ਕਰੋ। ਤੇ ਐਕਸਚੇਂਜ ਨੇ ਉਹ ਸਾਰਾ ਅੱਗੇ ਕੀ ਆ ਆਰਡਰ ਫਲੋ ਮੈਨੇਜ ਕਰਨਾ, ਜਿਹੜੇ ਮਾਰਕੀਟ ਮੇਕਰਸ ਆ ਜਾਂ ਐਕਸਚੇਂਜ ਦੇ ਵਿੱਚ ਟ੍ਰੇਡ ਫਲੋਰ ਤੇ ਹੈਗੇ ਨੇ। ਸੋ ਬ੍ਰੋਕਰ ਦਾ ਸਿਰਫ ਕੰਮ ਇੰਨਾ ਹੀ ਆ ਕਿ ਉਹਨੇ ਆਪਣੀ ਕਮਿਸ਼ਨ ਲੈਣੀ ਆ ਵਿੱਚੋਂ, ਤੇ ਆਪਣੀ ਹੈਲਪ ਕਰਨੀ ਆ ਸਟਾਕ ਨੂੰ ਬਾਏ ਤੇ ਸੈੱਲ ਕਰਨ ਦੇ ਵਿੱਚ। ਹੁਣ ਮੋਸਟ ਬੈਂਕ ਦੇ ਵੀ ਆਪਣੇ ਬ੍ਰੋਕਰ ਹੈਗੇ ਆ, ਠੀਕ ਹੈ। ਵੱਖ-ਵੱਖ ਬੈਂਕਾਂ ਨੇ ਆਪੋ ਆਪਣੇ ਬ੍ਰੋਕਰ ਖੋਲੇ ਹੋਏ ਆ। ਹੁਣ ਮੈਂ ਬੈਂਕਾਂ ਦਾ ਨਾਂ ਨਹੀਂ ਲੈਣਾ ਚਾਹੁੰਦਾ, ਕਿਉਂਕਿ ਹੋ ਸਕਦਾ ਤੁਸੀਂ ਵੱਖ-ਵੱਖ ਕੰਟਰੀ ਦੇ ਵਿੱਚ ਬੈਠੇ ਹੋ ਤੇ ਤੁਹਾਨੂੰ ਪਤਾ ਨਾ ਲੱਗੇ। ਸੋ ਤੁਹਾਡੀ ਕੰਟਰੀ 'ਚ ਵੀ ਹੋ ਸਕਦਾ, ਜਿੱਥੇ ਵੀ ਤੁਸੀਂ ਬੈਠੇ ਆ, ਬੈਂਕਾਂ ਦਾ ਆਪੋ ਆਪਣਾ ਬ੍ਰੋਕਰ ਹੋਊਗਾ। ਇੰਟਰੈਕਟਿਵ ਬ੍ਰੋਕਰ ਆ, ਕਿਊ ਟ੍ਰੇਡ ਬ੍ਰੋਕਰ ਆ, ਜਿਹੜੇ ਪ੍ਰਾਈਵੇਟ ਬ੍ਰੋਕਰ ਇੱਥੇ ਕੈਨੇਡਾ US ਦੇ ਵਿੱਚ ਆ, ਵੀਬੁੱਲਾ, ਰੋਬਿਨਹੁੱਡ ਆ, ਵੈਲਥ ਸਿੰਪਲ ਆ, ਕੁਐਸਟ ਟ੍ਰੇਡ ਆ, ਫਿਡਿਲਿਟੀ ਦਾ ਬ੍ਰੋਕਰ ਆ, ਦੇਅਰ ਆਰ ਸੋ ਮੈਨੀ, ਠੀਕ ਹੈ। ਸੋ ਇੰਡੀਆ ਦੇ ਵਿੱਚ ਜੇ ਆਪਾਂ ਦੇਖੀਏ ਜਿੱਦਾਂ ਜਰੋਦਾ ਆ, ਗਰੋ ਆ, ਐਂਜਲ ਵਨ ਆ ਬ੍ਰੋਕਰ। ਸੋ ਕਾਫੀ ਸਾਰੇ, ਸ਼ਾਇਦ Paytm ਵਾਲਿਆਂ ਦਾ ਵੀ ਸ਼ਾਇਦ ਆਪਣਾ ਬ੍ਰੋਕਰ ਹੈਗਾ, ਜਿਹਦੇ ਰਾਹੀਂ ਆਪਾਂ ਸਟਾਕ ਬਾਈ ਸੈੱਲ ਕਰ ਸਕਦੇ ਹਾਂ। ਸੋ ਉਹਨਾਂ ਬ੍ਰੋਕਰਾਂ ਦਾ ਕੰਮ ਕੀ ਹੈ? ਸਿਰਫ ਆਪਣੀ ਹੈਲਪ ਕਰਨੀ। ਸੋ ਬ੍ਰੋਕਰ ਦਾ ਅਕਾਊਂਟ ਖੁੱਲਿਆ ਹੋਇਆ ਅੱਗੇ ਐਕਸਚੇਂਜ ਦੇ ਨਾਲ, ਆਪਾਂ ਅਕਾਊਂਟ ਖੋਲ ਲੈਣਾ ਆਪਣਾ
ਬ੍ਰੋਕਰ ਦੇ ਨਾਲ। ਸੋ ਹੁਣ ਆਪਣਾ ਇਹ ਕਿ ਅਕਾਊਂਟ ਕਿਹੜਾ ਖੋਲਣਾ, ਠੀਕ ਹੈ। ਸੋ ਦਿਸ ਇਜ਼ ਓਨਲੀ ਅਬਾਊਟ US ਕੈਨੇਡਾ ਜਾਂ ਤੁਹਾਡੇ ਵੀ ਜਿੱਥੇ ਰਹਿ ਰਹੇ ਹੋ ਤੁਸੀਂ ਸੇਮ ਚੀਜ਼ ਹੋਊਗੀ। RRSP 401k ਅਕਾਊਂਟ ਮੋਸਟਲੀ ਇਹ ਇਨਵੈਸਟਿੰਗ ਵਾਸਤੇ ਹੈ, ਜੇ ਲੌਂਗ ਟਰਮ ਇਨਵੈਸਟ ਕਰਨਾ। ਬਾਕੀ ਤੁਸੀਂ ਇਹਦੇ ਬਾਰੇ ਮੈਂ ਤੁਹਾਨੂੰ ਟੈਕਸ ਦੀ ਸਲਾਹ ਨਹੀਂ ਦੇਣੀ ਚਾਹੁੰਦਾ, ਪਰ ਇਹ ਹੈ ਕਿ ਤੁਸੀਂ ਟੈਕਸ ਬਾਰੇ ਥੋੜਾ ਜਿਹਾ ਦੇਖ ਲਿਓ ਇਹਨਾਂ ਦੇ ਕਿੱਦਾਂ ਕੰਮ ਕਰਦੇ ਆ, ਬਟ ਮੋਸਟਲੀ ਇਨਵੈਸਟਿੰਗ ਬਾਰੇ ਆਪਾਂ ਸੁਜੈਸਟ ਕਰਾਂਗੇ। TFSA ਰੌਥ IRA ਅਕਾਊਂਟ ਆ, ਮੋਸਟਲੀ ਇਨਵੈਸਟਿੰਗ ਬਾਰੇ ਆ। ਡੇ ਟ੍ਰੇਡਿੰਗ ਕਰਨੀ ਆ ਤੁਸੀਂ ਕੈਸ਼ ਅਕਾਊਂਟ ਖੋਲ ਸਕਦੇ ਹੋ, ਮਾਰਜਨ ਅਕਾਊਂਟ ਖੋਲ ਸਕਦੇ ਹੋ। ਸੋ ਇਹ ਦੋਵੇਂ ਅਕਾਊਂਟ ਜਿਹੜੇ ਆ ਇਹ ਤੁਹਾਨੂੰ ਡੇ ਟ੍ਰੇਡਿੰਗ ਦੇ ਵਿੱਚ ਹੈਲਪ ਕਰਨਗੇ। PDT ਰੂਲ ਜਿਹੜਾ USA ਦੇ ਵਿੱਚ ਹੁੰਦਾ ਮਾਰਜਨ ਅਕਾਊਂਟ ਤੇ, ਇਹਨੂੰ ਆਪਾਂ ਥੋੜਾ ਜਿਹਾ ਟੱਚ ਕਰਾਂਗੇ। ਸੋ ਜੇ ਤੁਸੀਂ USA ਦੇ ਵਿੱਚ ਹੋ ਤੇ ਉੱਥੇ ਮਾਰਜਨ ਅਕਾਊਂਟ ਦੇ ਵਿੱਚ ਜੇ ਤੁਸੀਂ ਡੇ ਟ੍ਰੇਡਿੰਗ ਕਰਨੀ ਆ, ਇਨਵੈਸਟਿੰਗ ਨਹੀਂ, ਇਨਵੈਸਟਿੰਗ ਕਰ ਸਕਦੇ ਹੋ। ਜੇ ਡੇ ਟ੍ਰੇਡਿੰਗ ਕਰਨੀ ਆ ਤੇ ਤੁਹਾਨੂੰ ਮਿਨੀਮਮ $25,000 ਚਾਹੀਦਾ ਹੁੰਦਾ ਅਕਾਊਂਟ ਦੇ ਵਿੱਚ, ਉਹ ਮੇਨਟੇਨ ਕਰਨਾ ਹੁੰਦਾ। ਜੇ ਨਹੀਂ ਕਰਦੇ ਤੇ ਤੁਸੀਂ ਵੀਕ ਦੇ ਵਿੱਚ ਸਿਰਫ 3 ਹੀ ਟ੍ਰੇਡਾਂ ਕਰ ਸਕਦੇ ਹੋ। ਸੋ ਇਸ ਲਈ ਜੇ ਡੇ ਟ੍ਰੇਡ ਕਰਨੀ ਆ $25,000 ਨਹੀਂ ਹੈਗਾ, ਕੈਸ਼ ਅਕਾਊਂਟ ਦੇ ਵਿੱਚ ਕਰ ਸਕਦੇ ਆ। ਸੋ ਮਾਰਜਨ ਅਕਾਊਂਟ ਤੁਹਾਡੀ ਹੈਲਪ ਉੱਥੇ ਨਹੀਂ ਕਰੂਗਾ। ਸੋ ਇੱਕ ਉਹਨਾਂ ਰੂਲ ਬਣਾਇਆ ਹੋਇਆ ਹੈ ਕਾਹਦੇ ਲਈ, ਲੋਕਾਂ ਦੇ ਬੈਨੀਫਿਟ ਲਈ, ਕਿ ਜਿਹਦੇ ਕੋਈ ਬੰਦੇ ਕੋਲ ਘੱਟ ਪੈਸੇ ਆ ਉਹ ਡੇ ਟ੍ਰੇਡਿੰਗ ਦੇ ਵਿੱਚ ਥੋੜੀ ਜਿਹੀ ਸਟਾਕ ਮਾਰਕੀਟ ਰਿਸਕੀ ਆ ਉਹਦੇ ਵਿੱਚ ਨਾ ਆਵੇ। ਪਰ ਤੁਹਾਨੂੰ ਪਤਾ ਕਿ ਬਹੁਤ ਲੋਕੀ ਸ਼ੈਤਾਨ ਨੇ, ਦੇ ਫਾਈਂਡ ਦਾ ਵਰਕ ਅਰਾਊਂਡ ਕਿ ਹਾਂਜੀ ਕਿੱਦਾਂ ਆਪਾਂ ਕਰ ਸਕਦੇ ਹਾਂ। ਤੇ PDT ਰੂਲ ਤੇ ਇੱਕ ਮੈਂ ਸਪੈਸ਼ਲ ਵੀਡੀਓ ਵੀ ਬਣਾਈ ਹੋਈ ਆ, ਜੇ ਤੁਸੀਂ ਆਪਣੇ YouTube ਤੇ ਜਾ ਕੇ ਦੇਖਣੀ ਆ ਉੱਥੇ ਦੇਖ ਸਕਦੇ ਹੋ ਕਿ ਕਿਹੜੇ ਤਰੀਕੇ ਨਾਲ ਤੁਸੀਂ PDT ਰੂਲ ਤੋਂ ਬਚ ਸਕਦੇ ਹੋ। ਪਰ ਇਹ ਬੇਸਿਕ ਜਿਹਾ ਕਿ PDT ਰੂਲ ਕੀ ਆ, $25,000 ਤੁਹਾਨੂੰ ਅਕਾਊਂਟ ਦੇ ਵਿੱਚ ਚਾਹੀਦਾ। ਜੇ ਨਹੀਂ ਆ ਤੇ ਤੁਸੀਂ ਮੈਕਸਿਮਮ 3 ਟ੍ਰੇਡਾਂ ਕਰ ਸਕਦੇ ਹੋ। ਉਸ ਤੋਂ ਬਾਅਦ ਤੁਹਾਨੂੰ ਪੈਟਰਨ ਡੇ ਟ੍ਰੇਡਰ ਦੀ ਵਾਰਨਿੰਗ ਆ ਜਾਣੀ ਹੈ। PDT ਰੂਲ ਦਾ ਮਤਲਬ ਪੈਟਰਨ ਡੇ ਟ੍ਰੇਡਰ, ਉਹਦੀ ਵਾਰਨਿੰਗ ਆ ਜਾਣੀ ਹੈ। ਫਿਰ ਜੇ ਤੁਸੀਂ ਟਰਾਈ ਕਰੋਗੇ ਵਾਰ-ਵਾਰ ਤੇ ਤੁਹਾਡਾ ਅਕਾਊਂਟ ਬਲੌਕ ਵੀ ਕਰ ਸਕਦੇ ਹੋ ਕਿ ਨਹੀਂ, ਤੁਹਾਨੂੰ ਅਸੀਂ ਟ੍ਰੇਡ ਹੀ ਨਹੀਂ ਕਰਨ ਦੇਣਾ। ਸਟਾਕ ਮਾਰਕੀਟ ਦੀ ਟਾਈਮਿੰਗ, ਸੋ ਦਿਸ ਇਜ਼ ਮੋਸਟਲੀ ਅਬਾਊਟ US ਸਟਾਕ ਮਾਰਕੀਟ। ਸੋ ਸਟਾਕ ਮਾਰਕੀਟ ਦੇ ਵਿੱਚ 3 ਤਰੀਕੇ ਦੇ ਆਵਰਸ ਹੁੰਦੇ ਨੇ, ਪ੍ਰੀ ਮਾਰਕੀਟ, ਰੈਗੂਲਰ ਆਵਰਸ ਤੇ ਆਫਟਰ ਆਵਰਸ। ਪ੍ਰੀ ਮਾਰਕੀਟ ਕੀ ਆ ਕਿ ਸਟਾਕ ਮਾਰਕੀਟ ਓਪਨ ਹੋਣ ਤੋਂ ਪਹਿਲਾਂ ਜਿਹੜੀ ਇੱਕ ਮਾਰਕੀਟ ਓਪਨ ਹੁੰਦੀ ਹੈ, ਠੀਕ ਹੈ। ਸੋ ਉਹਨੂੰ ਪ੍ਰੀ ਮਾਰਕੀਟ ਕਹਿ ਦਿੰਦੇ ਆ, ਜਿਹਦੀ ਟਾਈਮਿੰਗ ਹੈਗੀ ਹੈ 4 ਵਜੇ ਤੋਂ ਸਵੇਰੇ 9:30 ਵਜੇ ਤੱਕ ਈਸਟਰਨ ਟਾਈਮ। ਸੋ ਬਹੁਤ ਸਾਰੇ ਆਪਾਂ ਕਈ ਟ੍ਰੇਡ ਕਰਦੇ ਵੀ ਆ, ਪਰ ਆਪਾਂ ਨੂੰ ਤਾਂ ਵੀ ਟਾਈਮਿੰਗ ਐਗਜ਼ੈਕਟਲੀ ਪ੍ਰੀ ਮਾਰਕੀਟ ਦੀ ਨਹੀਂ ਪਤਾ ਹੁੰਦੀ। ਪਰ ਪ੍ਰੀ ਮਾਰਕੀਟ ਦੇ ਵਿੱਚ ਟ੍ਰੇਡਿੰਗ ਰਿਕਮੈਂਡਡ ਨਹੀਂ ਆ। ਕਾਰਨ ਕੀ ਆ, ਆਈ ਵਿਲ ਲੈਟ ਯੂ ਨੋ, ਜਦੋਂ ਆਪਾਂ ਅੱਗੇ ਚੱਲ ਗਏ ਤੁਹਾਨੂੰ ਪਤਾ ਲੱਗ ਜਾਣਾ। ਸੋ ਇਹ ਸਾਰੇ ਟਾਈਮ ਹੈਗੇ ਨੇ ਟੋਰਾਂਟੋ ਟਾਈਮ ਜਾਂ ਨਿਊਯਾਰਕ ਦਾ ਟਾਈਮ। ਰੈਗੂਲਰ ਆਵਰਸ ਕਿਹੜੇ ਨੇ, ਜਦੋਂ ਆਫੀਸ਼ੀਅਲੀ ਮਾਰਕੀਟ ਓਪਨ ਹੁੰਦੀ ਹੈ 9:30 ਵਜੇ ਤੋਂ 4 ਵਜੇ ਤੱਕ। ਸੋ 9:30 ਵਜੇ ਸਵੇਰੇ ਤੋਂ 4 ਵਜੇ ਤੱਕ ਸ਼ਾਮੀ ਈਸਟਰਨ ਟਾਈਮ, ਅਗੇਨ ਟੋਰਾਂਟੋ ਦਾ ਟਾਈਮ, ਨਿਊਯਾਰਕ ਦਾ ਟਾਈਮ। ਤੇ ਆਫਟਰ ਆਵਰਸ ਕਿਹੜੇ ਨੇ, 4 ਤੋਂ 8 ਵਜੇ ਤੱਕ, ਠੀਕ ਹੈ। ਸੋ ਇਹ ਵੀ ਅਗੇਨ ਉਹੀ ਟਾਈਮ ਆ। ਤੇ ਆਫਟਰ ਆਵਰ ਦੇ ਵਿੱਚ ਵੀ ਟ੍ਰੇਡਿੰਗ ਰਿਕਮੈਂਡਡ ਨਹੀਂ ਆ, ਤੇ ਤੁਸੀਂ ਰੈਗੂਲਰ ਆਵਰਸ ਦੇ ਵਿੱਚ ਹੀ ਟ੍ਰੇਡ ਕਰ ਸਕਦੇ ਹੋ, ਉਹ ਜ਼ਿਆਦਾ ਵਧੀਆ, 9:30 ਤੋਂ 4 ਵਜੇ ਤੱਕ। ਹੁਣ ਜਿਹੜੀਆਂ ਮੋਸਟਲੀ ਨਿਊਜ਼ ਆਉਂਦੀਆਂ ਨੇ ਸਟਾਕ ਮਾਰਕੀਟ ਦੇ ਵਿੱਚ, ਕਿਸੇ ਕੰਪਨੀ ਦੀ ਅਰਨਿੰਗ ਆਉਂਦੀ ਆ। ਅਰਨਿੰਗ ਕੀ ਹੁੰਦੀ ਹੈ ਕਿ ਕੰਪਨੀ ਦੱਸਦੀ ਕਿ ਸਾਡੇ ਪਿਛਲੇ 3 ਮਹੀਨਿਆਂ ਦੇ ਪੈਸੇ ਕਿੱਦਾਂ ਆ, ਜਾਂ ਹੋਰ ਕਿਸੇ ਕੰਪਨੀ ਦਾ ਕੋਈ ਨਵਾਂ ਕੰਟਰੈਕਟ ਬਣਿਆ ਵਾ, ਕਿਸੇ ਦਾ ਕੋਈ ਕੰਟਰੈਕਟ ਡਿਕਲਾਈਨ ਹੋਇਆ, ਕੈਂਸਲ ਹੋਇਆ, ਕੁਝ ਵੀ ਆ। ਮੋਸਟਲੀ ਨਿਊਜ਼ ਪ੍ਰੀ ਮਾਰਕੀਟ ਤੇ ਆਫਟਰ ਮਾਰਕੀਟ ਦੇ ਵਿੱਚ ਹੀ ਆਉਂਦੀਆਂ। ਤਾਂ ਕਰਕੇ ਆਪਾਂ ਨੂੰ ਪ੍ਰੀ ਮਾਰਕੀਟ 'ਚ ਸਟੱਡੀ ਕਰੋ ਤੁਸੀਂ ਮਾਰਕੀਟ ਨੂੰ, ਆਫਟਰ ਮਾਰਕੀਟ 'ਚ ਸਟੱਡੀ ਕਰੋ, ਡਿਊਰਿੰਗ ਦਾ ਰੈਗੂਲਰ ਆਵਰ ਉਹਨੂੰ ਟ੍ਰੇਡ ਕਰ ਸਕਦੇ ਹੋ। ਕਈ ਨਿਊਜ਼ ਡਿਊਰਿੰਗ ਦਾ ਰੈਗੂਲਰ ਆਵਰਸ ਵੀ ਆਉਂਦੀਆਂ, ਪਰ ਮੋਸਟਲੀ ਨਿਊਜ਼ ਆਪਣੀਆਂ ਪ੍ਰੀ ਮਾਰਕੀਟ ਤੇ ਆਫਟਰ ਮਾਰਕੀਟ ਦੇ ਵਿੱਚ ਆਉਂਦੀਆਂ। ਸੋ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਬਹੁਤ ਸਾਰਾ ਸਟੱਫ ਇੱਥੇ ਬੇਸਿਕ ਆ। ਸੋ ਮੇਕ ਸ਼ੋਰ ਇਫ ਯੂ ਵਾਂਟ ਟੂ ਲਰਨ ਯੂ ਸਟੇ ਟਿਲ ਦਾ ਐਂਡ ਐਂਡ ਵਾਚ ਟਿਲ ਦਾ ਐਂਡ, ਜਿਹੜਾ ਆਪਾਂ ਕਰ ਰਹੇ ਹਾਂ। ਤੇ ਹੁਣ ਕਹਿੰਦਾ ਸਟਾਕ ਨੂੰ ਬਾਏ ਕਿੱਦਾਂ ਕਰਨਾ, ਬਹੁਤ ਸਿੰਪਲ ਆ। ਤੁਸੀਂ ਆਪਣੀ ਬ੍ਰੋਕਰੇਜ ਦੇ ਨਾਲ ਅਕਾਊਂਟ ਓਪਨ ਕਰ ਲੈਣਾ। ਅਕਾਊਂਟ ਤੁਹਾਨੂੰ ਮੈਂ ਦੱਸਤਾ, ਕੈਸ਼ ਜਾਂ ਮਾਰਜਨ ਦੇ ਡੇ ਟ੍ਰੇਡਿੰਗ ਵਗੈਰਾ ਕਰਨੀ ਆ, ਲੌਂਗ ਟਰਮ ਇਨਵੈਸਟ ਕਰਨੀ ਆ, RRSP TFSA ਵੀ ਕਰ ਸਕਦੇ ਹੋ। ਸੋ ਡੇ ਟ੍ਰੇਡਿੰਗ ਤੇ ਇਨਵੈਸਟਿੰਗ ਤੇ ਉਹਦੇ ਵਿੱਚ ਫਰਕ ਕੀ ਆ, ਉਹਦੇ ਬਾਰੇ ਵੀ ਤੁਹਾਨੂੰ ਮੈਂ ਅੱਗੇ ਡੀਟੇਲ 'ਚ ਦੱਸ ਦੂੰਗਾ। ਸੋ ਕਹਿੰਦਾ ਸਟਾਕ ਬਾਏ ਕਿੱਦਾਂ ਕਰਨੀ ਆ। ਜਦੋਂ ਤੁਸੀਂ ਬ੍ਰੋਕਰ ਦੇ ਨਾਲ ਅਕਾਊਂਟ ਖੋਲ ਲਿਆ, ਸਿੰਪਲ ਜਿਹਾ ਕੰਮ ਆ। ਹੁਣ ਮੰਨ ਲਓ ਕਿ ਮੈਂ AMD ਦਾ ਸਟਾਕ ਆਹ ਵਾਲਾ ਬਾਏ ਕਰਨਾ ਆ। ਤੁਸੀਂ ਕੀ ਕਰਨਾ, ਉੱਥੇ ਪਾ ਦੇਣਾ ਸਟਾਕ ਦਾ ਨਾਮ, ਠੀਕ ਹੈ। ਕਿੰਨੇ ਸਟਾਕ ਬਾਏ ਕਰਨੇ, ਇੱਥੇ ਤੁਸੀਂ ਕਲਿੱਕ ਕਰ ਦੇਣਾ ਬਾਏ ਤੇ। ਸੋ ਲੈਟ ਮੀ ਬ੍ਰਿੰਗ ਦਿਸ ਪੈਨ ਅਪ। ਸੋ ਸਟਾਕ ਦਾ ਨਾਮ ਪਾਤਾ, $86.62 ਤੇ ਚੱਲ ਰਿਹਾ ਰਾਈਟ ਨਾਓ। ਤੁਸੀਂ ਕਰਨਾ ਬਾਏ ਤੇ ਕਲਿੱਕ, ਕਿੰਨੇ ਸਟਾਕ ਬਾਏ ਕਰਨੇ, ਕੁਆਂਟੀਟੀ ਫਿਲ ਕਰਤੀ ਤੇ ਉਸ ਤੋਂ ਬਾਅਦ ਸਬਮਿਟ ਕਰ ਦੇਣਾ ਤੇ ਸਟਾਕ ਤੁਹਾਡੇ ਬਾਏ ਹੋ ਜਾਣੇ ਆ। ਇਦਾਂ ਹੀ ਜਦੋਂ ਸੈੱਲ ਕਰਨਾ ਸਿੰਪਲ ਆ, ਤੁਸੀਂ ਸੈੱਲ ਤੇ ਕਲਿੱਕ ਕਰ ਦੇਣਾ, ਠੀਕ ਹੈ। ਕੁਆਂਟੀਟੀ ਕਿੰਨੀ ਸੈੱਲ ਕਰਨੀ ਹੈ, ਸਬਮਿਟ ਕਰ ਦੇਣਾ, ਸਟਾਕ ਨੇ ਸੈੱਲ ਹੋ ਜਾਣਾ। ਸੋ ਉਹ ਬ੍ਰੋਕਰ ਨੇ ਸਾਰਾ ਕੁਝ ਤੁਹਾਡਾ ਆਪਣੇ ਆਪ ਹੀ ਕਰ ਦੇਣਾ। ਹੁਣ ਲੌਂਗ ਟ੍ਰੇਡ ਕੀ ਹੁੰਦੀ ਹੈ ਜੀ। ਸੋ ਲੌਂਗ ਤੋਂ ਬਾਅਦ ਆਪਾਂ ਇੱਕ ਗੱਲਬਾਤ ਕਰਨੀ ਹੈ ਸ਼ਾਰਟ ਟ੍ਰੇਡ ਦੀ, ਜਿਹੜੀ ਕਿ ਬਹੁਤ ਸਾਰਿਆਂ ਨੂੰ ਨਹੀਂ ਪਤਾ ਹੁੰਦਾ। ਜਦੋਂ ਈਵਨ ਕਿ ਮੈਂ ਵੀ ਮਾਰਕੀਟ ਦੇ ਵਿੱਚ ਆਇਆ ਸੀ, ਮੈਨੂੰ ਵੀ ਕਾਫੀ ਟਾਈਮ ਲਈ ਨਹੀਂ ਹੀ ਪਤਾ ਲੱਗਾ ਕਿ ਸ਼ਾਰਟ ਟ੍ਰੇਡ ਕੀ ਹੁੰਦੀ ਹੈ। ਪਰ ਸਭ ਤੋਂ ਪਹਿਲਾਂ ਲੌਂਗ ਟ੍ਰੇਡ ਦੇਖਦੇ ਹਾਂ। ਲੌਂਗ ਟ੍ਰੇਡ ਦਾ ਸਿੰਪਲ ਜਿਹਾ ਮਤਲਬ ਆ,
ਬਾਏ ਲੋ ਸੈਲ ਹਾਈ। ਸੋ ਫੋਰ ਐਗਜ਼ਾਮਪਲ ਆਪਾਂ ਦੇਖ ਲਈਏ ਕਿ ਕੋਈ ਵੀ ਸਟਾਕ ਜਿਹੜਾ ਆ ਉਹ $10 ਤੇ ਟ੍ਰੇਡ ਕਰ ਰਿਹਾ, ਤੁਸੀਂ ਕਹਿੰਦੇ ਕਿ ਮੈਂ ਇਹਦੇ ਵਿੱਚ ਪ੍ਰੋਫਿਟ ਬਣਾਉਣਾ, ਤੁਸੀਂ ਇਹਨੂੰ ਬਾਏ ਕਰ ਲੈਣਾ, ਠੀਕ ਹੈ। ਤੇ ਜਦੋਂ ਇਹ $15 ਤੇ ਚਲ ਗਿਆ ਤੁਸੀਂ ਇਹਨੂੰ ਸੈੱਲ ਕਰ ਦੇਣਾ, ਤੇ ਜਿਹੜੇ ਇਹਦੇ ਵਿੱਚ $5 ਨੇ ਇਹ ਤੁਹਾਡਾ $5 ਦਾ ਕੀ ਹੋ ਗਿਆ, ਪ੍ਰੋਫਿਟ ਬਣ ਗਿਆ, ਠੀਕ ਹੈ। ਸੋ ਸਿੰਪਲ ਕੰਮ ਹੈ। ਇੱਥੇ ਤੁਹਾਨੂੰ ਮੈਂ ਦੱਸਿਆ ਜਿੱਦਾਂ ਹੁਣ $86 ਤੇ 62 ਸੈਂਟ ਦਾ ਸਟਾਕ ਹੈ, ਇਹਨੂੰ ਬਾਏ ਕਰ ਲਿਆ, 50 ਸਟਾਕ ਬਾਏ ਕਰ ਲਏ, ਸਬਮਿਟ ਕਰਤਾ। ਜਦੋਂ ਇਹ $86 78 ਸੈਂਟ ਦਾ ਹੋਇਆ, ਜਾਣੀ ਕਿ 16 ਸੈਂਟ ਦਾ ਡਿਫਰੈਂਸ ਆ। ਸੋ ਜਦੋਂ ਮੈਂ ਸਕਰੀਨਸ਼ਾਟ ਲੈ ਰਿਹਾ ਸੀ, ਜ਼ਿਆਦਾ ਮੂਵ ਨਹੀਂ ਕੀਤਾ ਸਟਾਕ, ਬਟ ਸਟਿਲ ਆਈ ਵਾਂਟ ਟੂ ਸ਼ੋ ਦਾ ਡਿਫਰੈਂਸ, ਤੇ ਉੱਥੇ ਆਪਾਂ ਸੈੱਲ ਕਰ ਦੇਣਾ ਤੇ ਆਪਾਂ ਨੂੰ ਇੱਕ ਸਟਾਕ ਪਿੱਛੇ 12 ਸੈਂਟ ਬਣ ਗਏ। ਸੋ ਡਿਪੈਂਡ ਕਰਦਾ, ਹੁਣ ਜੇ ਇਹੀ ਸਟਾਕ $1 ਮੂਵ ਕਰ ਜਾਂਦਾ ਤੁਹਾਨੂੰ ਇੱਕ ਸਟਾਕ ਦੇ ਵਿੱਚ $1 ਬਣ ਜਾਣਾ ਸੀ, ਠੀਕ ਹੈ। ਤੇ ਜੇ 50 ਸਟਾਕ ਆ ਤੇ ਤੁਹਾਡੇ $50 ਬਣ ਜਾਣੇ ਸੀ। ਸੋ ਇਸ ਤਰੀਕੇ ਨਾਲ ਇਹਨੂੰ ਲੌਂਗ ਟ੍ਰੇਡ ਕਹਿ ਦਿੰਦੇ ਆ, ਕਿ ਜਦੋਂ ਆਪਾਂ ਸਟਾਕ ਨੂੰ ਸਸਤਾ ਬਾਏ ਕਰਕੇ ਤੇ ਮਹਿੰਗਾ ਸੈੱਲ ਕਰ ਦਿੰਦੇ ਆ। ਸੋ ਦਿਸ ਇਜ਼ ਕਾਲਡ ਲੌਂਗ ਟ੍ਰੇਡ। ਸੋ ਦਿਸ ਇਜ਼ ਵੈਰੀ ਸਿੰਪਲ। ਤੁਹਾਨੂੰ ਸਿੰਪਲ ਜਿਹਾ ਪਤਾ ਕਿ ਕੋਈ ਸਸਤੀ ਚੀਜ਼ ਲਈ ਤੇ ਮਾਰਕੀਟ ਦੇ ਵਿੱਚ ਮਹਿੰਗੀ ਵੇਚੀ, ਤੁਸੀਂ ਕੋਈ ਸਸਤੀ ਜਿਹੀ ਚੀਜ਼ ਲਿਆ ਕੇ ਤੇ ਫੇਸਬੁੱਕ ਤੇ ਮਹਿੰਗੀ ਵੇਚ ਦਿਓ, ਬੇਸਿਕਲੀ ਤੁਸੀਂ ਕਹਿ ਦੋਗੇ ਉਹਨੂੰ ਮੈਂ ਲੌਂਗ ਟ੍ਰੇਡ ਕੀਤਾ ਹੋਇਆ। ਪਰ ਸ਼ਾਰਟ ਟ੍ਰੇਡ ਕੀ ਹੁੰਦੀ ਆ? ਸ਼ਾਰਟ ਟ੍ਰੇਡ ਆ ਕਿ ਜਦੋਂ ਕੋਈ ਚੀਜ਼ ਮਹਿੰਗੀ ਆ ਤੇ ਤੁਸੀਂ ਉਹਨੂੰ ਪਹਿਲਾਂ ਸੈੱਲ ਕਰ ਦੇਣਾ। ਥੋੜਾ ਜਿਹਾ ਟ੍ਰਿਕੀ ਹੋਊਗਾ ਪਰ ਤੁਹਾਨੂੰ ਸਮਝ ਲੱਗ ਜਾਣਾ, ਬਹੁਤ ਈਜ਼ੀ ਆ। ਸੋ ਥੋੜੀ ਜਿਹੀ ਜਦੋਂ ਚੀਜ਼ ਕੋਈ ਮਹਿੰਗੀ ਆ, ਮੰਨ ਲਓ ਕਿ ਕੋਈ ਸਟਾਕ ਆ $20 ਦਾ ਫੋਰ ਐਗਜ਼ਾਮਪਲ, ਤੇ ਤੁਹਾਨੂੰ ਲੱਗਦਾ ਕਿ ਮਾਰਕੀਟ ਦੇ ਵਿੱਚ ਇਸ ਕੰਪਨੀ ਦੀ ਕੋਈ ਨਾ ਕੋਈ ਨੈਗੇਟਿਵ ਨਿਊਜ਼ ਆਈ ਹੈ, ਇਹਨੇ ਥੱਲੇ ਡਿੱਗਣਾ, ਤੇ ਹੁਣ ਮੈਂ ਪੈਸੇ ਕਿੱਦਾਂ ਬਣਾਵਾਂ? ਕਿਉਂਕਿ ਨੈਗੇਟਿਵ ਨਿਊਜ਼ ਆ ਗਈ, ਮਾਰਕੀਟ ਨੇ ਥੱਲੇ ਡਿੱਗਣਾ, ਤੁਸੀਂ ਪੈਸੇ ਕਿੱਦਾਂ ਬਣਾਓਗੇ? ਤੁਸੀਂ $20 ਤੇ ਪਹਿਲਾਂ ਇਹਨੂੰ ਸ਼ਾਰਟ ਕਰ ਦੇਣਾ। ਉਹਨੂੰ ਆਪਾਂ ਕਹਿ ਦਿੰਦੇ ਕਿ ਬੇਸਿਕਲੀ ਤੁਸੀਂ ਪਹਿਲਾਂ ਇਹਨੂੰ ਸੈੱਲ ਕਰ ਦੇਣਾ ਸਟਾਕ ਨੂੰ ਮਾਰਕੀਟ 'ਚ। ਹੁਣ ਤੁਹਾਡਾ ਕੁਐਸਚਨ ਇਹ ਆਉਂਦਾ, ਡਾਊਟ ਸਾਰਿਆਂ ਨੂੰ, ਕਿ ਸੈੱਲ ਆਪਾਂ ਕਿੱਦਾਂ ਕਰਾਂਗੇ, ਆਪਣੇ ਤੋਂ ਸਟਾਕ ਹੈ ਹੀ ਨਹੀਂ। ਤੁਸੀਂ ਕੀ ਕਰਨੇ ਆ, ਆਪਣੇ ਬ੍ਰੋਕਰ ਕੋਲੋਂ, ਠੀਕ ਹੈ, ਫੋਰ ਐਗਜ਼ਾਮਪਲ ਇੰਟਰੈਕਟਿਵ ਬ੍ਰੋਕਰ ਦਾ ਅਕਾਊਂਟ ਆ ਤੁਹਾਡੇ ਕੋਲ, ਉਹਦੇ ਕੋਲ ਤੁਸੀਂ ਬੋਰੋ ਕਰ ਲੈਣੇ ਆ ਵੀ ਬਾਈ ਮੈਨੂੰ ਸਟਾਕ ਚਾਹੀਦੇ ਆ ਉਧਾਰੇ। ਤੇ ਜੇ ਬ੍ਰੋਕਰ ਦੇ ਕੋਲ ਹੋਏ ਤੇ ਉਹਨੇ ਤੁਹਾਨੂੰ ਉਧਾਰੇ ਸਟਾਕ ਦੇ ਦੇਣੇ ਆ, ਤੁਸੀਂ ਚੱਕ ਕੇ ਉਹ ਮਾਰਕੀਟ 'ਚ ਸੈੱਲ ਕਰ ਦੇਣੇ ਆ। ਹੁਣ ਜਦੋਂ ਉਹ ਸਟਾਕ ਹੋ ਗਏ ਸਸਤੇ, ਮੰਨ ਲਓ ਇਹ ਸਟਾਕ ਆ ਜਾਂਦਾ $15 ਤੇ, ਪ੍ਰਾਈਸ ਘਟ ਜਾਂਦਾ, ਤੇ ਤੁਸੀਂ ਕੀ ਕਰਨਾ ਕਿ ਇਹ ਸਟਾਕ ਬਾਏ ਕਰਕੇ ਤੇ ਵਾਪਸ ਉਹਨੂੰ ਰਿਟਰਨ ਕਰ ਦੇਣੇ ਆ। ਤੇ ਜਿੰਨਾ ਇਹਦਾ ਪ੍ਰਾਈਸ ਘਟਿਆ, ਇੱਥੇ $5 ਘਟ ਗਿਆ, ਉਹ $5 ਤੁਹਾਡਾ ਪ੍ਰੋਫਿਟ ਆ। ਸੋ ਇਹ ਸ਼ਾਰਟ ਟ੍ਰੇਡ ਕਰ ਦਿੱਤੀ। ਪਹਿਲਾਂ ਆਪਾਂ ਕਰਤੀ ਸੈਲ ਟੂ ਓਪਨ ਤੇ ਬਾਈ ਟੂ ਕਲੋਜ਼, ਕਿ ਪਹਿਲਾਂ ਜਦੋਂ ਆਪਾਂ ਟ੍ਰੇਡ ਦੇ ਵਿੱਚ ਗਏ ਆਪਾਂ ਉਹਨੂੰ ਸੈੱਲ ਕਰਤਾ, ਤੇ ਜਦੋਂ ਉਹ 'ਚੋਂ ਬਾਅਦ 'ਚ ਨਿਕਲੇ ਇੱਥੇ ਬਾਟਮ ਤੇ ਆਪਾਂ ਉਹਨੂੰ ਬਾਏ ਕਰ ਲੈਣਾ। ਇਹਨੂੰ ਸ਼ਾਰਟ ਕਹਿ ਦਿੰਦੇ ਆ। ਤੇ ਬਹੁਤ ਸਾਰੀ ਅਪਰਚੁਨਿਟੀ ਟ੍ਰੇਡਿੰਗ ਦੇ ਵਿੱਚ ਆਪਾਂ ਸ਼ੁਰੂ ਤੋਂ ਮਿਸ ਕਰ ਜਾਂਦੇ ਆ। ਜਦੋਂ ਮੈਂ ਵੀ ਟ੍ਰੇਡਿੰਗ ਦੇ ਵਿੱਚ ਆਇਆ ਕਿ ਮੈਨੂੰ ਲੱਗਦਾ ਸ਼ਾਇਦ ਉੱਪਰ ਨੂੰ ਜਾਂਦੀ ਮਾਰਕੀਟ ਉਦੋਂ ਹੀ ਪੈਸੇ ਬਣਦੇ ਆ, ਪਰ ਇਦਾਂ ਨਹੀਂ ਆ। ਮਾਰਕੀਟ ਥੱਲੇ ਨੂੰ ਡਿੱਗਦੀ ਉਦੋਂ ਵੀ ਪੈਸੇ ਬਣਦੇ ਆ। 2022 ਦੇ ਵਿੱਚ ਜਿਹੜੇ 80%, ਜ਼ਿਆਦਾ ਨਹੀਂ ਮੈਂ ਕਹਿ ਰਿਹਾ, 80% ਟ੍ਰੇਡਿੰਗ ਕੀਤੀ ਆਪਣੇ ਨਾਲ ਸਾਰਿਆਂ ਨੇ। ਮੋਸਟਲੀ ਮੈਂ ਇੰਨਾ ਕੁ ਕਹਿ ਸਕਦਾ ਕਿ ਉਹ ਸ਼ਾਰਟ ਦੇ ਵਿੱਚ ਹੀ ਕੀਤੀ ਆ, ਕਿ ਜਦੋਂ ਸਟਾਕ ਥੱਲੇ ਡਿੱਗਦੇ ਆ ਉਦੋਂ ਉਹਨਾਂ ਨੂੰ ਸ਼ਾਰਟ ਕਰਕੇ ਪੈਸੇ ਬਣਾਏ ਆ। ਤੇ ਤੁਸੀਂ ਦੋਵੇਂ ਪਾਸੇ ਹੀ ਸਟਾਕ ਮਾਰਕੀਟ ਦੇ ਵਿੱਚ ਪ੍ਰੋਫਿਟ ਬਣਾ ਸਕਦੇ ਹੋ, ਜਦੋਂ ਥੱਲੇ ਡਿੱਗਦਾ ਉਦੋਂ ਉਹਨੂੰ ਸ਼ਾਰਟ ਕਰਕੇ। ਹੁਣ ਸ਼ਾਰਟ ਕਰਨ ਦੇ ਵਿੱਚ ਥੋੜਾ ਜਿਹਾ ਇੱਕ ਰਿਸਕ ਹੈਗਾ ਆ। ਉਹ ਕੀ ਰਿਸਕ ਆ? ਕਿਉਂਕਿ ਕੋਈ ਵੀ ਸਟਾਕ ਜਦੋਂ $20 ਦਾ, ਉਹ ਬਾਟਮ ਤੇ 0 ਤੱਕ ਆ ਸਕਦਾ, ਜਾਣੀ ਕਿ $20 ਤੁਹਾਨੂੰ ਪ੍ਰੋਫਿਟ ਬਣ ਸਕਦਾ। ਮੰਨ ਲਓ $20 ਤੇ ਤੁਸੀਂ ਸ਼ਾਰਟ ਕਰਤਾ, ਥੱਲੇ ਡਿੱਗ ਗਿਆ ਤੇ ਤੁਹਾਨੂੰ $20 ਦਾ ਪ੍ਰੋਫਿਟ ਬਣ ਜਾਣਾ। ਪਰ ਜੇ ਉੱਪਰ ਜਾਣ ਲੱਗ ਗਿਆ ਤੇ ਉਹ ਇਨਫਿਨਿਟੀ ਆ, ਕਿਤੇ ਵੀ ਜਾ ਸਕਦਾ, ਉਹਦਾ ਐਂਡ ਹੈ ਨਹੀਂ ਕੋਈ। ਇਸ ਕਰਕੇ ਤੁਸੀਂ ਆਲਵੇਜ਼ ਕੀ ਆ ਕਿ ਆਪਣੀ ਰਿਸਕ ਮੈਨੇਜਮੈਂਟ ਕਰਨੀ ਆ, ਜਿਹਦੇ ਬਾਰੇ ਅੱਗੇ ਆਪਾਂ ਗੱਲਬਾਤ ਕਰਨੀ ਆ। ਤੁਹਾਨੂੰ ਮੈਂ ਦੱਸਣਾ ਕਿ ਰਿਸਕ ਮੈਨੇਜਮੈਂਟ ਹੁੰਦੀ ਕੀ ਹੈ, ਕਿ ਜਦੋਂ ਵੀ ਸ਼ਾਰਟ ਕਰ ਰਹੇ ਹੋ ਬਹੁਤ ਧਿਆਨ ਦੇ ਨਾਲ, ਰਿਸਕ ਹੈਗਾ ਸ਼ਾਰਟ ਦੇ ਵਿੱਚ ਜ਼ਿਆਦਾ। ਸੋ ਇਸ ਕਰਕੇ ਉਹਨੂੰ ਕੀ ਹੈ ਕਿ ਸੈੱਲ ਹਾਈ ਤੇ ਬਾਏ ਲੋ ਕਰਨਾ, ਪਰ ਜੇ ਉਹ ਹਾਈ ਦਾ ਹਾਈ ਜਾਣ ਲੱਗ ਗਿਆ ਤੇ ਉਹ ਤੁਹਾਨੂੰ ਘਾਟਾ ਪੈਣਾ ਸ਼ੁਰੂ ਹੋ ਜਾਣਾ। ਸੋ ਇਸ ਤਰੀਕੇ ਨਾਲ ਥੋੜਾ ਜਿਹਾ ਧਿਆਨ ਦੇ ਨਾਲ ਜਦੋਂ ਵੀ ਸ਼ਾਰਟ ਕਰਦੇ ਹੋ ਤੇ ਉਹਦੇ ਕੋਲ ਬਚ ਕੇ। ਸ਼ਾਰਟ ਦੇ ਵਿੱਚ ਸਿੰਪਲ ਜਿਹਾ ਕੰਮ ਕੀ ਹੈ, ਪਹਿਲਾਂ ਤੁਸੀਂ ਸੈੱਲ ਕਰ ਦੇਣਾ, ਠੀਕ ਹੈ, ਜਿੰਨੇ ਵੀ ਸਟਾਕ ਕਰਨੇ ਆ 10 20 50 ਸਬਮਿਟ। ਤੇ ਜਦੋਂ ਸਟਾਕ ਥੱਲੇ ਡਿੱਗ ਗਿਆ ਤੁਸੀਂ ਉਦੋਂ ਸਿੰਪਲ ਬਾਏ ਵਾਲਾ ਬਟਨ ਨੱਪ ਕੇ ਤੇ ਉਹਦੇ ਵਿੱਚੋਂ ਬਾਹਰ ਨਿਕਲ ਆਉਣਾ। ਤੇ ਜਿੱਦਾਂ ਦੇਖੋ ਹੁਣ ਆਪਣਾ ਬ੍ਰੋਕਰ ਆ ਇਹ ਦੱਸ ਦਿੰਦਾ, ਕਈ ਬ੍ਰੋਕਰਾਂ ਤੇ ਇਹ ਚੀਜ਼ ਆਉਂਦੀ ਹੈ ਕਿ ਸਟਾਕ ਜਿਹੜਾ ਇਹ ਸ਼ਾਰਟੇਬਲ ਹੈਗਾ ਜਾਂ ਨਹੀਂ। ਸਾਰੇ ਸਟਾਕ ਜਿਹੜੇ ਉਹ ਸ਼ਾਰਟੇਬਲ ਨਹੀਂ ਹੁੰਦੇ, ਕਈ ਹੁੰਦੇ ਆ ਕਈ ਨਹੀਂ ਹੁੰਦੇ। ਕਈ ਹੋਣਗੇ ਸ਼ਾਰਟੇਬਲ, ਤੁਹਾਡੇ ਬ੍ਰੋਕਰ ਕੋਲ ਅਵੇਲੇਬਲ ਨਹੀਂ ਹੋਣੇ ਤੇ ਉਹ ਤੁਹਾਨੂੰ ਦੁਬਾਰੇ ਨਹੀਂ ਦਊਗਾ, ਉਹਨੇ ਕਹਿਣਾ ਮੇਰੇ ਤੋਂ ਹੀ ਹੈ ਨਹੀਂ। ਜੇ ਹੋਏ ਵੀ ਉਹਦੇ ਕੋਲ ਤੇ ਹੋ ਸਕਦਾ ਲੋਕੀ ਜਿਹੜੇ ਬਾਕੀ ਟ੍ਰੇਡਰ ਆ ਤੁਹਾਡੇ ਤੋਂ ਪਹਿਲਾਂ ਜਾ ਕੇ ਉਹ ਤੋਂ ਬੋਰੋ ਕਰ ਲੈਣ ਤੇ ਉਹਦੇ ਕੋਲ ਪਿੱਛੇ ਬਚੇ ਕੋਈ ਨਾ। ਸੋ ਇਸ ਤਰੀਕੇ ਨਾਲ ਸ਼ਾਰਟ ਦੇ ਵਿੱਚ ਥੋੜਾ ਜਿਹਾ ਧਿਆਨ ਦੇ ਨਾਲ। ਗੁੱਡਾ ਜੀ, ਸੋ ਇੱਕ ਆਪਾਂ ਟੌਪਿਕ, ਹਾਂਜੀ, ਸੋ ਇੱਥੋਂ ਤੱਕ। ਕੋਈ ਹੋਰ ਕੁਐਸਚਨ ਹੋਵੇ ਕਿਸੇ ਦਾ? ਸੋ ਲੈਟ ਮੀ ਸੀ, IPO ਸਟਾਰਟ ਲਈ ਕੰਪਨੀ ਦਾ ਕਿੰਨੇ ਦਾ ਬਿਜ਼ਨਸ ਹੋਣਾ ਚਾਹੀਦਾ? ਸੋ IPO ਸਟਾਰਟ ਲਈ ਕੰਪਨੀ ਦਾ ਬਿਜ਼ਨਸ ਐਗਜ਼ੈਕਟ ਭਾਜੀ ਪਤਾ ਨਹੀਂ। ਆਈ ਥਿੰਕ
11 ਔਰ 12.5 ਮਿਲੀਅਨ ਕੁਛ ਇਦਾਂ ਸੀ, ਪਰ ਮੈਨੂੰ ਐਗਜ਼ੈਕਟ ਪਤਾ ਨਹੀਂ ਹੈ। ਹੋਪਫੁਲੀ ਉਹ ਗਲਤ ਕੋਈ ਹੋਰ ਅਮਾਊਂਟ ਮੇਰੇ ਦਿਮਾਗ 'ਚ ਹੋਵੇ, ਪਰ ਐਗਜ਼ੈਕਟ ਨਹੀਂ ਪਤਾ। ਕੈਸ਼ ਵਰਸਸ ਮਾਰਜਨ। ਸੋ ਮਾਰਜਨ ਅਕਾਊਂਟ ਦੇ ਵਿੱਚ ਕੀ ਹੁੰਦਾ ਜੀ? ਹਾਂਜੀ ਭਾਜੀ ਉਹਨਾਂ ਦਾ ਕੁਐਸਚਨ ਆ ਕਿ ਕੈਸ਼ ਤੇ ਮਾਰਜਨ ਦੇ ਵਿੱਚ ਕੀ ਫਰਕ ਆ। ਮਾਰਜਨ ਅਕਾਊਂਟ ਦਾ ਸਿੰਪਲ ਜਿਹਾ ਇੰਨਾ ਕੰਮ ਆ ਕਿ ਤੁਸੀਂ ਉਹਨਾਂ ਤੋਂ ਉਧਾਰੀ ਪੈਸੇ ਲੈ ਕੇ ਤੇ ਟਰੇਡ ਕਰ ਸਕਦੇ ਹੋ ਆਪਣੇ ਬ੍ਰੋਕਰ ਤੋਂ। ਸੋ ਇਹ ਮਾਰਜਨ ਅਕਾਊਂਟ ਦੇ ਵਿੱਚ ਡਿਫਰੈਂਸ ਆ। ਕੈਸ਼ ਦੇ ਵਿੱਚ ਤੁਹਾਡੇ ਆਪਣੇ ਆ, ਮਾਰਜਨ ਦੇ ਵਿੱਚ ਉਹਨਾਂ ਤੋਂ ਉਧਾਰੀ ਲੈ ਸਕਦੇ ਹੋ। ਕੈਨੇਡਾ ਦੇ ਵਿੱਚ PDT ਰੂਲ ਨਹੀਂ ਹੈਗਾ ਜੀ। ਵੈਰੀ ਨਾਈਸਲੀ ਐਕਸਪਲੇਨਡ, ਥੈਂਕ ਯੂ ਜੀ। ਭਾਜੀ ਸ਼ਾਰਟ ਇਜ਼ ਸੇਮ ਐਜ਼ ਅ ਪੁੱਟ ਆਪਸ਼ਨ। ਯੈਸ ਭਾਜੀ, ਸ਼ਾਰਟ ਇਜ਼ ਸੇਮ ਐਜ਼ ਅ ਪੁੱਟ ਆਪਸ਼ਨ। ਹਾਊ ਟੂ ਸੈਟ ਅਪ ਸਟਾਪ ਲਾਸ ਇਨ ਸ਼ਾਰਟ, ਇਹ ਦੱਸਦਾ ਜੀ ਮੈਂ ਅੱਗੇ ਜਾ ਕੇ। ਸਟਾਪ ਲਾਸ ਤੇ PDT ਡਜ਼ਨਟ ਅਪਲਾਈ ਔਨ ਕੈਨੇਡੀਅਨ ਸਿਟੀਜ਼ਨਸ਼ਿਪ। ਹਾਂਜੀ, ਕੈਨੇਡਾ ਦੇ ਵਿੱਚ ਨਹੀਂ ਲੱਗਦਾ ਜੀ, US ਦੇ ਵਿੱਚ ਹੀ ਆ, ਜਿਹੜਾ US ਦਾ ਰੈਜ਼ੀਡੈਂਟ ਆ। ਸੋ ਲੱਗ ਰਹੀ ਹੈ ਸਮਝ ਜੀ? ਜੇ ਲੱਗ ਰਹੀ ਹੈ ਤਾਂ ਕਰ ਦਿਓ ਮਾੜਾ ਜਿਹਾ ਮੈਸੇਜ। ਸੋ ਆਈ ਐਮ ਗੋਇੰਗ ਸਲੋ। ਤੁਹਾਡੇ ਚੋਂ ਜਿਹੜੇ ਪੁਰਾਣੇ ਆ ਉਹਨਾਂ ਨੂੰ ਥੋੜਾ ਜਿਹਾ ਬੋਰਿੰਗ ਲੱਗਣਾ, ਪਰ ਜਿਹੜੇ ਨਵੇਂ ਆ ਹੋਪਫੁਲੀ ਦੇ ਆਰ ਅੰਡਰਸਟੈਂਡਿੰਗ। ਦੈਟ ਇਜ਼ ਮਾਈ ਮੇਨ ਫੋਕਸ ਫॉर ਟੁਡੇ। ਸੋ ਪੁਰਾਣੇ ਵਾਲੇ ਵੀ ਆਪਾਂ ਫਿਰ ਨੈਕਸਟ ਜਿਹੜੇ ਬੂਟ ਕੈਂਪ ਕਰਨੇ ਉੱਥੇ ਕੰਮ ਚੱਕਾਂਗੇ। ਸੋ ਗੁੱਡ ਆ ਜੀ, ਲੱਗ ਰਹੀ ਹੈ? ਨਹੀਂ ਭਾਜੀ, ਕੁਲਦੀਪ ਭਾਜੀ ਅਪਲੋਡ ਨਹੀਂ ਹੋਊਗਾ ਜੀ, ਦਿਸ ਇਜ਼ ਓਨਲੀ ਲਾਈਵ। ਪੇਡ ਕਰ ਦਾਂਗੇ ਅਪਲੋਡ ਜੇ ਕਹੋ ਤੇ, ਕਿਉਂਕਿ ਜੇ ਅਪਲੋਡ ਹੀ ਕਰਤਾ ਫਿਰ ਲਾਈਵ ਦਾ ਆਪਣਾ ਫਾਇਦਾ ਕੋਈ ਨਹੀਂ, ਫਿਰ ਤੇ ਮੈਂ ਵੀਡੀਓ ਬਣਾ ਦੇਣੀ। ਹਰਪ੍ਰੀਤ ਸਿੰਘ, ਸ਼ਾਰਟ ਥੋੜਾ ਘੱਟ ਸਮਝ ਲੱਗਾ, ਉਹ ਮੈਂ ਸਮਝਾ ਦਿੰਦਾ ਜੀ ਇੱਕ ਵਾਰੀ ਫਿਰ। ਗੁੱਡ ਆ ਜੀ। ਸੋ ਸ਼ਾਰਟ ਤੁਹਾਨੂੰ ਮੈਂ ਇੱਕ ਵਾਰੀ ਫਿਰ ਦੱਸ ਦੇਣਾ। ਸ਼ਾਰਟ ਦਾ ਕੰਮ ਕੀ ਆ ਕਿ ਐਗਜ਼ਾਮਪਲ ਯਾਦ ਕਰ ਰਹੇ ਹਾਂ। ਹਾਂਜੀ, ਸੋ ਐਗਜ਼ਾਮਪਲ ਯਾਦ ਕਰ ਲੈਂਦੇ ਹਾਂ। ਮੰਨ ਲਓ ਤੁਹਾਡੇ ਯਾਰ ਦੋਸਤ ਕੋਈ ਨਾ ਫਾਰਮ ਦੇ ਵਿੱਚ ਰਹਿੰਦਾ, ਉਹਦੇ ਕੋਲ ਗੱਡੀ ਇੱਕ ਲੱਗੀ ਆ ਉੱਦਾਂ ਹੀ, ਠੀਕ ਹੈ। ਤੁਸੀਂ ਕਿਹਾ ਵੀ ਬਾਈ ਮੈਨੂੰ ਨਾ ਗੱਡੀਦਾਰੀ ਦੇ ਆਪਣੀ, ਤੁਸੀਂ ਗੱਡੀਦਾਰੀ ਚੱਕ ਲਈ ਮਾਰਕੀਟ 'ਚੋਂ, ਉਹਦੇ ਕੋਲ ਗੱਡੀਦਾਰੀ ਲੈ ਆਂਦੀ, ਠੀਕ ਹੈ। ਤੁਸੀਂ ਕੀ ਕੀਤਾ? ਉਧਾਰੀ ਲੈ ਆਂਦੀ, ਉਹਨੂੰ ਪੈਸਾ ਕੋਈ ਨਹੀਂ ਦਿੱਤਾ, ਸਿਰਫ ਬੋਰੋ ਕਰਕੇ ਲੈ ਆਂਦੀ। ਉਹ ਗੱਡੀ ਤੁਸੀਂ ਮਾਰਕੀਟ ਦੇ ਵਿੱਚ ਵੇਚ ਦਿੱਤੀ। ਸੋ ਤੁਹਾਨੂੰ ਮੈਂ ਇੱਥੇ ਲਿਖ ਕੇ ਵੀ ਨਾਲ ਦੱਸ ਦਿੰਦਾ। ਉਹ ਮਾਰਕੀਟ 'ਚ ਤੁਸੀਂ ਗੱਡੀ ਨਾ 5000 ਦੀ ਵੇਚਤੀ, ਤੇ ਇਹ $5000 ਕਿਹਦੇ ਕੋਲ ਆ ਗਿਆ? ਤੁਹਾਡੇ ਅਕਾਊਂਟ 'ਚ ਆ ਗਿਆ। ਹੁਣ ਤੁਹਾਡੇ ਯਾਰ ਦਾ ਤੁਹਾਨੂੰ ਫੋਨ ਆਇਆ 2-3 ਮਹੀਨਿਆਂ ਬਾਅਦ ਵੀ ਮਾਈ ਮੇਰੀ ਗੱਡੀ ਮੋੜ ਜਾ। ਤੁਸੀਂ ਕਹਿੰਦੇ ਯਾਰ ਗੱਡੀ ਤੇ ਮੈਂ ਵੇਚਤੀ ਤੇ ਹੁਣ ਮੈਂ ਮੋੜਾਂ ਕਿੱਦਾਂ? ਤੁਸੀਂ ਕੀ ਕੀਤਾ? ਫਿਰ ਮਾਰਕੀਟ ਦੇ ਵਿੱਚ ਗਏ, ਗੱਡੀ ਲੱਭਣੀ ਸ਼ੁਰੂ ਕਰਤੀ, ਤੇ ਉਹ ਗੱਡੀ ਤੁਹਾਨੂੰ ਸੇਮ ਤਰੀਕੇ ਦੀ ਐਗਜ਼ੈਕਟ ਸੇਮ ਗੱਡੀ ਨਾ 4000 ਦੀ ਮਿਲ ਗਈ ਮਾਰਕੀਟ 'ਚ। ਤੁਸੀਂ ਕੀ ਕੀਤਾ? ਇਹ ਗੱਡੀ ਆਪਣੇ ਦੋਸਤ ਨੂੰ ਮੋੜਤੀ। ਹੁਣ ਦੋਸਤ ਨੂੰ ਉਹਦੀ ਗੱਡੀ ਮਿਲ ਗਈ, ਹਿਸਾਬ ਕਿਤਾਬ ਬਰਾਬਰ ਹੋ ਗਿਆ, ਪਰ ਤੁਹਾਨੂੰ ਵਿੱਚੋਂ $1000 ਬਚ ਗਿਆ। ਕਿਉਂ? ਕਿਉਂਕਿ ਜਦੋਂ ਤੁਸੀਂ ਗੱਡੀ ਵੇਚੀ ਆ ਉਦੋਂ ਪ੍ਰਾਈਸ ਉਹਦਾ ਜ਼ਿਆਦਾ ਸੀ, ਜਦੋਂ ਖਰੀਦੀ ਉਦੋਂ ਘੱਟ ਸੀ। ਤੇ ਦੋਸਤ ਦੇ ਨਾਲ ਤੁਹਾਡਾ ਉਹਨੂੰ ਗੱਡੀ ਮਿਲ ਗਈ, ਤੁਹਾਨੂੰ ਕੀ ਆ $1000 ਪ੍ਰੋਫਿਟ ਹੋ ਗਿਆ। ਕਿਸੇ ਦੀ ਚੀਜ਼ ਬੋਰੋ ਕਰਕੇ ਤੁਸੀਂ ਪੈਸੇ ਬਣਾ ਕੇ ਵਿੱਚੋਂ, ਠੀਕ ਹੈ ਜੀ। ਹੁਣ ਬੈਂਕਾਂ ਕੀ ਕਰਦੀਆਂ? ਸੋ ਇਹਦੇ ਤੇ ਵੀ ਅੱਜ ਮੈਂ ਇੱਕ ਵੀਡੀਓ ਬਣਾਉਣੀ ਆ ਕਿ ਬੈਂਕਿੰਗ ਜਿਹੜੀ ਕ੍ਰੈਸ਼ ਹੋ ਰਹੀ ਆ, ਕਿੱਦਾਂ ਲੋਕਾਂ ਦਾ ਪੈਸਾ ਬੋਰੋ ਕਰਕੇ ਕਿੱਥੇ ਕੀਤਾ ਤੇ ਉਹ ਕੀ ਚੱਕਰ ਚੱਲਿਆ ਸਾਰਾ। ਸੋ ਉਹ ਵੀ ਵਾਚ ਆਊਟ ਕਰਿਓ, ਸ਼ਾਇਦ ਸ਼ਾਮਾਂ ਤੱਕ ਮੈਂ ਬਣਾ ਦਾਂ। ਹੁਣ ਇਦਾਂ ਹੀ ਤੁਸੀਂ ਕੀ ਕੀਤਾ? ਬ੍ਰੋਕਰ ਤੋਂ ਸਟਾਕ ਚੱਕਿਆ ਤੇ ਉਹਨੂੰ 5000 ਦੇ ਸੈੱਲ ਕਰਤੇ ਮਾਰਕੀਟ 'ਚ। ਹੁਣ ਬ੍ਰੋਕਰ ਨੂੰ ਤੁਸੀਂ ਵਾਪਸ ਕਰਨੇ ਆ, ਤੇ ਹੁਣ ਸਟਾਕ ਦਾ ਪ੍ਰਾਈਸ ਜਦੋਂ ਥੱਲੇ ਆਇਆ ਤੁਸੀਂ ਉਹਨੂੰ ਸਸਤੇ ਬਾਏ ਕਰਕੇ $4000 ਦੇ ਕੇ ਤੇ ਬਾਏ ਕਰ ਲਏ, ਤੇ ਬ੍ਰੋਕਰ ਨੂੰ ਸਟਾਕ ਵਾਪਸ ਕਰਤੇ, ਤੇ ਤੁਹਾਨੂੰ ਕੀ ਆ $1000 ਦਾ ਪ੍ਰੋਫਿਟ ਹੋ ਗਿਆ। ਸੋ ਹੋਪਫੁਲੀ ਹੁਣ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਕਿ ਸ਼ਾਰਟ ਕੀ ਹੁੰਦਾ ਆ। ਜਦੋਂ ਜ਼ਿਆਦਾ ਪ੍ਰਾਈਸ ਆ ਉਦੋਂ ਹਾਈ ਤੇ ਸੈੱਲ ਕਰ ਦੇਣਾ, ਜਦੋਂ ਸਸਤਾ ਪ੍ਰਾਈਸ ਆ ਉਦੋਂ ਬਾਏ ਕਰ ਲੈਣਾ ਜੀ। ਸੋ ਨੈਕਸਟ ਚੱਲਦੇ ਹਾਂ ਜੀ, ਲੈਟਸ ਗੋ ਨੈਕਸਟ। ਟਾਈਮ ਇਜ਼ ਗੋਇੰਗ ਫਾਸਟ। ਮੈਨੂੰ ਲੱਗਦਾ ਸੀ ਮੈਂ ਘੰਟੇ ਦੇ ਵਿੱਚ ਕਵਰ ਕਰ ਦੂੰਗਾ ਸਾਰਾ ਕੁਝ। ਹਾਂਜੀ, ਸੋ ਜੇ ਕੰਟੀਨਿਊਸ ਲਰਨਿੰਗ ਕਰਨੀ ਚਾਹੁੰਦੇ ਹੋ, ਅੱਜ ਦੇ ਇੱਕ ਆਪਣਾ ਸੈਸ਼ਨ ਆ, ਪਰ ਜਿਹੜੇ ਤੁਹਾਡੇ ਵਿੱਚੋਂ ਨਵੇਂ ਵੀਰ ਜੁੜੇ ਹੋਏ ਨੇ, ਜਿਹੜੇ ਪਹਿਲਾਂ ਕਦੀ ਮੈਨੂੰ ਵਾਚ ਨਹੀਂ ਕੀਤਾ, ਸੋ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਧੰਨਵਾਦ। ਪਰ ਜੇ ਕੰਟੀਨਿਊਸ ਲਰਨਿੰਗ ਕਰਨੀ ਆ ਤੇ ਆਪਣਾ YouTube ਤੇ ਲਾਈਵ ਹੁੰਦਾ ਐਵਰੀ ਡੇ 9 ਵਜੇ ਸ਼ਾਮਾਂ ਨੂੰ ਟੋਰਾਂਟੋ ਟਾਈਮ, ਉਹ ਵਾਚ ਕਰ ਲਿਆ ਕਰੋ। ਤੇ ਨਾਲ ਦੀ ਨਾਲ TikTok ਤੇ ਲਾਈਵ ਜਿੱਦਾਂ ਅੱਜ ਵੀ ਮੈਂ ਕਰਨਾ ਆ, even though I've been busy working on all the slide and everything, ਬਟ ਉਹ ਆਪਣੀ ਕਮਿਟਮੈਂਟ ਆ। ਸੋ ਅੱਜ 9 ਵਜੇ ਲਾਈਵ ਹੋਣਾ, ਜਿੱਥੇ ਆਪਾਂ ਤੁਹਾਡੇ ਕੁਐਸਚਨ ਆਨਸਰ ਹੋਰ ਵੀ ਕਰਾਂਗੇ, ਤੇ ਨਾਲ ਦੀ ਨਾਲ TikTok ਦੇ ਲਾਈਵ ਤੇ ਆਪਾਂ ਬੁੱਕ ਵੀ ਪੜ੍ਹਦੇ ਹੁੰਦੇ ਆ ਟ੍ਰੇਡਿੰਗ ਦੀ। ਸੋ ਉਹ ਵੀ ਅੱਜ ਪੜਾਂਗੇ, ਟ੍ਰੇਡਿੰਗ ਜਾਂ ਮਾਈਂਡ ਸੈਟ ਦੀ ਕੋਈ ਨਾ ਕੋਈ ਬੁੱਕ। ਸੋ ਨੈਕਸਟ ਚੱਲਦੇ ਹਾਂ ਜੀ। ਸੋ ਡਿਫਰੈਂਟ ਟਾਈਪ ਦੇ ਆਰਡਰ ਹੁੰਦੇ ਨੇ। ਹੁਣ ਜਦੋਂ ਤੁਸੀਂ ਮਾਰਕੀਟ ਦੇ ਵਿੱਚ ਜਾਣਾ ਆ ਤੇ ਤੁਸੀਂ ਕੀ ਆ, ਕੋਈ ਸਟਾਕ ਬਾਏ ਕਰਨਾ ਆ ਜਾਂ ਸੈੱਲ ਕਰਨਾ ਆ, ਤੇ ਉਦੋਂ ਆਰਡਰ ਕਿਹੜਾ ਲਾਉਣਾ ਆ? ਹੁਣ 2 ਤਰੀਕੇ ਦੇ ਆਰਡਰ ਆ। ਤੁਸੀਂ ਬ੍ਰੋਕਰ ਆਪਣੇ ਨੂੰ ਬੇਸਿਕਲੀ ਆਰਡਰ ਕਰਨਾ, ਠੀਕ ਹੈ। ਤੇ ਆਰਡਰ ਕਿੱਦਾਂ ਕਰਨਾ? ਬਹੁਤ ਸਿੰਪਲ ਜੀ ਐਗਜ਼ਾਮਪਲ ਤੁਹਾਨੂੰ ਮੈਂ ਦਊਂਗਾ।
ਇੱਕ ਹੁੰਦਾ ਮਾਰਕੀਟ ਆਰਡਰ, ਦੂਜਾ ਹੁੰਦਾ ਲਿਮਟ ਆਰਡਰ। ਸੋ ਲੈਟਸ ਅੰਡਰਸਟੈਂਡ ਮਾਰਕੀਟ ਆਰਡਰ। ਮਾਰਕੀਟ ਆਰਡਰ ਕੀ ਆ? ਕਾਫੀ ਤੁਹਾਡੇ ਚੋਂ ਜਾਣੇ ਨੇ ਐਗਜ਼ਾਮਪਲ ਸਮਝ ਜਾਣੀ ਆ, ਬਹੁਤ ਸਿੰਪਲ ਜੀ ਸਿਲੀ ਜੀ ਐਗਜ਼ਾਮਪਲ ਆ, ਪਰ ਇਹ ਹੈ ਕਿ ਮੰਨ ਲਓ ਤੁਸੀਂ ਇੰਡੀਆ ਬਾਜ਼ਾਰ ਦੇ ਵਿੱਚ ਗਏ ਤੇ ਸਬਜ਼ੀ ਖਰੀਦਣੀ ਆ ਰੇਹੜੀ ਤੋਂ। ਸਬਜ਼ੀ ਵਾਲਾ ਕਹਿੰਦਾ ਜੀ ਆਹ ਚੀਜ਼ ਤੁਹਾਡੀ ਹੈਗੀ ਆ 80 ਰੁਪਏ ਕਿਲੋ। ਉਹ ਕੀ ਹੈ ਕਿ ਉਹ ਤੁਹਾਨੂੰ ਮਾਰਕੀਟ ਆ, ਠੀਕ ਹੈ, ਉਹ ਕਹਿੰਦਾ 80 ਰੁਪਏ ਕਿਲੋ, ਤੁਸੀਂ 80 ਦੇ ਤੇ ਵਾਪਸ ਆ ਗਏ। ਤੇ ਉਸੇ ਤਰੀਕੇ ਨਾਲ ਸਟਾਕ ਮਾਰਕੀਟ ਦੇ ਵਿੱਚ ਮਾਰਕੀਟ ਆਰਡਰ ਆ। ਜਦੋਂ ਤੁਸੀਂ ਮਾਰਕੀਟ ਦੇ ਵਿੱਚ ਗਏ, ਉਹ ਕਹਿੰਦੇ ਜੀ ਇਹ ਸਟਾਕ ਜੇ ਤੁਸੀਂ ਬਾਏ ਕਰਨਾ ਤੇ ਇਹ ਤੁਹਾਨੂੰ ਮਿਲਣਾ ਆ $86.62 ਦਾ। ਆਪਾਂ ਕਿਹਾ ਠੀਕ ਆ ਜੀ, $50 ਸਟਾਕ ਆਪਾਂ ਕਰਨੇ ਆ, ਮਾਰਕੀਟ ਆਰਡਰ ਇੱਥੇ ਲਾ ਦਿੱਤਾ, ਆਪਾਂ ਸਬਮਿਟ ਕਰਤਾ, ਆਪਾਂ ਨੂੰ $50 $86 ਤੇ 62 ਸੈਂਟ ਦਾ ਇਹ ਸਟਾਕ ਮਿਲ ਜਾਣਾ। ਹੁਣ ਮਾਰਕੀਟ ਆਰਡਰ ਦੇ ਵਿੱਚ ਥੋੜਾ ਰਿਸਕ ਕੀ ਆ ਕਿ ਜਿੰਨੇ ਟਾਈਮ ਨੂੰ ਤੁਸੀਂ ਇੱਥੇ ਬਾਏ ਤੇ ਕਲਿੱਕ ਕੀਤਾ, ਕੁਆਂਟੀਟੀ ਫਿਲ ਕੀਤੀ, ਸਬਮਿਟ ਕੀਤਾ, ਸਟਾਕ ਮਾਰਕੀਟ ਦਾ ਹੋ ਸਕਦਾ ਪ੍ਰਾਈਸ ਥੋੜਾ ਵੱਧ ਜੇ ਤੇ ਇਹ ਸਟਾਕ ਤੁਹਾਨੂੰ $86 ਤੇ 70 ਸੈਂਟ ਦਾ ਮਿਲ ਜੇ। ਤੁਹਾਡੇ ਆ ਸਾਰਾ ਫਿਲ ਕਰਦਿਆਂ 8 ਸੈਂਟ ਪ੍ਰਾਈਸ ਵੱਧ ਗਿਆ ਜਾਂ 20 ਸੈਂਟ ਪ੍ਰਾਈਸ ਵੱਧ ਗਿਆ, ਤੁਹਾਨੂੰ ਮਹਿੰਗਾ ਮਿਲੂਗਾ। ਉਤੋਂ ਆਪੋਜ਼ਿਟ ਘਟ ਵੀ ਸਕਦਾ ਤੇ ਤੁਹਾਨੂੰ ਸਸਤਾ ਮਿਲ ਜੂਗਾ। ਸੋ ਮਾਰਕੀਟ ਆਰਡਰ ਦੇ ਵਿੱਚ ਥੋੜਾ ਜਿਹਾ ਤੁਹਾਡਾ ਕੰਟਰੋਲ ਨਹੀਂ ਹੈਗਾ ਪ੍ਰਾਈਸ ਤੇ, ਕਿਉਂਕਿ ਜਿਹੜੇ ਆਪਣੇ ਆਰਡਰ ਸਬਮਿਟ ਹੋ ਰਹੇ ਆ, ਆਪਾਂ ਆਪਣੇ ਬ੍ਰੋਕਰ ਨੂੰ ਕਹਿ ਰਹੇ ਹਾਂ ਕਿ ਸਾਨੂੰ ਸਟਾਕ ਚਾਹੀਦੇ ਆ, ਚਾਹੇ ਜਿੰਨੇ ਦਾ ਮਰਜ਼ੀ ਮਿਲ ਜੇ ਇਹਦੇ ਨੇੜੇ ਤੇੜੇ ਜਿੱਥੇ ਕ ਹੈਗਾ ਆ। ਤੇ ਉਹਨੇ ਜਦੋਂ ਭੇਜਣਾ ਆਰਡਰ ਫਲੋ ਦੇ ਵਿੱਚ ਅੱਗੇ ਜਾ ਕੇ ਤੇ ਐਕਸਚੇਂਜ ਤੇ ਹੋ ਸਕਦਾ ਕੋਈ ਉਧਰ ਹਾਈ ਪ੍ਰਾਈਸ ਤੇ ਬਿਡ ਕਰ ਰਿਹਾ ਹੋਵੇ ਤੇ ਤੁਹਾਨੂੰ ਉਹ ਵਾਲਾ ਸਟਾਕ ਮਿਲ ਜੇ ਤੇ ਮਹਿੰਗਾ ਮਿਲ ਜੇ। ਹੁਣ ਉਸ ਚੀਜ਼ ਤੋਂ ਥੋੜਾ ਜਿਹਾ ਬਚਣ ਲਈ ਮਾਰਕੀਟ ਦੇ ਵਿੱਚ ਉਹਨਾਂ ਨੇ ਕੀ ਕਿਹਾ ਸਟਾਕ ਮਾਰਕੀਟ 'ਚ, ਕਿ ਤੁਸੀਂ ਇੱਕ ਲਿਮਟ ਆਰਡਰ ਲਾ ਲਓ। ਲਿਮਟ ਆਰਡਰ ਦੇ ਵਿੱਚ ਆਪਾਂ ਕੀ ਆ, ਉਹ ਬਾਈ ਕਹਿੰਦਾ ਦੁਕਾਨ ਤੇ ਸਬਜ਼ੀ ਲੈਣ ਗਏ, ਉਹ ਕਹਿੰਦਾ ਜੀ 80 ਰੁਪਏ ਕਿਲੋ। ਆਪਾਂ ਕਿਹਾ ਵੀ ਬਾਈ 60 ਰੁਪਏ ਦੇਣੇ ਆ, 60 ਦੀ ਕਿਲੋ ਦੇਣੀ ਆ, ਦੇ ਨਹੀਂ ਤੇ ਇਹ ਨਹੀਂ ਲੈਣੀ, ਠੀਕ ਆ, ਆਪਾਂ ਹੋਰ ਕਿਸੇ ਦੁਕਾਨ ਤੇ ਚੱਲ ਜਾਂਦੇ ਆ। ਸੋ ਉੱਥੇ ਆਪਾਂ ਲਿਮਟ ਲਾ ਦਿੱਤੀ ਕਿ ਅਸੀਂ ਤੇ ਇੰਨੇ ਪੈਸੇ ਦੇਣੇ ਆ, ਸਾਨੂੰ ਤੇ ਇੰਨੇ 'ਚ ਚਾਹੀਦੀ ਆ। ਹੁਣ ਇਦਾਂ ਹੀ ਸਟਾਕ ਮਾਰਕੀਟ ਦੇ ਵਿੱਚ ਆ, ਤੁਸੀਂ ਗਏ, ਉਹ ਕਹਿੰਦੇ ਕਿ $86 ਤੇ 86 ਸੈਂਟ ਦਾ ਸਟਾਕ ਆ, ਆਪਾਂ ਬਾਏ ਕਰਨਾ $50 ਸਟਾਕ ਆ। ਆਪਾਂ ਕਿਹਾ ਕਿ ਨਹੀਂ, ਅਸੀਂ $86 86 ਸੈਂਟ ਦਾ ਨਹੀਂ ਬਾਏ ਕਰਨਾ, ਅਸੀਂ ਵੱਧ ਤੋਂ ਵੱਧ 86-50 ਦੇ ਹਿਸਾਬ ਨਾਲ ਬਾਏ ਕਰਾਂਗੇ। ਕਿਉਂ ਬਾਏ ਕਰਾਂਗੇ ਇੰਨੇ ਦਾ? ਉਹ ਆਪਾਂ ਚਾਰਟ ਤੇ ਦੇਖਿਆ ਹੋਊਗਾ ਕਿ ਜਿਹੜੀ ਅਸਲ ਇਹ ਇੱਥੇ ਆਪਾਂ ਇਹਨੇ ਮੁੜਨਾ ਆ ਜਾਂ ਇਹਦੇ ਨੇੜੇ ਇਹਦੀ ਅਸਲ ਜਿਹੜੀ ਫੇਅਰ ਮਾਰਕੀਟ ਵੈਲਿਊ ਇੰਨੀ ਕੁ ਹੈਗੀ ਆ, ਇੱਥੋਂ ਆਪਾਂ ਬਾਏ ਕਰਾਂਗੇ। ਕਿਉਂਕਿ ਆਪਣਾ ਕੰਮ ਕੀ ਆ, ਜੇ ਆਪਾਂ ਸਟਾਕ ਨੂੰ ਬਾਏ ਕਰ ਰਹੇ ਹਾਂ, ਬਾਏ ਲੋ ਸੈਲ ਹਾਈ। ਸੋ ਇੱਥੇ ਆਪਾਂ ਇੱਕ ਲਿਮਟ ਲਾ ਦਿੱਤੀ ਕਿ ਅਸੀਂ ਇੰਨੇ ਦਾ ਬਾਏ ਕਰਨਾ ਤੇ ਸਬਮਿਟ ਕਰਤਾ। ਹੁਣ ਜੇ 86-50 ਤੇ ਆਇਆ ਤੇ ਆਪਣਾ ਬਾਏ ਹੋਣਾ ਆ, ਜੇ ਨਾ ਆਇਆ ਫਿਰ ਆਪਣਾ ਬਾਏ ਨਹੀਂ ਹੋਣਾ। ਸਿੰਪਲ ਜਿਹਾ ਜਿੱਦਾਂ ਰੇਹੜੀ ਵਾਲਾ ਕਹੇ ਵੀ ਆਪਾਂ ਦੇ ਤੁਸੀਂ ਕਹਿੰਦੇ ਹੋ ਵੀ $60 60 ਰੁਪਏ ਦੇਣੇ ਆ, ਮੈਂ ਤੁਹਾਨੂੰ 80 ਤੋਂ ਘੱਟ ਨਹੀਂ ਵੇਚਣਾ, ਆਪਾਂ ਕਹਿਣਾ ਸਹੀ ਆ, ਆਪਣਾ ਸੌਦਾ ਨਹੀਂ ਬਣਨਾ, ਅਸੀਂ ਤੇਰੇ ਤੋਂ ਸਮਾਨ ਨਹੀਂ ਲੈਣਾ, ਆਪਾਂ ਚੱਲੇ। ਇਦਾਂ ਹੀ ਇਹ ਕਹਿੰਦੇ ਕਿ ਜੇ ਸਟਾਕ ਆ $86 ਤੇ 86 ਸੈਂਟ ਤੋਂ ਥੱਲੇ ਨਹੀਂ ਆਇਆ, ਆਪਾਂ 86-50 ਤੇ ਬੈਠੇ ਆ, ਉਹ ਕਹਿੰਦੇ ਨਹੀਂ ਇੱਥੇ ਨਹੀਂ ਆਉਣਾ ਸਟਾਕ, ਥੱਲੇ ਨਹੀਂ ਆ ਰਿਹਾ, ਆਪਾਂ ਨੂੰ ਮਿਲਣਾ ਨਹੀਂ, ਆਪਣਾ ਸਟਾਕ ਬਾਏ ਨਹੀਂ ਹੋਣਾ। ਪਰ ਲਿਮਟ ਆਰਡਰ ਦੇ ਵਿੱਚ ਕੀ ਹੈ ਕਿ ਜਿਹੜਾ ਸਟਾਕ ਇੱਕਦਮ ਉੱਪਰ ਚੱਲ ਜਾਂਦਾ, ਜਿੱਦਾਂ ਮੈਂ ਤੁਹਾਨੂੰ ਐਗਜ਼ਾਮਪਲ ਦਿੱਤੀ ਸੀ ਕਿ ਉਹ 87 ਤੇ ਚੱਲ ਜੇ ਤੇ ਮਹਿੰਗਾ ਬਾਏ ਹੋ ਜਾਣਾ ਮਾਰਕੀਟ 'ਚ, ਲਿਮਟ 'ਚ ਮਹਿੰਗਾ ਬਾਏ ਨਹੀਂ ਹੋਊਗਾ, ਤੁਹਾਡੇ ਕੰਟਰੋਲ ਦੇ ਵਿੱਚ ਆ ਪ੍ਰਾਈਸ ਕਿ ਹਾਂ ਮੈਂ ਇੰਨੇ ਪੈਸੇ ਪੇ ਕਰਨੇ ਆ। ਸੋ ਤੁਸੀਂ ਉਹਨੂੰ ਕੰਟਰੋਲ ਕਰ ਰਹੇ ਹੋ, ਚਾਹੇ ਡੇ ਟ੍ਰੇਡ ਕਰ ਰਹੇ ਆ, ਚਾਹੇ ਇਨਵੈਸਟਿੰਗ ਕਰ ਰਹੇ ਆ, ਚਾਹੇ ਸਵਿੰਗ ਟ੍ਰੇਡਿੰਗ ਕਰ ਰਹੇ ਆ, ਉਹਨੂੰ ਕੰਟਰੋਲ ਦੇ ਵਿੱਚ ਰੱਖੋ। ਕਿਉਂਕਿ ਸਟਾਕ ਮਾਰਕੀਟ ਦਾ ਪ੍ਰਾਈਸ ਹੈ ਐਵਰੀ ਸੈਕਿੰਡ ਉੱਪਰ ਥੱਲੇ ਜਾਂਦਾ ਰਹਿੰਦਾ, ਇਹ ਨਾ ਹੋਵੇ ਕਿ ਤੁਹਾਡਾ ਜ਼ਿਆਦਾ ਮਹਿੰਗਾ ਤੁਹਾਨੂੰ ਸਟਾਕ ਮਿਲ ਜੇ। ਇਸ ਕਰਕੇ ਕੋਸ਼ਿਸ਼ ਕਰੋ ਕਿ ਲਿਮਟ ਆਰਡਰ ਦੇ ਨਾਲ ਹੀ ਜਾਓ। ਸੋ ਬਹੁਤ ਜ਼ਰੂਰੀ ਹੈ ਬਿਲਡ ਯੂਰ ਓਨ ਯੂਨੀਵਰਸ। ਸੋ ਸਟਾਕ ਮਾਰਕੀਟ ਦੇ ਵਿੱਚ ਕੋਈ ਵੀ ਸਟ੍ਰਿਕਟ ਰੂਲ ਨਹੀਂ ਹੈਗਾ। ਹਾਂ, ਯੂਐਸ ਦੇ ਵਿੱਚ PDT ਰੂਲ ਹੈਗਾ, ਪਰ ਬਾਕੀ ਜਗ੍ਹਾ ਤੇ ਕੋਈ ਸਟ੍ਰਿਕਟ ਰੂਲ ਨਹੀਂ ਹੈਗਾ ਕਿ ਤੁਸੀਂ ਇਦਾਂ ਟ੍ਰੇਡਿੰਗ ਕਰਨੀ, ਆਹ ਕੁਛ ਕਰਨਾ, ਆਹ ਤੁਹਾਡਾ ਰੂਲ ਆ। ਹੁਣ ਜਿੱਦਾਂ ਮਾਰਕੀਟ ਆਰਡਰ ਆ, ਲਿਮਟ ਆਰਡਰ ਆ, ਇਦਾਂ ਸਟਾਪ ਆਰਡਰ ਵੀ ਹੈਗੇ ਆ, ਕਾਫੀ ਤਰ੍ਹਾਂ ਦੇ ਆ। ਉਹਨਾਂ ਨੇ ਤੁਹਾਨੂੰ ਕਹਿਣਾ ਕਿ ਕਿਹੜੇ ਤਰੀਕੇ ਨਾਲ ਬਾਏ ਕਰੋ। ਯੂ ਨੀਡ ਟੂ ਮੇਕ ਯੂਰ ਓਨ ਯੂਨੀਵਰਸ, ਠੀਕ ਹੈ। ਤੁਹਾਨੂੰ ਇੱਕ ਆਪਣੀ ਦੁਨੀਆ ਬਣਾਉਣੀ ਪੈਂਦੀ ਆ। ਸਟਾਕ ਮਾਰਕੀਟ ਦੇ ਵਿੱਚ ਆਪਣੇ ਰੂਲ ਬਣਾਉਣੇ ਪੈਂਦੇ ਨੇ ਜਿਨ੍ਹਾਂ ਦੇ ਹਿਸਾਬ ਨਾਲ ਚੱਲੋਗੇ। ਤੇ ਜੇ ਤੁਸੀਂ ਉਹ ਰੂਲ ਆਪਣੇ ਬ੍ਰੇਕ ਕਰ ਰਹੇ ਹੋ, ਉੱਥੇ ਘਾਟਾ ਪੈਣ ਦਾ ਤਾਂ ਹੀ ਚਾਂਸ ਹੁੰਦਾ। ਮੋਸਟਲੀ ਟ੍ਰੇਡਰ ਜਿਹੜੇ 10 ਚੋਂ 8 ਘਾਟਾ ਕਿਉਂ ਖਾਂਦੇ ਨੇ ਸਟਾਕ ਮਾਰਕੀਟ ਦੇ ਵਿੱਚ? ਕਿਉਂਕਿ ਪਹਿਲਾਂ ਤੇ ਉਹਨਾਂ ਆਪਣੇ ਕੋਈ ਰੂਲ ਨਹੀਂ ਬਣਾਏ ਹੁੰਦੇ, ਸੈਕੰਡਲੀ ਜੇ ਬਣਾਏ ਵੀ ਹੁੰਦੇ ਆ ਤੇ ਉਹਨਾਂ ਨੂੰ ਆਪ ਹੀ ਤੋੜਦੇ ਆ ਤੇ ਫਿਰ ਉਹਦੇ ਵਿੱਚ ਘਾਟਾ ਪੈਂਦਾ ਆ। ਸੋ ਇਸ ਲਈ ਤੁਹਾਡੀ ਇੱਕ ਰੂਲ ਬੁੱਕ ਹੋਣੀ ਚਾਹੀਦੀ ਆ। ਥੋੜੇ ਜਿਹੇ ਰੂਲ ਤੁਹਾਨੂੰ ਵੀ ਮੈਂ ਦੱਸੂਗਾ ਕਿ ਕੀ ਹੋਣੇ ਚਾਹੀਦੇ ਆ। ਉਹਦੇ ਹਿਸਾਬ ਨਾਲ ਮਾਰਕੀਟ ਦੇ ਵਿੱਚ ਜੇ ਟ੍ਰੇਡ ਕਰੋਗੇ ਤਾਂ ਉਹ ਤੁਹਾਡੀ ਹੈਲਪ ਕਰੂਗਾ ਪ੍ਰੋਫਿਟ ਬਣਾਉਣ ਦੇ ਲਈ। ਹੁਣ ਕਹਿੰਦਾ ਸਟਾਕ ਮਾਰਕੀਟ 'ਚ ਡਿਫਰੈਂਟ ਵੇ ਦੇ ਨਾਲ ਤੁਸੀਂ ਪੈਸਾ ਪਾ ਕੇ ਤੇ ਪ੍ਰੋਫਿਟ ਬਣਾ ਸਕਦੇ ਹੋ। ਸੋ ਮਾਈ ਸੁਜੈਸ਼ਨ ਇਜ਼ ਕਿ ਜਦੋਂ ਸ਼ੁਰੂ ਤੋਂ ਜਾਣਾ, ਇਹਨਾਂ ਵਿੱਚੋਂ ਇੱਕ ਚੂਜ਼ ਕਰੋ ਕਿ ਤੁਸੀਂ ਕੀ ਕਰਨਾ। ਸੋ 3 ਤਰੀਕੇ ਨੇ: ਡੇ ਟ੍ਰੇਡ, ਸਵਿੰਗ ਟ੍ਰੇਡ ਤੇ ਇਨਵੈਸਟਿੰਗ। ਸੋ ਡੇ ਟ੍ਰੇਡ ਕੀ ਆ? ਸਿੰਪਲ ਜਿਹਾ ਕੰਮ ਕਿ ਤੁਸੀਂ ਅੱਜ ਬਾਏ ਕੀਤਾ ਤੇ ਅੱਜ ਹੀ ਸੈੱਲ ਕਰਤਾ। ਸੋ ਕੋਈ ਵੀ ਸਟਾਕ ਆ, ਅੱਜ ਬਾਏ ਕੀਤਾ, ਅੱਜ ਸੈੱਲ ਕਰਤਾ। ਪ੍ਰੋਫਿਟ ਦੇ ਵਿੱਚ ਆ, ਲਾਸ ਦੇ ਵਿੱਚ ਆ, ਡਜ਼ ਨਾਟ ਮੈਟਰ। ਉਹਦੇ ਵਿੱਚ ਅੱਜ ਟ੍ਰੇਡ ਦੇ ਵਿੱਚ ਗਏ ਤੇ ਅੱਜ ਹੀ ਬਾਹਰ ਨਿਕਲ ਗਏ। ਚਾਹੇ ਉਹਨੂੰ ਲੌਂਗ ਟ੍ਰੇਡ ਕਰ ਰਹੇ ਹੋ, ਸ਼ਾਰਟ ਟ੍ਰੇਡ ਕਰ ਰਹੇ ਹੋ, ਕੁਝ ਵੀ ਕਰ ਰਹੇ ਆ, ਆਪਾਂ ਅੱਜ ਬਾਹਰ ਆ ਜਾਣਾ, ਠੀਕ ਹੈ।
ਹੁਣ ਵਰਡ ਵਧੀਆ ਨਹੀਂ ਆ, ਪਰ ਦਿਸ ਵਾਸ ਦਾ ਓਨਲੀ ਵਰਡ ਆਈ ਫਾਊਂਡ ਆਊਟ ਕਿ ਮੈਂ ਇੱਥੇ ਕੀ ਲਿਖਾਂ, ਯੂਜ਼ ਐਂਡ ਥਰੋ। ਉਹ 'ਚੋਂ ਪ੍ਰੋਫਿਟ ਕੱਢੋ, ਸਟਾਕ ਨੂੰ ਛੱਡ ਦਿਓ, ਚਾਹੇ ਕੱਲ ਨੂੰ ਕੰਪਨੀ ਬੈਂਕਰਪਟ ਹੋ ਜਾਏ, ਜੋ ਮਰਜ਼ੀ ਹੋ ਜਾਏ, ਤੁਹਾਨੂੰ ਕੋਈ ਚਿੰਤਾ ਨਹੀਂ, ਕੋਈ ਲੈਣਾ ਦੇਣਾ ਨਹੀਂ। ਡੇ ਟ੍ਰੇਡਿੰਗ ਦੇ ਵਿੱਚ ਸਗੋਂ ਤੁਹਾਨੂੰ ਸਭ ਤੋਂ ਘੱਟ ਸਟੱਡੀ ਚਾਹੀਦੀ ਹੈ, ਚਾਰਟ ਲਰਨ ਕਰਨੇ ਪੈਂਦੇ ਆ, ਤੁਹਾਨੂੰ ਚਾਰਟ ਆਉਣੇ ਚਾਹੀਦੇ ਆ, ਤੇ ਸਟਾਕ ਪਤਾ ਹੋਣਾ ਚਾਹੀਦਾ ਕਿਹੜਾ ਟ੍ਰੇਡ ਕਰਨਾ, ਡੈਟ ਸੈਟ ਆ, ਤੇ ਉੱਥੇ ਤੁਸੀਂ ਜਾ ਕੇ ਟ੍ਰੇਡ ਕਰਕੇ ਪ੍ਰੋਫਿਟ ਬਣਾ ਸਕਦੇ ਹੋ। ਸਵਿੰਗ ਟ੍ਰੇਡਿੰਗ ਦੇ ਵਿੱਚ ਆ ਕਿ ਅੱਜ ਤੁਸੀਂ ਟ੍ਰੇਡ ਦੇ ਵਿੱਚ ਗਏ, ਚਾਹੇ ਉਹਨੂੰ ਬਾਏ ਕੀਤਾ ਲੌਂਗ ਲਈ ਜਾਂ ਸ਼ਾਰਟ ਕਰ ਰਹੇ ਹੋ, ਤੇ ਉਹਨੂੰ ਤੁਸੀਂ ਇਹ ਕੀਤਾ ਕਿ ਹਾਂ ਮੈਂ ਕੱਲ ਨੂੰ ਇਹਨੂੰ ਬਾਹਰ ਨਿਕਲੂੰਗਾ ਟ੍ਰੇਡ ਚੋਂ, ਪਰਸੋਂ ਨੂੰ, ਜਾਂ ਅਗਲੇ ਵੀਕ ਜਾਂ ਅਗਲੇ ਮਹੀਨੇ ਲਈ। ਸੋ ਥੋੜਾ ਜਿਹਾ ਮੀਡੀਅਮ ਟਰਮ ਲਈ ਤੁਸੀਂ ਉਹਨੂੰ ਹੋਲਡ ਕਰ ਲਿਆ। ਇਹਦੇ ਵਿੱਚ ਕੀ ਹੈ ਕਿ ਤੁਹਾਨੂੰ ਚਾਰਟ ਲਰਨ ਕਰਨੇ ਪੈਂਦੇ ਨੇ, ਡੇ ਟ੍ਰੇਡਿੰਗ ਤੋਂ ਥੋੜੀ ਜਿਹੀ ਜ਼ਿਆਦਾ ਸਟੱਡੀ ਕਰਨੀ ਪੈਂਦੀ, ਇੱਥੇ ਚਾਰਟ ਟ੍ਰੈਂਡ ਲਰਨ ਕਰਨੇ ਪੈਂਦੇ ਨੇ, ਠੀਕ ਹੈ। ਸ਼ਾਰਟ ਟਰਮ ਦੇ ਵਿੱਚ ਕੀ ਹੋ ਰਿਹਾ, ਮਾਰਕੀਟ ਦੀ ਸਿਚੁਏਸ਼ਨ ਥੋੜੀ ਜਿਹੀ, ਸ਼ਾਰਟ ਟਰਮ ਦੇ ਵਿੱਚ ਕਿਹੜੇ ਇਵੈਂਟ ਆ ਰਹੇ ਨੇ, ਉਹ ਸਾਰਾ ਕੁਝ ਲਰਨ ਕਰਨਾ ਪੈਂਦਾ, ਉਹਦੇ ਤੇ ਆਪਣੇ ਆਪ ਨੂੰ ਜਾਗਰੂਕ ਬਣਾਉਣਾ ਪੈਂਦਾ। ਹੁਣ ਇਹ ਥੋੜੀ ਜਿਹੀ ਡੇ ਟ੍ਰੇਡਿੰਗ ਤੋਂ ਜ਼ਿਆਦਾ ਸਟੱਡੀ ਆ, ਕਿਉਂਕਿ ਡੇ ਟ੍ਰੇਡਿੰਗ 'ਚ ਤੇ ਆਪਾਂ ਨੇ ਅੱਜ ਹੀ ਆ ਜੋ ਕੁਝ ਹੋ ਗਿਆ, ਇਹਦੇ 'ਚ ਤੁਹਾਨੂੰ ਕੱਲ ਪਰਸੋਂ ਅਗਲੇ ਵੀਕ ਦਾ ਵੀ ਦੇਖਣਾ ਪੈਂਦਾ ਕਿ ਕੀ ਹੋ ਸਕਦਾ, ਕੀ ਪੋਸੀਬਿਲਿਟੀ ਆ। ਸੋ ਇਟ ਇਜ਼ ਲਾਈਕ ਕਿ ਤੁਸੀਂ ਰੈਂਟ ਕਰ ਰਹੇ ਹੋ ਕਿਸੇ ਚੀਜ਼ ਨੂੰ ਸ਼ਾਰਟ ਟਰਮ ਲਈ, ਠੀਕ ਹੈ। ਯੂਜ਼ ਐਂਡ ਥਰੋ ਆ ਕਿ ਆਪਾਂ ਬੇਸਿਕਲੀ ਇੱਕ ਵਾਰੀ ਗਏ ਤੇ ਬਾਅਦ 'ਚ ਆਪਾਂ ਨੂੰ ਕੋਈ ਲੈਣਾ ਦੇਣਾ ਨਹੀਂ। ਇਹਦੇ ਵਿੱਚ ਤੁਸੀਂ ਸ਼ਾਰਟ ਟਰਮ ਲਈ ਰੈਂਟ ਕਰ ਰਹੇ ਹੋ, ਕਿਤੇ ਰਹਿਣਾ ਆ, ਤੇ ਤੁਹਾਨੂੰ ਥੋੜਾ ਜਿਹਾ ਪਤਾ ਹੋਣਾ ਚਾਹੀਦਾ ਕਿ ਹਾਂ ਇਹ ਜਗ੍ਹਾ ਕਿੱਦਾਂ ਦੀ ਆ, ਮਾਲਕ ਕਿੱਦਾਂ ਦਾ ਆ, ਠੀਕ ਹੈ। ਉਹ ਸਾਰੀਆਂ ਚੀਜ਼ਾਂ, এনवायरमेंट ਨੇੜੇ ਦੀ ਨੇਬਰਹੁੱਡ ਕਿੱਦਾਂ ਦੀ ਆ, ਬਿਜ਼ਨਸ ਕਿੱਦਾਂ, ਕਿੰਨੀ ਕੁ ਦੂਰ ਆ, ਬੱਸ ਸਟਾਪ ਕਿੰਨੀ ਕੁ ਦੂਰ ਆ, ਸੋ ਉਹ ਇਹ ਚੀਜ਼ ਆ। ਸੋ ਸਵਿੰਗ ਟ੍ਰੇਡ ਦੇ ਵਿੱਚ ਆਪਾਂ ਨੂੰ ਥੋੜਾ ਜਿਹਾ ਹੋਰ ਪੜ੍ਹਨਾ ਪੈਂਦਾ। ਨੈਕਸਟ ਆ ਗਈ ਇਨਵੈਸਟਿੰਗ ਆ ਗਈ, ਤੁਸੀਂ ਅੱਜ ਬਾਏ ਕਰ ਲਿਆ। ਮੇਰੀ ਸੁਜੈਸ਼ਨ ਕੀ ਹੁੰਦੀ ਹੈ ਕਿ ਇਨਵੈਸਟਿੰਗ ਉਹਨੂੰ ਹੀ ਗਣੋ ਜਿਹੜਾ ਘੱਟੋ ਘੱਟ 5 ਸਾਲ ਲਈ ਹੋਲਡ ਕਰਨਾ ਤੁਸੀਂ, ਕਿਉਂਕਿ ਕਈ ਵਾਰੀ 2-2 ਸਾਲ 3-3 ਸਾਲ ਮਾਰਕੀਟ ਡਾਊਨ ਰਹਿ ਜਾਂਦੀ ਆ। ਸੋ 2 ਸਾਲ ਦਾ ਜਿਹੜਾ ਟਾਈਮ ਹੋਰਾਈਜ਼ਨ ਕਹਿ ਦਿੰਦੇ ਕਿ ਕਿੰਨਾ ਟਾਈਮ ਸਟਾਕ ਦੇ ਵਿੱਚ ਤੁਸੀਂ ਰਹਿਣਾ ਆ, ਉਹਨੂੰ ਆਪਾਂ ਇਨਵੈਸਟਿੰਗ ਨਹੀਂ ਮੰਨ ਸਕਦੇ। ਘੱਟੋ ਘੱਟ 5 ਸਾਲ ਜਾਂ 7-10 ਸਾਲ ਜਿਹੜਾ ਵੀ ਜ਼ਿਆਦਾ ਟਾਈਮ ਆ, ਉਹ ਇੱਕ ਤਰੀਕੇ ਦੀ ਇਨਵੈਸਟਿੰਗ ਆ। ਇਹਦੇ ਵਿੱਚ ਹੋਰ ਜ਼ਿਆਦਾ ਸਟੱਡੀ ਕਰਨੀ ਪੈਂਦੀ ਆ। ਸੋ ਇਹਦੇ ਵਿੱਚ ਤੁਹਾਨੂੰ ਚਾਰਟ ਵੀ ਲਰਨ ਕਰਨੇ ਪੈਣੇ, ਟ੍ਰੈਂਡ ਵੀ, ਕੰਪਨੀ ਦੇ ਫੰਡਾਮੈਂਟਲ, ਅਰਨਿੰਗ ਰਿਪੋਰਟ, ਤੁਹਾਨੂੰ ਸਾਰਾ ਪਤਾ ਹੋਣਾ ਚਾਹੀਦਾ। ਸਿੰਪਲ ਜਿਹਾ ਇਹ ਕੀ ਆ, ਇਟਸ ਲਾਈਕ ਓਨਿੰਗ ਏ ਬਿਜ਼ਨਸ। ਜਿੱਦਾਂ ਤੁਸੀਂ ਆਪਣਾ ਬਿਜ਼ਨਸ ਬਾਏ ਕਰ ਲੱਗੇ ਹੋ ਜਾਂ ਆਪਣਾ ਘਰ ਬਾਏ ਕਰ ਲੱਗੇ ਹੋ, ਜਦੋਂ ਉਹ ਚੀਜ਼ ਕਰਨ ਲੱਗੇ ਤੁਹਾਨੂੰ ਪਤਾ ਕਿ ਮੈਂ ਇਹਦੇ ਵਿੱਚ ਲੰਮਾ ਟਾਈਮ ਰਹਿਣਾ ਆ, ਤੁਸੀਂ ਕੱਲੀ ਚੀਜ਼ ਦੇਖੋਗੇ। ਬਿਜ਼ਨਸ ਬਾਏ ਕਰਨਾ, ਤੁਸੀਂ ਦੇਖੋਗੇ ਪ੍ਰੋਫਿਟ ਬਣਾ ਰਿਹਾ, ਕਿਹੋ ਜਿਹੀ ਲੋਕੇਸ਼ਨ ਆ, ਕਿੰਨੇ ਕਸਟਮਰ ਆਉਂਦੇ ਆ, ਕਿੰਨੇ ਮੈਨੂੰ EMPLOYE ਰੱਖਣੇ ਪੈਣੇ ਆ, ਕਿੰਨਾ ਖਰਚਾ ਆ, ਕਿੰਨਾ ਮਾਰਜਨ ਆ, ਉਹ ਸਾਰੀਆਂ ਚੀਜ਼ਾਂ, ਠੀਕ ਹੈ। ਹੁਣ ਜਦੋਂ ਡੇ ਟ੍ਰੇਡ ਕਰਨਾ, ਤੁਹਾਨੂੰ ਇਹ ਜਾਣਨ ਦੀ ਲੋੜ ਨਹੀਂ, ਕਿਉਂਕਿ ਤੁਸੀਂ ਅੱਜ ਹੀ ਆ ਉਹ 'ਚੋਂ ਬਾਹਰ ਨਿਕਲਾਉਣਾ। ਇਨਵੈਸਟਿੰਗ ਦੇ ਵਿੱਚ ਤੁਸੀਂ ਅਗਲੇ 5-7-10 ਸਾਲ ਲਈ ਆਪਣਾ ਪੈਸਾ ਕਿਤੇ ਰੱਖਣ ਲੱਗੇ ਹੋ, ਉੱਥੇ ਤੁਹਾਨੂੰ ਜਾਣਨ ਦੀ ਲੋੜ ਆ ਕਿ ਕੰਪਨੀ ਕਿੰਨੀ ਕੁ ਸੋਲਿਡ ਆ। ਇਹ ਨਾ ਹੋਵੇ ਕਿ ਅਗਲੇ 2 ਸਾਲਾਂ 'ਚ ਕੰਪਨੀ ਭੱਜ ਜੇ ਤੇ ਮੇਰਾ ਪੈਸਾ ਸਾਰਾ ਮਾਰਿਆ ਜਾਵੇ। ਸੋ ਇਨਵੈਸਟਿੰਗ 'ਚ ਥੋੜੀ ਜਿਹੀ ਜ਼ਿਆਦਾ ਸਟੱਡੀ ਚਾਹੀਦੀ ਹੈ। 3 ਤਰ੍ਹਾਂ ਦੇ ਸਟਾਕ ਜਿੱਦਾਂ ਮੈਂ ਆਪਣੇ ਵੱਲੋਂ ਕੀਤੇ ਹੋਏ ਨੇ ਡਿਵਾਈਡ, ਕਿ ਤੁਸੀਂ ਸਟਾਕ ਮਾਰਕੀਟ 'ਚ ਉਹਨਾਂ ਨੂੰ ਡਿਵਾਈਡ ਕਰਕੇ ਤੇ ਬਾਈ ਸੈਲ ਕਰ ਸਕਦੇ ਹੋ। ਪੈਨੀ ਸਟਾਕ ਆ, ਬਹੁਤ ਛੋਟੀਆਂ ਕੰਪਨੀਆਂ, ਜਿੱਦਾਂ ਉਹਨੂੰ ਪੈਨੀ ਸਟਾਕ, ਕੋਈ ਵੀ $10 ਤੋਂ ਥੱਲੇ ਸਟਾਕ, ਆਈ ਕਾਲ ਇਟ ਪੈਨੀ ਸਟਾਕ ਮੋਸਟਲੀ। ਕੋਈ ਪੱਕੀ ਡੈਫੀਨੇਸ਼ਨ ਨਹੀਂ ਹੈਗੀ, ਬਟ ਦੈਟ ਇਜ਼ ਮਾਈ ਡੈਫੀਨੇਸ਼ਨ। ਸੋ MMD ਸਟਾਕ ਆ, SOLR ਆ, BITF, ENSC, ਜਿਹੜੇ ਸਟਾਕ ਬਹੁਤ ਛੋਟੇ ਆ। ਮਿਡ ਕੈਪ ਦੇ ਵਿੱਚ ਆ, ਲਿਫਟ ਕੰਪਨੀ ਦਾ ਸਟਾਕ ਆ, DoorDash ਦਾ ਸਟਾਕ ਆ, ਇਦਾਂ ਦੇ ਹੋਰ ਬਹੁਤ ਸਟਾਕ ਆ $50 ਤੋਂ ਥੱਲੇ ਵਾਲੇ। ਲਾਰਜ ਕੈਪ ਦੇ ਵਿੱਚ ਆ ਗਏ ਐਪਲ, ਮਾਈਕਰੋਸਾਫਟ, ਗੂਗਲ, ਮੈਟਾ, ਨਵੀਡੀਆ, ਮਰਨਾ, ਇਦਾਂ ਦੇ ਹੋਰ, ਮੋਡਰਨਾ, ਇਦਾਂ ਦੇ ਹੋਰ ਬਹੁਤ ਸਾਰੇ ਸਟਾਕ। ਸੋ ਜਦੋਂ ਤੁਸੀਂ ਸਟਾਕ ਮਾਰਕੀਟ 'ਚ ਜਾਣਾ, ਇੱਥੇ ਵੀ ਇੱਕ ਆਪਣਾ ਯੂਨੀਵਰਸ ਜਿਹੜਾ ਮੈਂ ਤੁਹਾਨੂੰ ਕਿਹਾ ਤਿਆਰ ਕਰਨਾ, ਉਹ ਇਹੀ ਆ ਕਿ ਕੀ ਮੈਂ ਡੇ ਟ੍ਰੇਡ ਕਰਨਾ, ਕਿ ਸਵਿੰਗ ਟ੍ਰੇਡ ਕਰਨਾ, ਕੀ ਇਨਵੈਸਟਿੰਗ ਕਰਨੀ ਹੈ। ਹੁਣ ਤੁਸੀਂ ਮੰਨ ਲਓ ਫੋਰ ਐਗਜ਼ਾਮਪਲ ਸਵਿੰਗ ਟ੍ਰੇਡ ਚੂਜ਼ ਕਰ ਲਿਆ। ਹੁਣ ਸਵਿੰਗ ਟ੍ਰੇਡ ਮੈਂ ਪੈਨੀ ਸਟਾਕਾਂ ਨੂੰ ਕਰਨਾ, ਮਿਡ ਕੈਪ ਨੂੰ ਕਰਨਾ ਜਾਂ ਲਾਰਜ ਕੈਪ ਨੂੰ ਕਰਨਾ, ਠੀਕ ਹੈ। ਸੋ ਇਹ ਚੀਜ਼ ਤੁਹਾਨੂੰ ਚੂਜ਼ ਕਰਨੀ ਪੈਣੀ ਹੈ। ਸੋ ਉਹ ਇੱਕ ਯੂਨੀਵਰਸਲ ਰੂਲ ਤਿਆਰ ਕਰਨੇ ਪੈਣੇ ਆ। ਹਾਂਜੀ, ਸੋ ਸਟਿਲ ਕਨਫਿਊਜ਼। ਸੋ ਇਹ ਸਲਾਈਡ ਮੈਂ ਪਾਈ ਹੋਈ ਆ ਜੀ, ਜੇ ਤੁਹਾਨੂੰ ਸਟਿਲ ਕੁਐਸਚਨ ਹੈਗੇ ਨੇ, ਨਹੀਂ ਪਤਾ ਲੱਗਦਾ, ਤੇ ਆਪਣੀ ਵੈਬਸਾਈਟ ਆ stocktalkforyou.com, ਉਹਦੇ ਉੱਤੇ ਇੱਕ ਮੈਂ ਲਰਨਿੰਗ ਸੈਂਟਰ ਵੀ ਬਣਾਇਆ ਹੋਇਆ, ਕੁਝ ਕੁ ਡੈਫੀਨੇਸ਼ਨਾਂ ਤੁਹਾਨੂੰ ਉੱਥੇ ਵੀ ਜਾ ਕੇ ਮਿਲ ਜਾਣਗੀਆਂ। ਪਰ ਇਹ ਨਾ ਹੋਵੇ ਹੁਣ ਤੁਸੀਂ ਲਾਈਵ ਤੋਂ ਉੱਠ ਕੇ ਉੱਧਰ ਚੱਲ ਜਾਓ। ਸਟਾਪ ਲਾਸ। ਸੋ ਸਭ ਤੋਂ ਜ਼ਰੂਰੀ ਚੀਜ਼ ਸਟਾਕ ਮਾਰਕੀਟ ਦੇ ਵਿੱਚ, ਜਿਹੜੀ ਬੰਦਿਆਂ ਨੂੰ ਬਹੁਤ ਘਾਟਾ ਖਾ ਕੇ ਕਈ ਵਾਰੀ ਪਤਾ ਲੱਗਦੀ ਹੈ ਕਿ ਹਾਂ ਇਹ ਚੀਜ਼ ਦੀ ਵੀ ਕੋਈ ਇੰਪੋਰਟੈਂਸ ਹੈਗੀ ਹੈ। ਜਿੱਦਾਂ ਸਟਾਪ ਸਾਈਨ ਦੀ ਇੰਪੋਰਟੈਂਸ ਬਹੁਤ ਟਾਈਮ ਬਾਅਦ ਪਤਾ ਲੱਗਦੀ ਨਾ ਆਪਾਂ ਨੂੰ ਇਹਨਾਂ ਕੰਟਰੀਆਂ ਦੇ ਵਿੱਚ ਬਾਹਰ ਕਿਤੇ ਆਣ ਕੇ, ਕਿ ਸਟਾਪ ਸਾਈਨ ਦੀ ਇੰਪੋਰਟੈਂਸ ਕੀ ਆ। ਉਹ ਸ਼ੁਰੂ ਤੋਂ ਲੱਗਦਾ ਐਵੇਂ ਹੀ ਲਾਇਆ ਯਾਰ, ਗੱਡੀ ਤੇ ਕੋਈ ਆਉਂਦੀ ਨਹੀਂ, ਮੈਨੂੰ ਹਰ ਵਾਰੀ ਬ੍ਰੇਕ ਮਾਰ ਕੇ ਲੰਘਣਾ ਪੈਂਦਾ। ਪਰ ਉਹ ਬਾਅਦ 'ਚ ਜਦੋਂ ਕਿਤੇ ਬੰਦਾ ਜ਼ਿਆਦੀਆਂ ਗੱਡੀਆਂ ਹੋਣ ਇੱਕ ਟਾਈਮ ਤੇ ਪਤਾ ਲੱਗਦਾ ਕਿ ਹੁਣ ਜੇ ਸਾਰੀਆਂ ਇਸ ਚੁਰਸਤੇ ਤੇ ਆ ਜਾਣ ਇਕੱਠੀਆਂ, ਤੇ ਫਿਰ ਹੁਣ ਅਸੀਂ ਕੀ ਕਰਾਂਗੇ। ਸੋ ਇਸ ਕਰਕੇ ਸਟਾਪ ਲਾਸ ਦੀ ਵੀ ਬਹੁਤ ਟਾਈਮ ਬਾਅਦ ਇੰਪੋਰਟੈਂਸ ਪਤਾ ਲੱਗਦੀ ਹੈ। ਸਟਾਪ ਦਾ ਕੀ ਮੀਨਿੰਗ ਆ? ਰੋਕਣਾ। ਲਾਸ ਦਾ ਮਤਲਬ ਘਾਟੇ ਨੂੰ ਰੋਕਣਾ। ਸੋ ਸਟਾਕ ਮਾਰਕੀਟ ਦੇ ਵਿੱਚ ਤੁਹਾਡਾ ਪਹਿਲਾ ਫੋਕਸ ਕੀ ਹੋਣਾ ਚਾਹੀਦਾ? ਘਾਟਾ ਨਾ ਪਵੇ, ਮੈਨੂੰ ਪ੍ਰੋਫਿਟ ਨਾ ਬਣੇ, ਕੋਈ ਚਿੰਤਾ ਨਹੀਂ ਹੈ, ਠੀਕ ਹੈ।
ਹੁਣ ਅੱਜ ਸਵੇਰੇ ਮੈਂ ਬਾਈ ਉਹਨਾਂ ਨਾਲ ਸੈਸ਼ਨ ਕਰ ਰਿਹਾ ਸੀ, ਉਹਨਾਂ ਨੇ ਐਗਜ਼ਾਮਪਲ ਦੇ ਰਿਹਾ ਸੀ ਕਿ ਸਟਾਕ ਮਾਰਕੀਟ ਦੇ ਵਿੱਚ ਜੇ 10 ਬੰਦੇ ਸ਼ੁਰੂ ਕਰਦੇ ਆ, 8 ਫੇਲ ਹੁੰਦੇ ਆ ਤੇ 2 ਕਾਮਯਾਬ ਹੁੰਦੇ ਆ। ਫੇਲ ਆਪਾਂ ਕਿਹਨੂੰ ਕਹਿ ਸਕਦੇ ਹਾਂ ਸਟਾਕ ਮਾਰਕੀਟ 'ਚ? ਜਿਹੜਾ ਬੰਦਾ ਘਾਟਾ ਖਾਈ ਜਾਂਦਾ। ਤੇ ਹੁਣ ਜੇ ਤੁਹਾਨੂੰ ਘਾਟਾ ਨਹੀਂ ਪੈ ਰਿਹਾ, ਜਿੰਨੇ ਤੇ ਤੁਸੀਂ ਸ਼ੁਰੂ ਕੀਤਾ ਉਨੇ ਤੇ ਹੀ ਖੜੇ ਹੋ, ਇਹਦਾ ਮਤਲਬ ਤੁਸੀਂ ਫੇਲ ਨਹੀਂ ਹੋਏ ਸਟਾਕ ਮਾਰਕੀਟ 'ਚ, ਉੱਥੇ ਹੀ ਹੋ ਜਿੱਥੇ ਸਟਾਰਟ ਕੀਤਾ ਸੀ। ਸੋ ਉਹ ਫੇਲੀਅਰ ਨੂੰ ਰੋਕਣ ਲਈ ਕਿ ਆਪਾਂ ਨੂੰ ਘਾਟਾ ਨਾ ਜ਼ਿਆਦਾ ਪਵੇ, ਆਪਾਂ ਸਟਾਪ ਲਾਸ ਲਗਾ ਸਕਦੇ ਹਾਂ। ਜਦੋਂ ਆਪਾਂ ਸਟਾਕ ਨੂੰ ਬਾਈ ਕਰਨਾ ਉਦੋਂ ਹੀ ਨਾਲ ਕਿੱਦਾਂ ਲਗਾਉਣਾ ਆ? ਮੰਨ ਲਓ ਕਿ ਆਹ ਵਾਲਾ ਸਟਾਕ $86.78 ਦਾ ਆ, ਤੁਸੀਂ ਇਹਨੂੰ ਬਾਏ ਕਰਨਾ ਚਾਹੁੰਦੇ ਹੋ, 50 ਕੁਆਂਟੀਟੀ ਆ, ਤੁਸੀਂ ਲਿਮਿਟ ਪ੍ਰਾਈਸ ਕਰਤੀ ਕਿ ਮੈਂ $86.50 ਤੇ ਬਾਏ ਕਰੂੰਗਾ, ਪਰ ਨਾਲ ਦੀ ਨਾਲ ਤੁਸੀਂ ਕੀ ਕੀਤਾ, ਉਹਨੂੰ ਬ੍ਰੈਕਟ ਆਰਡਰ ਕਹਿ ਦਿੰਦੇ ਆ। ਡਿਫਰੈਂਟ ਬ੍ਰੋਕਰ ਤੇ ਡਿਫਰੈਂਟ ਨਾ ਹੋਊਗਾ, ਜਿੱਦਾਂ ਇੰਟਰੈਕਟਿਵ ਬ੍ਰੋਕਰ ਤੇ ਉਹਨੂੰ ਬ੍ਰੈਕਟ ਆਰਡਰ ਕਹਿ ਦਿੰਦੇ ਆ। ਉਹਦੇ ਵਿੱਚ ਆਪਾਂ ਜਾ ਕੇ ਕਹਿਣਾ ਕਿ ਹਾਂਜੀ ਮੈਂ ਨਾਲ ਆਪ ਸਟਾਪ ਲਾਸ ਵੀ ਅਟੈਚ ਕਰਨਾ। ਸੋ ਟ੍ਰੇਡ ਦੇ ਵਿੱਚ ਜਾਣ ਤੋਂ ਪਹਿਲਾਂ, ਕੋਈ ਸਟਾਕ ਬਾਏ ਜਾਂ ਸ਼ਾਰਟ ਕਰਨ ਤੋਂ ਪਹਿਲਾਂ ਤੁਸੀਂ ਸਟਾਪ ਲਾਸ ਲਾ ਦੇਣਾ। ਤੇ ਇਹਦੇ ਵਿੱਚ ਸਟਾਪ ਲਾਸ ਤੁਸੀਂ ਲਗਾ ਦਿੱਤਾ ਕਿ $85 ਦਾ ਫੋਰ ਐਗਜ਼ਾਮਪਲ, ਕਿ ਜੇ ਇਹ ਸਟਾਕ ਮੇਰਾ 86.50 ਤੇ ਬਾਏ ਹੋ ਜਾਂਦਾ, ਉਸ ਤੋਂ ਬਾਅਦ ਇਹ ਥੱਲੇ ਡਿੱਗਣ ਲੱਗ ਜਾਂਦਾ ਤੇ ਜਦੋਂ $85 ਤੇ ਜਾਵੇ ਤੇ ਮੈਨੂੰ ਇਹਦੇ ਵਿੱਚੋਂ ਆਪਣੇ ਆਪ ਹੀ ਐਗਜ਼ਿਟ ਕਰਕੇ ਬਾਹਰ ਕੱਢ ਦੇ $1.5 ਦੇ ਘਾਟੇ ਦੇ ਨਾਲ। ਜੇ ਤੁਸੀਂ ਨਹੀਂ ਨਿਕਲਦੇ ਇਦਾਂ, ਤੇ ਹੁਣ ਜੇ ਤੁਸੀਂ ਟ੍ਰੇਡਿੰਗ ਦੇ ਵਿੱਚ ਬਹੁਤ ਨਵੇਂ ਹੋ, ਸਟੈਪ ਇਨ ਕਰ ਰਹੇ ਹੋ, ਜੇ ਤੁਸੀਂ ਨਹੀਂ ਨਿਕਲੇ ਇਦਾਂ ਤੇ ਤੁਹਾਨੂੰ ਕੀ ਹੋਣਾ ਕਿ ਇਹ ਕਿਤੇ ਨਾ ਕਿਤੇ ਵਾਪਸ ਚੱਲ ਜੂਗਾ, ਮੈਂ ਇਹਨੂੰ ਹੋਲਡ ਕਰ ਲੈਣਾ ਤੇ ਉਹਨੇ ਕੀ ਹੁੰਦਾ, ਕਈ ਸਟਾਕ ਵਾਪਸ ਜਾਂਦੇ ਨਹੀਂ, ਉਹ ਥੱਲੇ ਦੀ ਥੱਲੇ ਡਿੱਗੀ ਜਾਂਦੇ ਆ ਤੇ ਤੁਸੀਂ ਇੱਕ ਆਸ ਦੇ ਵਿੱਚ ਬੈਠੇ ਰਹਿੰਦੇ ਹੋ ਕਿ ਉੱਪਰ ਜਾਊਗਾ ਕਿਸੇ ਨਾ ਕਿਸੇ ਦਿਨ, ਪਰ ਉਹਨੇ ਜਾਣਾ ਨਹੀਂ, ਤੁਹਾਨੂੰ ਘਾਟੇ ਤੇ ਘਾਟਾ ਪੈ ਜਾਣਾ। ਜੇ ਇਹ ਗੱਲ ਦਾ ਨਹੀਂ ਯਕੀਨ ਤੇ ਜੇ ਕੋਈ ਪੁਰਾਣੀ ਟ੍ਰੇਡਿੰਗ ਕਰਦਾ ਤੇ ਉਹਨੂੰ ਮਾੜਾ ਜਿਹਾ ਪੁੱਛ ਲਿਓ, ਉਹਦਾ ਦੁੱਖ ਦਰਦ ਫੋਲ ਲਿਓ ਤੇ ਉਹ ਤੁਹਾਨੂੰ ਆਪਣੇ ਦੁੱਖੜੇ ਸੁਣਾ ਦੂਗਾ ਕਿ ਸਟਾਪ ਲਾਸ ਤੋਂ ਬਿਨਾ ਕੀ ਹੁੰਦਾ ਮਾਰਕੀਟ ਦੇ ਵਿੱਚ। ਸੋ ਇਸ ਲਈ ਜੇ ਤੁਸੀਂ ਟ੍ਰੇਡਿੰਗ ਕਰਨੀ ਆ, ਸਟਾਪ ਲਾਸ ਤੁਹਾਨੂੰ ਨਹੀਂ ਲਾਉਣਾ ਆਉਂਦਾ, ਡੂ ਨਾਟ ਗੋ ਇਨ, ਠੀਕ ਹੈ? ਕਰੋ ਹੀ ਨਾ, ਤੁਸੀਂ ਸਟਾਕ ਮਾਰਕੀਟ ਦੇ ਵਿੱਚ ਆਓ ਹੀ ਨਾ। ਜੇ ਸਟਾਪ ਲਾਸ ਲਾਉਣਾ ਆਉਂਦਾ ਆ, ਪਤਾ ਆ, ਫੇਰ ਹੀ ਨਵਾਂ ਬੰਦਾ ਜੰਪ ਇਨ ਕਰੇ। ਸੇਫ ਆ ਥੋੜਾ ਜਿਹਾ, ਸੀਟ ਬੈਲਟ ਲਾ ਕੇ ਗੱਡੀ ਚਲਾਉਣ ਵਾਲਾ ਕੰਮ ਆ। ਚਲਾ ਉਦਾਂ ਵੀ ਲਓਗੇ, ਇਹ ਨਹੀਂ ਆ, ਪਰ ਜੇ ਕੱਲ ਨੂੰ ਕੋਈ ਹੈਪਨ ਹੋ ਗਿਆ ਤੇ ਰਿਸਕੀ ਆ। ਹਾਂਜੀ, ਸੋ ਕੁਐਸਚਨ, ਸੋ ਕਿਸੇ ਵੀਰ ਭਰਾ ਦਾ ਇੱਥੋਂ ਤੱਕ ਕੋਈ ਕੁਐਸਚਨ ਹੋਵੇ ਜੀ? ਸੋ ਜਿੰਨਾ ਵੀਰਾਂ ਦੇ ਕੁਐਸਚਨ ਆਏ ਆ, ਲੈਟ ਮੀ ਆਸਕ ਆਨਸਰ ਦੋਜ਼। ਬਹੁਤ ਸੋਹਣਾ ਸਮਝਾਇਆ ਬਾਈ ਜੀ, ਥੈਂਕ ਯੂ ਸੰਧੂ ਭਾਜੀ। ਐਨੀ ਸਪੀਡ ਬੈਟਿੰਗ ਇਨ ਕੈਨੇਡਾ? ਜਸਕਰਨ ਸੰਧੂ ਭਾਜੀ, ਸਕਰੀਨ ਬੈਟਿੰਗ ਨਹੀਂ ਪਤਾ ਲੱਗਾ ਜੀ, ਸਪੀਡ ਬੈਟਿੰਗ ਕੀ ਹੁੰਦੀ ਹੈ ਭਾਜੀ? ਕੰਸੋਲੀਡੇਟ ਕੀ ਹੁੰਦਾ? ਕੰਸੋਲੀਡੇਟ ਹੁੰਦਾ ਜੀ ਭਾਜੀ ਜਦੋਂ ਸਟਾਕ ਬੇਸਿਕਲੀ ਉੱਥੇ ਕ ਖੜਿਆ ਰਵੇ, ਪ੍ਰਾਈਸ ਸਾਈਡਵੇਜ਼ ਕੰਸੋਲੀਡੇਟ ਕਹਿ ਦੋ ਕਿ ਕਿਸੇ ਇੱਕ ਸਾਈਡ ਨੂੰ ਮੂਵ ਨਹੀਂ ਹੋ ਰਹੀ, ਉੱਥੇ ਕੀ ਖੜ ਗਈ ਪ੍ਰਾਈਸ, ਉਹਨੂੰ ਕੰਸੋਲੀਡੇਸ਼ਨ ਕਹਿ ਦਿੰਦੇ ਆ। ਬਰੋ ਅੱਜ ਦੇ ਬੂਟ ਕੈਂਪ 'ਚ ਚਾਰਟ ਰੀਡਿੰਗ ਸਿਖਾਓਗੇ ਜਾਂ ਨਹੀਂ? ਚਾਰਟ ਰੀਡਿੰਗ ਨਹੀਂ ਹੋਣੀ ਜੀ, ਉਹ ਨੈਕਸਟ ਦੇ ਵਿੱਚ। ਭਾਜੀ ਵੈਨ ਵੀ ਬਾਈ ਆਪਸ਼ਨ ਕੌਂਟਰੈਕਟ ਸ਼ੁੱਡ ਇਟ ਬੀ ਪ੍ਰਾਈਸ ਲਿਮਿਟ ਆਰਡਰ ਔਰ ਮਾਰਕੀਟ ਆਰਡਰ? ਕੋਸ਼ਿਸ਼ ਕਰੋ ਸਾਹਿਲ ਭਾਜੀ ਕਿ ਲਿਮਿਟ ਆਰਡਰ ਹੀ ਹੋਵੇ। Do we need to put a stop loss every time to the stock by ourselves, or is there any way to put it automatically every time we buy a stock? ਸੋ ਨਹੀਂ ਜੀ, ਆਪ ਹੀ ਆਪਾਂ ਨੂੰ ਡਿਸਾਈਡ ਕਰਨਾ ਪੈਣਾ, ਕਿਉਂਕਿ ਹਰ ਇੱਕ ਸਟਾਕ ਦਾ ਜਿਹੜਾ ਸਟਾਪ ਲਾਸ ਆ ਉਹ ਉੱਪਰ ਥੱਲੇ ਲੱਗਦਾ। ਹੁਣ ਕੋਈ ਸਟਾਕ $150 ਦਾ, ਉਹਦਾ ਸਟਾਪ ਲਾਸ ਹੋ ਸਕਦਾ, ਤੁਸੀਂ ਡੇ ਟ੍ਰੇਡਿੰਗ ਦੀ ਐਗਜ਼ਾਮਪਲ ਦੇ ਰਿਹਾ, ਹੋ ਸਕਦਾ ਤੁਸੀਂ ਉਹਦਾ ਸਟਾਪ ਲਾਸ 50 ਸੈਂਟ ਤੇ ਜਾਂ $1 ਤੇ ਲਾਓ। ਤੇ ਜਿਹੜਾ ਸਟਾਕ ਹੈਗਾ ਕੋਈ $15 ਦਾ, ਹੋ ਸਕਦਾ ਉਹਦਾ ਸਟਾਪ ਲਾਸ ਤੁਸੀਂ 20-30 ਸੈਂਟਾਂ ਤੇ ਲਾਓ। ਤੇ ਜੇ ਤੁਸੀਂ ਮੇਰੇ YouTube ਤੇ ਜਾਓਗੇ ਤੇ ਉੱਥੇ ਇੱਕ ਡਿਫਰੈਂਟ ਬਣੀ ਹੋਈ ਪਲੇਲਿਸਟ, ਜਿਹਦੇ ਵਿੱਚ ਮੈਂ ਦੱਸਿਆ ਹੋਇਆ ਕਿ ਹਾਊ ਟੂ ਸੈਟ ਅ ਸਟਾਪ ਲਾਸ ਸਾਈਕੋਲੋਜੀ, ਉਹ ਸਾਰੀਆਂ ਚੀਜ਼ਾਂ ਮੈਂ ਸ਼ੇਅਰ ਕੀਤੀਆਂ ਹੋਈਆਂ। ਹਾਂਜੀ, ਸੋ ਆਟੋਮੈਟਿਕ ਡਿਜ਼ਾਈਨ ਕਰ ਸਕਦੇ ਹੋ, ਮੈਂ ਦੱਸਿਆ ਕਿੱਦਾਂ ਕਰਨਾ, ਪਰ ਉਹਦੇ ਵਿੱਚ ਦੱਸਿਆ ਹੋਇਆ ਕਿ ਕੀ ਇੰਪੋਰਟੈਂਸ ਆ। ਸੋ ਸਟਾਪ ਲਾਸ ਤੇ ਥੋੜੀ ਜਿਹੀ ਇੱਕ ਚੀਜ਼ ਮੈਂ ਐਡ ਕਰਨੀ ਚਾਹੁੰਦਾ ਜੀ। ਸਟਾਪ ਲਾਸ ਲਗਾਉਣਾ ਕਿਉਂ ਆ? ਸੋ ਇਹ ਸਟਾਪ ਲਾਸ ਸਾਈਕੋਲੋਜੀ ਦੀ ਇੱਕ ਮੈਂ ਵੀਡੀਓ ਵੀ ਅਪਲੋਡ ਕੀਤੀ ਹੋਈ ਆ, ਵੱਖਰੀ ਜਾ ਕੇ ਦੇਖ ਲਿਓ, ਬਟ ਸਟਿਲ ਆਈ ਵਾਂਟ ਟੂ ਟੱਚ ਬੇਸ ਔਨ ਇਟ। ਕਈ ਬੰਦੇ ਉੱਥੇ ਨਹੀਂ ਜਾਣਾ ਜਾਂ ਉਹਨਾਂ ਕਹਿਣਾ ਕਿ ਹਾਂਜੀ ਇੱਥੇ ਆਏ ਆ ਦੱਸ ਦਿਓ। ਸਟਾਪ ਲਾਸ ਦਾ ਸਿੰਪਲ ਜਿਹਾ ਮਤਲਬ ਕੀ ਹੈ ਕਿ ਤੁਸੀਂ ਕੋਈ ਸਟਾਕ ਨੂੰ ਬਾਏ ਕਰ ਲਿਆ ਮੰਨ ਲਓ $10 ਤੇ ਤੁਸੀਂ ਕਹਿੰਦੇ ਹੋ ਉੱਪਰ ਜਾਊਗਾ, ਠੀਕ ਆ। ਹੁਣ ਉਹ ਉੱਪਰ ਗਿਆ ਹੀ ਨਹੀਂ, ਉਹ ਉਲਟ ਰਸਤੇ ਪੈ ਗਿਆ, ਥੱਲੇ ਨੂੰ ਤੁਰ ਪਿਆ। ਹੁਣ ਉਹਦੇ ਵਿੱਚ ਰਹਿਣ ਦੀ ਆਪਣੀ ਕੋਈ ਸੈਂਸ ਨਹੀਂ ਬਣਦੀ। ਸਿੰਪਲ ਜਿਹਾ ਜਿਹੜੀ ਮੈਂ ਸਾਈਕੋਲੋਜੀ ਵਾਲੀ ਵੀਡੀਓ ਉਹਦੇ ਵਿੱਚ ਇਹੀ ਦੱਸਿਆ ਹੋਇਆ ਕਿ ਤੁਸੀਂ ਮੰਨ ਲਓ ਇੱਥੋਂ ਸਰੀ ਤੋਂ ਤੁਰੇ ਹੋ ਵਿਸਲਰ ਵੱਲ ਨੂੰ, ਡੈਸਟੀਨੇਸ਼ਨ ਆ, ਤੇ ਤੁਹਾਡੇ ਕੋਲ ਰਸਤੇ ਦੇ ਵਿੱਚ ਐਗਜ਼ਿਟ ਇੱਥੇ ਨਾ ਗਲਤ ਰਸਤੇ ਪੈ ਗਏ ਤੁਸੀਂ। ਹੁਣ ਇੱਥੇ ਕੀ ਕਰੋਗੇ? ਤੁਸੀਂ ਵਾਪਸ ਮੁੜੋਗੇ ਕਿ ਸਹੀ ਰਸਤੇ 'ਚ ਪਹੁੰਚੀਏ, ਤੇ ਜਾਂ ਇਹ ਕਹੋਗੇ ਕੋਈ ਨਹੀਂ ਜਾਣਦੇ, ਆਪੇ ਕਿਤੇ ਨਾ ਕਿਤੇ ਘੁੰਮ ਕੇ ਰੋਡ ਵਿਸਲਰ ਪਹੁੰਚ ਹੀ ਜਾਊਗਾ, ਠੀਕ ਹੈ। ਇਹ ਚੀਜ਼ ਨਹੀਂ ਤੁਸੀਂ ਕਰਨੀ, ਤੁਸੀਂ ਕਹਿਣਾ ਯਾਰ ਗਲਤ ਰਸਤੇ ਪੈ ਗਏ ਆ, ਨਿਕਲੀਏ ਇੱਥੋਂ ਬਾਹਰ ਤੇ ਵਾਪਸ ਸਹੀ ਰਸਤੇ ਤੇ ਜਾਈਏ।
ਹੁਣ ਇਹੀ ਸਟਾਪ ਲਾਸ ਆ ਕਿ ਜੇ ਤੁਸੀਂ ਇੱਥੇ ਸਟਾਪ ਲਾਸ ਨਾ ਕੀਤਾ, ਸਟਾਪ ਲਾਸ ਦਾ ਮਤਲਬ ਆ ਕਿ ਗਲਤ ਰਸਤੇ ਤੇ ਪੈ ਗਿਆ ਸਟਾਕ, ਆਪਾਂ ਕੀ ਕਰਨਾ, ਇੱਥੋਂ ਐਗਜ਼ਿਟ ਕਰਨਾ, ਬਾਹਰ ਨਿਕਲਣਾ। ਜੇ ਨਹੀਂ ਆ ਤੇ ਤੁਸੀਂ ਇਹ ਆਸ ਹੀ ਰੱਖੀ ਜਾਣੀ ਕਿ ਸ਼ਾਇਦ ਘੁੰਮ ਘੁੰਮ ਕੇ ਫੇਰ 10 ਤੇ ਆ ਹੀ ਜਾਵੇ, ਪਰ ਉਹਨੇ ਆਉਣਾ ਨਹੀਂ। ਹੋ ਸਕਦਾ ਉਹ ਰੋਡ ਅੱਗੇ ਦੀ ਅੱਗੇ ਹੋਰ ਹੀ ਕਿਤੇ ਚੱਲ ਜੇ ਤੇ ਤੁਸੀਂ ਘਾਟੇ ਤੇ ਘਾਟਾ ਖਾਈ ਜਾਓ। ਸੋ ਇਹ ਜੇ ਤੁਸੀਂ ਐਗਜ਼ਾਮਪਲ ਯਾਦ ਰੱਖ ਲਓ ਤਾਂ ਤੁਸੀਂ ਸਟਾਪ ਲਾਸ ਤੋਂ ਬਿਨਾਂ ਕਦੇ ਵੀ ਟ੍ਰੇਡ ਨਹੀਂ ਕਰੋਗੇ। ਸਟਾਕ ਸਕੈਨਰ ਕੀ ਹੁੰਦੇ ਆ? ਸਟਾਕ ਸਕੈਨਰ ਕੀ ਹੁੰਦੇ ਆ? ਸਿੰਪਲ ਜਿਹਾ ਕਿ ਇਹਨਾਂ ਤੁਹਾਨੂੰ ਮਾਰਕੀਟ ਦੇ ਵਿੱਚ ਜਾ ਕੇ ਤੇ ਤੁਹਾਡੀ ਜੋ ਵੀ ਰਿਕੁਆਇਰਮੈਂਟ ਆ ਉਹਦੇ ਹਿਸਾਬ ਨਾਲ ਤੁਹਾਨੂੰ ਸਟਾਕ ਲੱਭ ਕੇ ਦੇਣਾ, ਠੀਕ ਹੈ। ਸੋ ਹੁਣ ਮੈਂ ਐਗਜ਼ਾਮਪਲ ਦਿੰਦਾ ਹੁੰਦਾ ਕਿ ਮੰਨ ਲਓ ਤੁਸੀਂ ਸ਼ਰਟ ਲੈਣ ਗਏ ਉਹ ਦੁਕਾਨ ਦੇ, ਤੁਸੀਂ ਕਿਹਾ ਵੀ ਸ਼ਰਟ ਦਿਖਾਈ, ਠੀਕ ਹੈ। ਉਹਨਾਂ ਸ਼ਰਟਾਂ ਬਹੁਤ ਪਈਆਂ ਦੁਕਾਨ ਤੇ, ਕੋਈ ਸ਼ਰਟ ਕਿਤੇ ਪਈ ਆ, ਕੋਈ ਸ਼ਰਟ ਕਿਤੇ ਪਈ ਆ, ਤੇ ਉਹ ਜੇ ਕਹਿ ਦਿੰਦੇ ਆ ਕਿ ਹਾਂਜੀ ਆਹ ਸ਼ਰਟਾਂ ਉਸ ਸਾਈਡ ਤੇ ਪਿਆ, ਦਿਸ ਇਜ਼ ਆਵਰ ਸ਼ਰਟ ਸੈਕਸ਼ਨ, ਤੁਸੀਂ ਉਧਰ ਜਾ ਕੇ ਦੇਖਣ ਲੱਗੇ, ਤੁਹਾਨੂੰ ਲੱਭਣਾ ਹੀ ਨਹੀਂ, ਪਸੰਦ ਨਹੀਂ ਆਉਣੀ। ਜਿੱਦਾਂ ਕਹਿੰਦੇ ਜ਼ਿਆਦਾ ਗੰਨਿਆਂ ਚੋਂ ਗੰਨਾ ਨਾ ਪਸੰਦ ਆਉਣ ਵਾਲੀ ਚੀਜ਼ ਹੋ ਜਾਣੀ ਆ। ਹੁਣ ਇੱਦਾਂ ਹੀ ਸਟਾਕ ਮਾਰਕੀਟ ਦੇ ਵਿੱਚ 8000 ਸਟਾਕ ਆ, ਤੁਹਾਨੂੰ ਪਤਾ ਨਹੀਂ ਲੱਗਣਾ ਸ਼ੁਰੂ ਤੋਂ ਜਦੋਂ ਨਵੇਂ ਹੋ ਕਿ ਮੈਂ ਕਿਹੜਾ ਸਟਾਕ ਟ੍ਰੇਡ ਕਰਾਂ। ਪਰ ਜੇ ਤੁਸੀਂ ਉਹਨਾਂ ਨੂੰ ਜਾ ਕੇ ਕਹਿ ਦਿੱਤਾ ਕਿ ਮੈਨੂੰ ਸ਼ਰਟ ਚਾਹੀਦੀ ਹੈ ਵਾਈਟ ਕਲਰ ਦੀ, ਲੈਣਾ ਵਾਲੀ ਸ਼ਰਟ ਹੋਵੇ ਜਾਂ ਡੱਬੀਆਂ ਵਾਲੀ ਸ਼ਰਟ ਆ, ਠੀਕ ਆ, ਤੇ ਇਦਾਂ ਦੀ ਮੈਂ ਪੱਗ ਨਾਲ ਬੰਨਣੀ ਆ ਜਾਂ ਇਦਾਂ ਦਾ ਮੈਂ ਸੂਟ ਨਾਲ ਪਾਉਣਾ ਆ, ਤੇ ਆਹ ਮੇਰਾ ਸਾਈਜ਼ ਆ, ਇੰਨੀ ਕੁ ਮੇਰੀ ਪ੍ਰਾਈਸ ਰੇਂਜ ਦੇ ਵਿੱਚ ਸ਼ਰਟ ਆ, ਤੇ ਉਹਨੇ ਤੁਹਾਨੂੰ ਕਹਿਣਾ ਠੀਕ ਆ, ਆਹ ਜਿਹੜੀਆਂ ਲਾਈਨਾਂ ਲੂਨਾਂ ਵਾਲੀਆਂ ਸ਼ਰਟਾਂ ਵਾ ਇੱਥੇ ਪਈਆਂ, ਇੱਥੇ ਦੇਖ ਲਓ। ਸੋ ਤੁਹਾਡਾ ਕੰਮ ਈਜ਼ੀ ਹੋ ਗਿਆ। ਹੁਣ ਉੱਥੇ ਥੋੜੀਆਂ ਜਿਹੀਆਂ ਸ਼ਰਟਾਂ ਹੋਣਗੀਆਂ, ਤੁਸੀਂ ਉਹਨਾਂ 'ਚ ਚੂਜ਼ ਕਰ ਲੈਣੀਆਂ, ਜੇ ਕੋਈ ਤੁਹਾਡੇ ਹਿਸਾਬ ਕਿਤਾਬ ਦੀ ਹੈਗੀ ਆ ਤੁਸੀਂ ਬਾਏ ਕਰਕੇ ਲੈ ਆਉਣੀ ਆ, ਨਹੀਂ ਤਾਂ ਤੁਸੀਂ ਸਾਰੇ ਸਟੋਰ ਦੇ ਵਿੱਚ ਹੀ ਖੱਜਲ ਹੁੰਦੇ ਫਿਰਨਾ ਸੀ, ਗੇੜਾ ਕੱਢਦੇ ਫਿਰਨਾ ਸੀ। ਤਾਂਹੀਓ ਸਟੋਰਾਂ ਦੇ ਵਿੱਚ ਜਦੋਂ ਜਾਂਦੇ ਆ ਲੇਡੀਜ਼ ਆਉਂਦੀਆਂ ਹੁੰਦੀਆਂ ਨਾ, ਸਾਡੀ ਯੂ ਨੀਡ ਐਨੀ ਹੈਲਪ, ਤੇ ਉਹਨਾਂ ਨੂੰ ਆਲਵੇਜ਼ ਕਹਿ ਦਿਆ ਕਰੋ ਜੇ ਕੋਈ ਹੈਲਪ ਚਾਹੀਦੀ ਹੁੰਦੀ ਕਿ ਅਸੀਂ ਆਹ ਚੀਜ਼ ਲੱਭ ਰਹੇ ਹਾਂ, ਨਹੀਂ ਤੇ ਆਪਾਂ ਖੱਜਲ ਹੋ ਕੇ ਐਂਡ ਤੇ ਫੇਰ ਕਹਿਣਾ ਹੁੰਦਾ ਕਿ ਯਾਰ ਇਹਨਾਂ ਦੇ ਪੁੱਛ ਲਿਆ, ਆਪ ਤੇ ਲੱਭ ਨਹੀਂ ਰਿਹਾ। ਸੋ ਇਦਾਂ ਹੀ ਉਹ ਸਟਾਕ ਸਕੈਨਰ ਕੀ, ਉਹ ਲੇਡੀ ਵਾਲਾ ਹੀ ਕੰਮ ਆ। ਇਹ ਆਪਾਂ ਨੂੰ ਵੀ ਇੱਕ ਤਰੀਕੇ ਨਾਲ ਕਹਿੰਦੇ ਆ ਕਿ ਡੂ ਯੂ ਨੀਡ ਐਨੀ ਹੈਲਪ ਟੂ ਫਾਈਂਡ ਅ ਸਟਾਕ, ਤੇ ਆਪਾਂ ਇਹਨੂੰ ਕਹਿਣਾ ਕਿ ਹਾਂਜੀ ਚਾਹੀਦੀ ਹੈ ਸਾਨੂੰ ਹੈਲਪ, ਤੇ ਆਪਾਂ ਇਹਨੂੰ ਦੱਸ ਦੇਣਾ ਕਿ ਸਾਨੂੰ ਉਹ ਸਟਾਕ ਦੱਸੋ। ਫੋਰ ਐਗਜ਼ਾਮਪਲ ਤੁਸੀਂ ਕਹਿੰਦੇ ਹੋ ਕਿ ਮੈਂ ਸਟਾਕ ਟ੍ਰੇਡ ਕਰਨਾ ਜਿਹੜਾ $100 ਤੋਂ ਉੱਪਰ ਹੀ ਹੋਵੇ, ਮੈਂ ਛੋਟੇ ਸਟਾਕ ਟ੍ਰੇਡ ਨਹੀਂ ਕਰਨੇ ਜਾਂ ਛੋਟਾ ਸਟਾਕ ਕੋਈ ਬਾਈ ਨਹੀਂ ਕਰਨਾ, ਤੇ ਇਹਦੇ ਸਕੈਨਰ ਦੇ ਵਿੱਚ ਆਪਾਂ ਜਾ ਕੇ ਦੱਸ ਦੇਣਾ ਕਿ ਸਾਨੂੰ ਉਹ ਸਟਾਕ ਦਿਖਾਓ ਜਿਹੜਾ $100 ਤੋਂ ਉੱਪਰ ਆ, ਠੀਕ ਹੈ। ਜੇ ਆਪਾਂ ਦੇਖਣਾ ਕਿ ਹਾਂਜੀ ਉਹ ਸਟਾਕ ਚਾਹੀਦਾ ਜਿਹੜਾ ਪਿਛਲੇ 1 ਵੀਕ ਤੋਂ ਉੱਪਰ ਹੀ ਜਾ ਰਿਹਾ ਹੋਵੇ, ਵਧੀਆ ਟ੍ਰੈਂਡ ਦੇ ਵਿੱਚ ਹੋਵੇ, ਉਹ ਵੀ ਆਪਾਂ ਇਹਨਾਂ ਨੂੰ ਦੱਸ ਸਕਦੇ ਹਾਂ, ਠੀਕ ਹੈ। ਇੰਨਾ ਵੋਲੀਅਮ ਕਿੰਨਾ ਸਟਾਕ ਦਾ, ਜਾਨੀ ਕਿ ਕਿੰਨੇ ਸਟਾਕ ਬਾਈ ਸੈਲ ਹੋ ਰਹੇ ਨੇ, ਉਹ ਵੀ ਆਪਾਂ ਦੱਸ ਸਕਦੇ ਹਾਂ। ਕਿੱਡੀ ਕੁ ਵੱਡੀ ਕੰਪਨੀ ਆ, ਕਿੰਨੀ ਬਿਲੀਅਨ ਡਾਲਰ ਦੀ ਕੰਪਨੀ ਆ, ਉਹ ਵੀ ਆਪਾਂ ਦੱਸ ਸਕਦੇ ਹਾਂ। ਸੋ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਆਪਾਂ ਇਹਨਾਂ ਨੂੰ ਦੱਸ ਸਕਦੇ ਹਾਂ। ਉਹਦੇ ਹਿਸਾਬ ਨਾਲ ਜਿਹੜਾ ਵਾ ਤੁਹਾਡੇ ਸਕੈਨਰ ਨੇ ਤੁਹਾਨੂੰ ਸਟਾਕ ਕੱਢ ਕੇ ਦੇ ਦੇਣਾ ਕਿ ਜੋ ਤੁਹਾਡੀ ਰਿਕੁਆਇਰਮੈਂਟ ਆ, ਆਹ ਵਾਲਾ ਸਟਾਕ ਉਹ ਰਿਕੁਆਇਰਮੈਂਟ ਦੇ ਨਾਲ ਸੈੱਟ ਆਉਂਦਾ, ਇਹ ਕੰਪਨੀ ਨੂੰ ਰੀਡ ਕਰਕੇ ਜੇ ਤੁਸੀਂ ਬਾਏ ਕਰਨਾ, ਟ੍ਰੇਡ ਕਰਨਾ ਤੇ ਕਰ ਸਕਦੇ ਹੋ। ਸੋ ਬਹੁਤ ਸਾਰੇ ਸਟਾਕ ਸਕੈਨਰ ਨੇ, ਦੇयर ਆਰ ਹੰਡਰਡਸ ਆਫ ਦੋਜ਼ ਇਫ ਨਾਟ ਥਾਊਜ਼ੈਂਡਸ, ਹੰਡਰਡਸ ਦੇ ਵਿੱਚ ਤੇ ਹੈ ਹੀ ਆ। ਫਿਨਵਿਜ਼ ਦਾ ਸਟਾਕ ਸਕੈਨਰ ਆ, ਬਹੁਤ ਵਧੀਆ। ਯਾਹੂ ਦਾ ਵੀ ਆਪਣਾ ਹੈਗਾ, ਬਾਰ ਚਾਰਟ, ਜਿਹੜੇ ਤੁਸੀਂ ਬ੍ਰੋਕਰ ਯੂਜ਼ ਕਰੋਗੇ ਮੋਸਟਲੀ ਜਿਹੜੇ ਵਧੀਆ ਬ੍ਰੋਕਰ ਆ ਉਹਨਾਂ ਦਾ ਵੀ ਆਪੋ ਆਪਣਾ ਸਟਾਕ ਸਕੈਨਰ ਹੈਗਾ ਜਿਹੜਾ ਤੁਸੀਂ ਯੂਜ਼ ਕਰ ਸਕਦੇ ਹੋ। ਪਰ ਜਿੱਥੋਂ ਤੱਕ ਮੈਂ ਦੇਖਿਆ ਫਿਨਵਿਜ਼ ਦੇ ਵਿੱਚ ਕਾਫੀ ਜ਼ਿਆਦੀਆਂ ਆਪਸ਼ਨਾਂ ਨੇ ਜਿਹੜੀਆਂ ਸਾਰੀਆਂ ਸ਼ਾਇਦ ਹੋਰ ਕਿਤੇ ਨਾ ਹੋਣ। ਰਿਸਕ ਮੈਨੇਜਮੈਂਟ। ਸੋ ਰਿਸਕ ਮੈਨੇਜਮੈਂਟ ਕੀ ਹੈ ਜੀ? ਸੋ ਜਿੱਦਾਂ ਮੈਂ ਸ਼ੁਰੂ ਤੋਂ ਵੀ ਤੁਹਾਨੂੰ ਕਿਹਾ ਕਿ ਤੁਹਾਡਾ ਇੱਕ ਆਪਣਾ ਯੂਨੀਵਰਸ ਹੋਣਾ ਚਾਹੀਦਾ, ਉਹ ਯੂਨੀਵਰਸ ਦੇ ਵਿੱਚ ਤੁਹਾਨੂੰ ਰਿਸਕ ਮੈਨੇਜ ਕਰਨਾ ਬਹੁਤ ਜ਼ਰੂਰੀ ਆ। ਹੁਣ ਜੇ ਕਿਤੇ ਆਪਾਂ ਜੌਬ ਕਰਦੇ ਆ, ਕੋਈ ਕੰਸਟਰਕਸ਼ਨ ਦੇ ਵਿੱਚ ਕੰਮ ਕਰਦੇ ਆ, ਤੇ ਸਭ ਤੋਂ ਪਹਿਲਾਂ ਉੱਥੇ ਕੀ ਦੇਖਦੇ ਆ ਕਿ ਇੱਥੇ ਹੈਜ਼ਰਡ ਕਿਹੜੇ ਆ। ਕੋਈ ਫੈਕਟਰੀ ਦੇ ਵਿੱਚ ਕੰਮ ਕਰਦੇ ਆ, ਹੈਜ਼ਰਡ ਕਿਹੜੇ ਆ, ਕਿਹੜੇ ਰਿਸਕ ਹੋ ਸਕਦੇ ਆ, ਠੀਕ ਹੈ। ਇਹੀ ਦੇਖਦੇ ਆ ਜੇ ਤੁਸੀਂ ਕੋਈ ਜੌਬ ਕਰਦਾ ਵਾ, ਖਾਸ ਕਰਕੇ ਕੋਈ ਇੰਡਸਟਰੀਅਲ ਜੌਬ ਦੇ ਵਿੱਚ ਆ, ਜਿਹੜਾ ਫੀਲਡ ਦੇ ਵਿੱਚ ਜੌਬ ਕਰ ਰਿਹਾ, ਤੇ ਤੁਸੀਂ ਦੇਖਿਓ ਕਿ ਜਦੋਂ ਵੀ ਕੋਈ ਨਵਾਂ ਪ੍ਰੋਜੈਕਟ ਸ਼ੁਰੂ ਕਰਦੇ ਆ, ਉਹ ਪਹਿਲਾਂ ਇਹ ਦੇਖਦੇ ਆ ਕਿ ਇਸ ਏਰੀਆ ਦੇ ਵਿੱਚ ਆਪਾਂ ਡਿੱਗ ਕਿੱਥੇ ਸਕਦੇ ਆ, ਟ੍ਰੈਫਿਕ ਕਿੱਦਾਂ ਨੇੜੇ ਤੇੜੇ, ਕਿਹੜਾ ਰਿਸਕ ਹੋ ਸਕਦਾ, ਤੇ ਉਹ ਸਾਰਿਆਂ ਨੂੰ ਰੋਜ਼ ਮਾਰਨਿੰਗ ਦੇ ਵਿੱਚ ਇੱਕ ਆਪਾਂ ਕਹਿ ਦਈਏ ਅਸੈਂਬਲੀ ਜੀ ਕਰਦੇ, ਉਹਦੇ ਵਿੱਚ ਦੱਸਦੇ ਆ ਕਿ ਹਾਂ ਆਹ ਵਾਲੇ ਰਿਸਕਾਂ ਤੋਂ ਤੁਸੀਂ ਬਚਣਾ, ਆਹ ਵਾਲਾ ਵਾ। ਜਾਂ ਕੋਈ ਆਇਲ ਫੀਲਡ ਦੇ ਵਿੱਚ ਕੰਮ ਕਰਦਾ, ਉੱਥੇ ਐਵਰੀਡੇ ਹੁੰਦਾ ਕਿ ਆਹ ਵਾਲਾ ਜੇ ਇਦਾਂ ਕੁਝ ਹੁੰਦਾ ਤੇ ਤੁਸੀਂ ਆਪਣਾ ਰਿਸਕ ਤੋਂ ਕਿੱਦਾਂ ਬਚਣਾ, ਸੇਫਟੀ ਆਪਣੀ ਕਿੱਦਾਂ ਚਾਹੀਦੀ ਹੈ ਤੁਹਾਡੀ। ਸੋ ਸੇਫਟੀ ਕਹਿ ਸਕਦੇ ਹਾਂ। ਹੁਣ ਇੱਦਾਂ ਹੀ ਸਟਾਕ ਮਾਰਕੀਟ ਦੇ ਵਿੱਚ ਵੀ ਰਿਸਕ ਆ। ਰਿਸਕ ਕੀ ਆ? ਤੁਹਾਡੇ ਪੈਸੇ ਲਾਸ ਹੋਣ ਦਾ, ਕਿਉਂਕਿ ਤੁਸੀਂ ਹਾਰਡ ਐਂਡ ਮਨੀ ਦੇ ਨਾਲ ਸਟਾਕ ਮਾਰਕੀਟ 'ਚ ਜਾਣਾ ਆ। ਉੱਥੇ ਰਿਸਕ ਦਾ ਕੀ ਆ, ਮੈਨੇਜ ਕਿੱਦਾਂ ਕਰਨਾ? ਸਭ ਤੋਂ ਪਹਿਲਾਂ ਕੀ ਆ, ਸਟਾਪ ਲਾਸ ਹੋਣਾ ਚਾਹੀਦਾ। ਜਿੱਦਾਂ ਮੈਂ ਤੁਹਾਨੂੰ ਦੱਸਤਾ, ਘਾਟੇ ਨੂੰ ਰੋਕਣਾ। ਇੱਕ ਆਪਣਾ ਮੈਕਸਿਮਮ ਟ੍ਰੇਡ ਦਾ ਰੂਲ ਬਣਾਉਣਾ ਪੈਣਾ ਤੁਹਾਨੂੰ ਕਿ ਹਾਂ ਮੈਂ 2 ਕਰਨੀਆਂ ਜਾਂ 3 ਕਰਨੀਆਂ, ਠੀਕ ਹੈ, ਜਾਂ 4 ਕਰਨੀਆਂ, ਜਿੰਨੀਆਂ ਵੀ ਕਰਨੀਆਂ, ਕਿ ਇਹ ਤੋਂ ਜ਼ਿਆਦੀਆਂ ਨਹੀਂ ਮੈਂ ਕਰਨੀਆਂ। 10 ਨੰਬਰ ਨਹੀਂ ਹੋਣਾ ਚਾਹੀਦਾ। ਇਹ ਨਾ ਹੋਵੇ ਕਿ ਮੈਕਸਿਮਮ ਤੁਸੀਂ ਕਹੋ 10 ਹੀ ਲਿਖ ਦਿੰਦੇ ਆ, 2 3 4 ਤੇ ਰੱਖੋ। ਟ੍ਰੇਡ ਟੂ ਲਰਨ, ਸ਼ੁਰੂ ਤੋਂ ਕੀ ਆ ਕਿ ਪੈਸੇ ਬਣਾਉਣ ਲਈ ਨਾ ਸਟਾਕ ਮਾਰਕੀਟ ਦੇ ਵਿੱਚ ਜਾਓ। ਪੈਸੇ ਤੁਹਾਨੂੰ ਬਣਨਗੇ ਜੇ ਸਿੱਖਾਂਗੇ ਕੰਮ ਤੇ, ਜੇ ਸਿੱਖਿਆ ਹੀ ਨਾ ਤੇ ਪੈਸੇ ਬਣਾਉਣ ਗਏ ਆ ਉਦਾਂ ਨਹੀਂ ਬਣਦੇ। ਸੋ ਲਰਨਿੰਗ ਤੇ ਫੋਕਸ ਕਰੋ, ਔਨ ਗੋਇੰਗ, ਕਿ ਚਾਹੇ ਮੈਨੂੰ ਪ੍ਰੋਫਿਟ ਨਾ ਵੀ ਬਣੇ, ਸਟਾਪ ਲਾਸ ਦੇ ਨਾਲ ਜਾ ਰਿਹਾ, ਮੈਂ ਸਿੱਖਣ ਤੇ ਫੋਕਸ ਕਰਾਂ।
ਤੇ ਉਹ ਸਿੱਖਣ ਲਈ ਤੁਸੀਂ ਪੇਪਰ ਟ੍ਰੇਡਿੰਗ ਵੀ ਕਰ ਸਕਦੇ ਹੋ। ਡੈਮੋ ਅਕਾਊਂਟ ਬਣ ਜਾਂਦੇ ਕਈ ਬ੍ਰੋਕਰ ਦੇ। ਡੈਮੋ ਅਕਾਊਂਟ ਕੀ ਹੁੰਦਾ ਆ ਕਿ ਤੁਹਾਨੂੰ ਇੱਕ ਫੇਕ ਮਨੀ ਦੇ ਦਿੱਤੀ ਜਾਂਦੀ ਆ, ਬਾਕੀ ਸਾਰਾ ਕੁਝ ਓਰੀਜਨਲ ਹੁੰਦਾ, ਸਟਾਕ ਵੀ ਓਰੀਜਨਲ, ਪ੍ਰਾਈਸ ਵੀ ਓਰੀਜਨਲ ਚੇਂਜ ਹੋ ਰਿਹਾ, ਐਵਰੀਥਿੰਗ ਇਜ਼ ਦੇਅਰ। ਸਿਰਫ ਜਿਹੜਾ ਪੈਸਾ ਉਹ ਤੁਹਾਨੂੰ ਫੇਕ ਦੇ ਦਿੱਤਾ ਜਾਂਦਾ, ਜਾਲੀ ਪੈਸੇ ਦੇ ਨਾਲ ਤੁਸੀਂ ਟ੍ਰੇਡ ਕਰ ਸਕਦੇ ਹੋ। ਜਿੱਦਾਂ ਛੋਟੇ ਹੁੰਦੇ ਆਪਣੇ ਘਰ ਦੇ ਨਹੀਂ ਹੁੰਦੇ, ਲੈ ਦਿੰਦੇ ਜਾਲੀ ਨੋਟ, ਤੇ ਆਪਾਂ ਜਾ ਕੇ ਦੁਕਾਨ ਤੇ ਚਲਾਈ ਜਾਣਾ, ਦੁਕਾਨ ਵਾਲੇ ਨੇ ਕਹਿਣਾ ਇਹਦੇ ਭਰਾ ਜਾਲੀ ਆ, ਤੇ ਉਹ ਆਪਾਂ ਕੋਈ ਚੀਜ਼ ਬਾਏ ਕਰਨ ਦੀ ਪ੍ਰੈਕਟਿਸ ਬੇਸਿਕਲੀ ਕਰਦੇ ਹੁੰਦੇ ਆ ਉੱਥੇ। ਸੇਮ ਇੱਥੇ ਡੈਮੋ ਅਕਾਊਂਟ ਦੇ ਵਿੱਚ ਕਰ ਸਕਦੇ ਹੋ। ਸਟਾਰਟ ਸਮਾਲ ਐਂਡ ਗਰੋ ਟੂ ਬਿਗ। ਠੀਕ ਹੈ, ਸਭ ਤੋਂ ਵੱਡੀ ਮਿਥ ਸਟਾਕ ਮਾਰਕੀਟ ਦੇ ਵਿੱਚ ਇਹ ਹੈ ਕਿ ਜ਼ਿਆਦਾ ਪੈਸਿਆਂ ਵਾਲਾ ਬੰਦਾ ਜ਼ਿਆਦਾ ਪੈਸਾ ਬਣਾਊਗਾ। ਦੈਟ ਇਜ਼ ਨੋਟ ਟਰੂ। ਕਿਉਂਕਿ ਜ਼ਿਆਦਾ ਪੈਸਿਆਂ ਵਾਲੇ ਬੰਦੇ ਮੈਂ ਥੱਲੇ ਡਿੱਗਦੇ ਵੀ ਦੇਖੇ ਆ। ਪੈਸਾ ਉਹੀ ਬੰਦਾ ਬਣਾਊਗਾ ਜਿਹਨੂੰ ਆਉਂਦਾ ਆ। ਡਜ਼ ਨਾਟ ਮੈਟਰ ਉਹ $1,00,000 ਨਾਲ ਸ਼ੁਰੂ ਕਰ ਲਿਆ, ਡਜ਼ ਨਾਟ ਮੈਟਰ ਕਿ ਉਹ 5,000 ਨਾਲ ਸ਼ੁਰੂ ਕਰ ਰਿਹਾ। ਜੇ ਲੱਖ ਵਾਲੇ ਨੂੰ ਨਹੀਂ ਆਉਂਦਾ ਤੇ ਉਹਨੇ ਡਿੱਗ ਕੇ 5 ਤੇ ਆ ਜਾਣਾ, ਜੇ 5 ਵਾਲੇ ਨੂੰ ਆਉਂਦਾ ਤੇ ਉਹਨੇ ਚੱਕ ਕੇ ਲੱਖ ਤੇ ਲੈ ਜਾਣਾ ਆਪਣੇ ਅਕਾਊਂਟ ਨੂੰ। ਸੋ ਇਸ ਲਈ ਸਮਾਲ ਤੋਂ ਸ਼ੁਰੂ ਕਰੋ, ਕਿਉਂਕਿ ਆਪਾਂ ਰਿਸਕ ਮੈਨੇਜਮੈਂਟ ਕਰਨੀ ਹੈ ਸ਼ੁਰੂ ਦੇ ਵਿੱਚ, ਤੇ ਰਿਸਕ ਇਹੀ ਹੈ ਕਿ ਇੱਕ ਛੋਟੇ ਅਕਾਊਂਟ ਤੋਂ ਸ਼ੁਰੂ ਕਰੋ, ਉਹਨੂੰ ਹੌਲੀ ਹੌਲੀ ਗਰੋ ਕਰਕੇ ਉੱਪਰ ਲੈ ਕੇ ਜਾਓ। ਹੋ ਸਕਦਾ ਸਾਲ ਲੱਗ ਜੇ ਤੁਹਾਨੂੰ ਅਕਾਊਂਟ ਨੂੰ ਡਬਲ ਕਰਦੇ ਆ ਜਾਂ ਟ੍ਰਿਪਲ ਕਰਦੇ ਆ, ਪਰ ਇਹ ਹੈ ਕਿ ਐਟਲੀਸਟ ਜਦੋਂ ਤੁਸੀਂ ਲਰਨ ਕਰਕੇ ਫਿਰ ਤੁਸੀਂ ਕੀ ਆ ਥੋੜਾ ਜਿਹਾ ਬ੍ਰੇਕ ਤੇ ਰੇਸ ਤੇ ਪੈਰ ਰੱਖ ਕੇ ਭਜਾ ਸਕਦੇ ਹੋ ਇੱਕਦਮ। ਟ੍ਰੇਡਿੰਗ ਜਰਨਲ ਤੁਹਾਡਾ ਹੋਣਾ ਚਾਹੀਦਾ। ਸੋ ਬਹੁਤ ਸਾਰੇ ਬੰਦੇ ਨੇ ਜਦੋਂ ਘਾਟਾ ਘੁੱਟਾ ਪੈ ਜਾਂਦਾ ਆ, ਉਦੋਂ ਕਈ ਵਾਰੀ ਆਪਾਂ ਸੋਚਦੇ ਆ ਕਿ ਹੁਣ ਆਪਾਂ ਆਪਣੀਆਂ ਟ੍ਰੇਡਸ ਜਿਹੜੀਆਂ ਲਿਖਣੀਆਂ ਸ਼ੁਰੂ ਕਰੀਏ, ਪਰ ਨਹੀਂ, ਸ਼ੁਰੂ ਤੋਂ ਟ੍ਰੇਡਿੰਗ ਜਰਨਲ ਬਣਾਓ। ਜੇ IT ਦੇ ਵਿੱਚ ਆਪਣਾ ਟੈਕਨੋਲੋਜੀ ਦੇ ਨਾਲ ਹੱਥ ਥੋੜਾ ਜਿਹਾ ਤੰਗ ਆ ਤੇ ਕਾਪੀ ਤੇ ਲਿਖਣਾ ਸ਼ੁਰੂ ਕਰ ਦਿਓ ਕਿ ਹਾਂ ਮੈਂ ਅੱਜ ਪਹਿਲੀ ਟ੍ਰੇਡ ਆਹ ਕੀਤੀ, ਇੰਨਾ ਪ੍ਰੋਫਿਟ ਹੋਇਆ, ਦੂਜੀ ਟ੍ਰੇਡ ਕੀਤੀ, ਇੰਨਾ ਪ੍ਰੋਫਿਟ ਜਾਂ ਨੁਕਸਾਨ ਹੋਇਆ, ਅਗਲੇ ਦਿਨ ਇੱਕ ਟ੍ਰੇਡ ਕੀਤੀ, ਕਿੰਨਾ ਪ੍ਰੋਫਿਟ ਨੁਕਸਾਨ ਹੋਇਆ। ਵੱਖ-ਵੱਖ ਐਪਸ ਨੇ ਤੁਹਾਨੂੰ ਮਿਲ ਜਾਣਗੀਆਂ ਫੋਨਾਂ ਤੇ, ਉੱਥੇ ਆਪਣਾ ਟ੍ਰੇਡਿੰਗ ਹਿਸਾਬ ਕਿਤਾਬ ਲਿਖਣਾ ਸ਼ੁਰੂ ਕਰੋ ਕਿ ਮੇਰਾ ਕਿੰਨਾ ਪ੍ਰੋਫਿਟ ਕਿੰਨਾ ਲਾਸ ਹੋ ਰਿਹਾ, ਤਾਂ ਕਿ ਤੁਹਾਨੂੰ ਵੀਕਐਂਡ ਤੱਕ ਪਤਾ ਹੋਵੇ ਕਿ ਇਸ ਵੀਕ ਦੇ ਵਿੱਚ ਮੈਂ ਕੀ ਖੱਟਿਆ ਤੇ ਕਮਾਇਆ। ਕਿਉਂਕਿ ਜਿਹੜੀ ਸਟਾਕ ਮਾਰਕੀਟ ਇੱਕ ਤੁਹਾਡਾ ਬਿਜ਼ਨਸ ਆ, ਜਿੱਥੇ ਵੀ ਪੈਸਾ ਲਾ ਕੇ ਪੈਸਾ ਬਣਾ ਰਹੇ ਹੋ ਬਿਜ਼ਨਸ ਆ। ਇੰਡੀਆ ਆੜਤੀਏ ਨੂੰ ਪੈਸੇ ਵਿਆਜੀ ਦਿੰਦੇ ਆ, ਹਨਾ, ਲਿਖ ਕੇ ਰੱਖਦੇ ਆ ਨਾ ਵੀ ਕਿੰਨੇ ਵਿਆਜੀ ਦਿੱਤੇ, ਜਾਂ ਆੜਤੀ ਆਪਾਂ ਨੂੰ ਪੈਸੇ ਵਿਆਜੀ ਦਿੰਦਾ, ਆਪਾਂ ਚੱਕ ਕੇ ਲਿਆਉਂਦੇ, ਲਿਖਿਆ ਹੁੰਦਾ ਕਾਪੀ ਤੇ ਕੱਲਾ ਹਿਸਾਬ ਕਿ ਇੰਨੀ ਤਰੀਕ ਨੂੰ ਇੰਨੇ ਪੈਸੇ। ਜੇ ਆਪਾਂ ਵਿਆਜੀ ਦੇ ਰਹੇ ਆਪਾਂ ਵੀ ਲਿਖਿਆ ਹੁੰਦਾ ਕਿ ਇੰਨੀ ਤਰੀਕ ਨੂੰ ਇੰਨੇ ਪੈਸੇ, ਤੇ ਕੀ ਐਂਡ ਤੇ ਹਿਸਾਬ ਕਿਤਾਬ ਘਾਟਾ ਵਾਧਾ ਕੀ ਹੋਇਆ ਪਲੱਸ ਮਾਈਨਸ ਕਰਦੇ ਆ। ਹੁਣ ਜੇ ਟ੍ਰੇਡਿੰਗ ਦੇ ਵਿੱਚ ਆਣ ਕੇ ਤੁਸੀਂ ਪਲੱਸ ਮਾਈਨਸ ਦਾ ਹਿਸਾਬ ਕਿਤਾਬ ਨਹੀਂ ਰੱਖ ਰਹੇ ਤਾਂ ਮਤਲਬ ਬਿਜ਼ਨਸ ਰਨ ਕਰ ਰਹੇ ਆ ਵਿਦਆਊਟ ਅਕਾਊਂਟੇਬਿਲਟੀ, ਆਪਾਂ ਨੂੰ ਪਤਾ ਹੀ ਨਹੀਂ ਕਿ ਕੀ ਹੋ ਰਿਹਾ। ਤੇ ਜਿਹੜਾ ਬੰਦਾ ਵਿਦਆਊਟ ਅਕਾਊਂਟੇਬਿਲਟੀ ਬਿਜ਼ਨਸ ਰਨ ਕਰੂਗਾ ਉਹ ਐਂਡ ਤੇ ਫੇਲ ਹੋਣ ਦੇ ਜ਼ਿਆਦਾ ਚਾਂਸ ਆ। ਸੋ ਆਪਣਾ ਤੁਹਾਨੂੰ ਪਤਾ ਲੱਗੂਗਾ ਜੇ ਕੁਝ ਗਲਤ ਵੀ ਹੋ ਰਿਹਾ ਵਾ ਕਿ ਕੀ ਹੋ ਰਿਹਾ। ਸੋ ਹੁਣ ਜੇ ਕਈਆਂ ਨਾਲ ਮੈਂ 1-on-1 ਸੈਸ਼ਨ ਦਿੰਦਾ ਆ ਤਾਂ ਮੈਨੂੰ ਇਹੀ ਹੁੰਦਾ ਕਿ ਹਾਂਜੀ ਟ੍ਰੇਡਿੰਗ ਜਰਨਲ ਜੇ ਆਪਣੀ ਅਕਾਊਂਟੇਬਿਲਟੀ ਤੁਸੀਂ ਦੱਸੋ, ਤਾਂ ਵੀਕ ਬਾਅਦ ਜਦੋਂ ਮੈਨੂੰ ਭੇਜਦੇ ਆ ਮੈਨੂੰ ਪਤਾ ਲੱਗ ਜਾਂਦਾ ਕਿ ਅੱਛਾ ਇਸ ਵੀਕ ਦੇ ਵਿੱਚ ਕੀ ਗੜਬੜੀ ਕੀਤੀ ਹੋਊਗੀ। ਸੋ ਉਹਨੂੰ ਦੇਖ ਕੇ ਆਈਡੀਆ ਜਿਹਾ ਹੋ ਜਾਂਦਾ। ਟ੍ਰੇਡਿੰਗ ਪਲਾਨ ਤੁਹਾਡਾ ਹੋਣਾ ਚਾਹੀਦਾ। ਜਦੋਂ ਵੀ ਕਿਸੇ ਟ੍ਰੇਡ ਦੇ ਵਿੱਚ ਜਾਣਾ ਆ ਤੁਹਾਨੂੰ ਪਤਾ ਹੋਣਾ ਚਾਹੀਦਾ ਜਾਣ ਤੋਂ ਪਹਿਲਾਂ ਆਹ ਵਾਲੀਆਂ ਸਾਰੀਆਂ ਚੀਜ਼ਾਂ ਦਾ। ਟ੍ਰੇਡਿੰਗ ਸੈਟਅਪ ਥੋੜਾ ਜਿਹਾ ਸਭ ਤੋਂ ਪਹਿਲਾਂ ਪ੍ਰੋਪਰ ਹੋਣਾ ਚਾਹੀਦਾ। ਲੈਪਟਾਪ ਦੇ ਨਾਲ ਇੱਕ ਦੀ ਸਕਰੀਨ ਹੋਵੇ ਬੜਾ ਵਧੀਆ। ਫੋਨ ਤੋਂ ਜ਼ਿਆਦਾ ਟ੍ਰੇਡਿੰਗ ਨਾ ਕਰੋ ਸ਼ੁਰੂ ਤੋਂ, ਅਨਲੈਸ ਤੁਹਾਡੇ ਕੋਲ ਹੈ ਹੀ ਫੋਨ ਆ ਜਾਂ ਹੈ ਹੀ ਲੈਪਟਾਪ ਆ। ਮੈਂ ਨਹੀਂ ਕਹਿ ਰਿਹਾ ਕਿ ਪਹਿਲਾਂ ਚੱਕ ਕੇ ਉੱਥੇ ਪੈਸੇ ਲਾ ਦਿਓ, ਥੋੜਾ ਜਿਹਾ ਲਰਨ ਕਰ ਲਓ ਟ੍ਰੇਡਿੰਗ ਤੇ ਆਪਣੇ ਡੈਮੋ ਅਕਾਊਂਟ ਤੇ, ਪਰ ਬਾਅਦ ਦੇ ਵਿੱਚ ਜੇ ਟ੍ਰੇਡਿੰਗ ਸੈਟਅਪ ਪ੍ਰੋਪਰ ਜਿਹਾ ਬਣਾ ਸਕਦੇ ਹੋ ਤੇ ਉਹ ਕੋਸ਼ਿਸ਼ ਕਰੋ ਕਿ ਟੇਬਲ ਜਿਹਾ ਇੱਕ ਰੱਖ ਲਈਏ ਆਪਾਂ, ਤੇ ਕਿਉਂਕਿ ਜਦੋਂ ਉੱਤੇ ਬੈਠੋਗੇ ਤੁਹਾਨੂੰ ਇੱਕ ਫੀਲਿੰਗ ਆਊਗੀ ਕਿ ਹਾਂ ਮੈਂ ਕੁਛ ਨਾ ਕੁਛ ਕਰ ਰਿਹਾ। ਜਦੋਂ ਬੈੱਡ ਦੇ ਵਿੱਚ ਬੈਠ ਕੇ ਟ੍ਰੇਡਿੰਗ ਕਰੋਗੇ ਉਹ ਫੀਲਿੰਗ ਨਹੀਂ ਆਊਗੀ, ਉਹ ਆਊਗਾ ਕਿ ਮੈਂ ਵਿਹਲੇ ਵਾਲਾ ਕੰਮ ਕਰ ਰਿਹਾ ਕੋਈ। ਟ੍ਰੇਡਿੰਗ ਦਾ ਟਾਈਮ ਤੁਹਾਡਾ ਸਕੈਜੂਲ ਸੈਟਅਪ ਹੋਣਾ ਚਾਹੀਦਾ। ਇਹ ਨਹੀਂ ਕਿ ਸਾਰਾ ਦਿਨ ਸਕਰੀਨਾਂ ਦੇ ਅੱਗੇ ਬੈਠੇ ਤੇ ਆਪਣੀ ਨਿਗਾਹ ਖਰਾਬ ਕਰਦੇ ਰਹਿਣਾ ਵਾ। ਉਹ ਸਕੈਜੂਲ ਇੱਕ ਰੱਖੋ, ਠੀਕ ਹੈ। ਆਪਣੇ ਮਾਈਂਡ ਨੂੰ ਓਵਰਲੋਡ ਨਹੀਂ ਕਰਨਾ। ਸੋ ਇਸ ਲਈ ਥੋੜਾ ਜਿਹਾ ਇੱਕ ਟਾਈਮ ਰੱਖੋ ਕਿ ਮੈਂ ਇੰਨੇ ਕੁ ਵਜੇ ਸ਼ੁਰੂ ਕਰਨਾ, ਇੰਨੇ ਕੁ ਵਜੇ ਬੰਦ, ਫਿਰ ਮੇਰੀ ਰੈਸਟ ਆ। ਚਾਹੇ ਮਾਰਕੀਟ ਉੱਪਰ ਜਾਂਦੀ ਚਾਹੇ ਥੱਲੇ ਜਾਂਦੀ ਆ, ਕੋਈ ਨਹੀਂ ਆ, ਕਿਉਂਕਿ ਮਾਰਕੀਟ ਦਾ ਤੇ ਕੰਮ ਹੀ ਆ ਉੱਪਰ ਥੱਲੇ ਉਹਨੇ ਜਾਈ ਜਾਣਾ ਐਵਰੀਡੇ। ਸਟਾਕ ਨੇ ਕਿਸੇ ਨੇ ਉੱਪਰ ਥੱਲੇ ਜਾਈ ਜਾਣਾ। ਤੇ ਇਹ ਨਾ ਹੋਵੇ ਤੁਸੀਂ ਬੈਠੇ ਰਹੋ ਤੇ ਸ਼ਾਮਾਂ ਤੱਕ ਬੈਠੇ ਰਹੋ, ਉੱਠੋ ਹੀ ਨਾ। ਟ੍ਰੇਡਿੰਗ ਜਰਨਲ ਜਿੱਦਾਂ ਮੈਂ ਤੁਹਾਨੂੰ ਕਿਹਾ ਨਾਲ ਦੀ ਨਾਲ ਟ੍ਰੇਡ ਲਿਖੋ ਕਿ ਮੈਂ ਕੀ ਪ੍ਰੋਫਿਟ ਵਾਧਾ ਘਟਾ। ਟ੍ਰੇਡਿੰਗ ਸਟ੍ਰੈਟਜੀ ਕਲੀਅਰ ਹੋਣੀ ਚਾਹੀਦੀ ਹੈ ਤੁਹਾਨੂੰ। ਇੱਥੇ ਹੁਣ ਆਪਾਂ ਨੈਕਸਟ ਅਪਕਮਿੰਗ ਬੂਟ ਕੈਂਪਸ ਦੇ ਵਿੱਚ ਗੱਲਬਾਤ ਕਰਾਂਗੇ ਡਿਫਰੈਂਟ ਟ੍ਰੇਡਿੰਗ ਸਟ੍ਰੈਟਜੀ ਤੇ ਚਾਰਟਸ, ਮੈਨੀ ਥਿੰਗਸ ਵਿਲ ਬੀ ਕਮਿੰਗ ਅਪ। ਤੇ ਟ੍ਰੇਡ ਰਿਵਿਊ ਕਰਨੀ ਆ। ਸੋ ਜਦੋਂ ਵੀ ਕੋਈ ਟ੍ਰੇਡ ਦੇ ਵਿੱਚੋਂ ਬਾਹਰ ਨਿਕਲਦੇ ਹੋ ਤੇ ਉਹ ਰਿਵਿਊ ਕਰੋ ਕਿ ਹਾਂ ਮੈਂ ਇਹਦੇ ਵਿੱਚ ਕੀ ਗਲਤੀ ਕੀਤੀ, ਠੀਕ ਹੈ। ਈਵਨ ਦੋ ਕਿ ਸਾਨੂੰ ਵੀ ਟਾਈਮ ਹੋ ਗਿਆ ਟ੍ਰੇਡ ਕਰਦਿਆਂ ਨੂੰ, ਟ੍ਰੇਡ ਰਿਵਿਊ ਕਰੀਦੀ ਹੈ ਕਿ ਕੀ ਗਲਤੀ ਕੀਤੀ ਹੈ। ਤੇ ਜਿੱਥੇ ਗਲਤੀ ਲੱਭ ਵੀ ਜਾਂਦੀ ਹੈ ਕਿ ਹਾਂ ਆਹ ਗਲਤੀ ਕੀਤੀ ਹੈ, ਕੋਸ਼ਿਸ਼ ਕਰੀਦੀ ਕਿ ਨੈਕਸਟ ਟਾਈਮ ਉਹ ਸੇਮ ਮਿਸਟੇਕ ਨਾ ਰਿਪੀਟ ਕੀਤੀ ਜਾਵੇ। ਟ੍ਰੇਡਿੰਗ ਦੇ ਵਿੱਚ ਇਹੀ ਹੈ ਕਿ ਕੁਝ ਬਾਹਲੀਆਂ ਗਲਤੀਆਂ ਨਹੀਂ ਹੁੰਦੀਆਂ, ਪਰ ਬੰਦੇ ਉਹੀ ਗਲਤੀਆਂ ਨੂੰ ਵਾਰ-ਵਾਰ ਰਿਪੀਟ ਕਰੀ ਜਾਂਦੇ। ਉਹ ਇੱਕ ਹੈਬਿਟ ਬਣ ਜਾਂਦੀ, ਰੋਂਗ ਹੈਬਿਟ ਬਣ ਜਾਂਦੀ ਹੈ, ਉਹ ਛੱਡਣੀ ਔਖੀ ਹੋ ਜਾਂਦੀ ਹੈ। ਪਰ ਜੇ ਸ਼ੁਰੂ ਤੋਂ ਹੀ ਫੜ ਲਓਗੇ ਤੇ ਫਿਰ ਉਹਨੂੰ ਤੁਸੀਂ ਕਰੈਕਟ ਕਰਕੇ ਤੇ ਆਪਣੇ ਆਪ ਦੀ ਵਧੀਆ ਪ੍ਰੋਗਰੈਸ ਕਰ ਸਕਦੇ ਹੋ। ਸੋ ਟ੍ਰੇਡ ਰਿਵਿਊ ਕਰਨੀ ਹੈ। ਜੇ ਸਹੀ ਹੋ ਗਿਆ ਤਾਂ ਵੀ ਰਿਵਿਊ ਕਰੋ ਕਿ ਹਾਂ ਇਹ 'ਚ ਮੈਂ ਵਧੀਆ ਕੀ ਕੀਤਾ ਤੇ ਇਹ ਵਧੀਆ ਚੀਜ਼ ਨੂੰ ਮੈਂ ਅੱਗੇ ਰਿਪੀਟ ਕਰੂੰਗਾ। ਗਲਤ ਵਾਲੀ ਵੀ ਫਿਗਰ ਆਊਟ ਕਰੋ, ਸਹੀ ਵਾਲੀ ਵੀ ਫਿਗਰ ਆਊਟ ਕਰੋ।
ਤੇ ਨਾਲ ਦੀ ਨਾਲ ਵੀਕਐਂਡ ਤੇ ਫਿਰ ਸਾਰੀਆਂ ਟ੍ਰੇਡਸ ਤੁਸੀਂ ਦੇਖੋ, ਜੇ ਟ੍ਰੇਡਿੰਗ ਜਰਨਲ ਬਣਾਇਆ ਕਿ ਕਿਹੜੀ ਟ੍ਰੇਡ ਨੇ ਮੈਨੂੰ ਜ਼ਿਆਦਾ ਘਾਟਾ ਪਵਾਇਆ, ਇਹਨੂੰ ਮੈਂ ਥੋੜਾ ਜਿਹਾ ਜਾ ਕੇ ਵਾਪਸ ਰਿਵਿਊ ਕਰਾਂ ਕਿ ਇੱਥੇ ਮੈਂ ਕੀ ਗਲਤੀ ਕੀਤੀ ਸੀ, ਜਾਂ ਕਿਹੜੀ ਟ੍ਰੇਡ ਨੇ ਜ਼ਿਆਦਾ ਵਧੀਆ ਮੈਨੂੰ ਪ੍ਰੋਫਿਟ ਦਿੱਤਾ, ਇਹਨੂੰ ਮੈਂ ਰਿਵਿਊ ਕਰਾਂ ਕਿ ਇਹ ਟ੍ਰੇਡ ਦੇ ਵਿੱਚ ਕੀ ਮੈਂ ਕੁਝ ਬੈਸਟ ਕੀਤਾ ਸੀ ਜਿਹਦੇ ਨਾਲ ਇਹ ਹੋਇਆ ਸਾਰਾ। ਤੇ ਚਾਰਟਸ ਕਿਉਂ ਚਾਹੀਦੇ ਨੇ ਆਪਾਂ ਨੂੰ ਟ੍ਰੇਡਿੰਗ ਦੇ ਵਿੱਚ? ਸੋ ਚਾਰਟ ਬੇਸਿਕਲੀ ਆ ਜਿਹੜੇ ਇਨਵੈਸਟਰ ਨੇ, ਟ੍ਰੇਡਰ ਨੇ ਯੂਜ਼ ਕਰਦੇ ਆ ਕਿ ਸਟਾਕ ਨੇ ਪਾਸਟ ਦੇ ਵਿੱਚ ਕੀ ਕੀਤਾ ਉਹਨੂੰ ਦੇਖ ਕੇ। ਤੇ ਚਾਰਟ ਆਪਾਂ ਨੂੰ ਸਟਾਕ ਦਾ ਇੱਕ ਡਾਇਰੈਕਸ਼ਨ ਦੱਸਦੇ ਨੇ, ਕਿਉਂਕਿ ਸਟਾਕ ਨੇ ਜੋ ਪਾਸਟ ਦੇ ਵਿੱਚ ਕੀਤਾ ਯੂਜੂਲੀ ਉਹੀ ਫਿਊਚਰ ਦੇ ਵਿੱਚ ਰਿਪੀਟ ਕਰਦਾ, ਤੇ ਤੁਹਾਨੂੰ ਇੱਕ ਆਈਡੀਆ ਹੋ ਜਾਂਦਾ ਚਾਰਟ ਦੇਖ ਕੇ ਕਿ ਹੁੰਦਾ ਕੀ ਆ। ਜਿੱਦਾਂ ਦੇਖੋ, ਵਾਰ-ਵਾਰ ਥੱਲੜੀ ਵਾਲੀ ਲਾਈਨ ਨੂੰ ਟੱਚ ਕਰਦਾ, ਉੱਪਰ ਜਾਂਦਾ, ਉੱਪਰ ਵਾਲੀ ਲਾਈਨ ਨੂੰ ਟੱਚ ਕਰਕੇ ਥੱਲੇ, ਥੱਲੜੀ ਵਾਲੀ ਨੂੰ ਉੱਪਰ, ਉੱਪਰ ਵਾਲੀ ਨੂੰ ਥੱਲੇ, ਥੱਲੜੀ ਵਾਲੀ ਨੂੰ ਉੱਪਰ, ਇਦਾਂ ਕਰ ਰਿਹਾ ਵਾਰ-ਵਾਰ। ਠੀਕ ਹੈ, ਸੋ ਇਹ ਕੀ ਆ ਕਿ ਉਦਾਂ ਜੇ ਤੁਸੀਂ ਚਾਰਟ ਨਹੀਂ ਤੁਹਾਨੂੰ ਆਉਂਦੇ ਡਰਾ ਕਰਨੇ ਜਾਂ ਕਿੱਦਾਂ ਆ ਪੈਟਰਨ ਵਗੈਰਾ ਸਾਰਾ ਕੁਝ, ਤੇ ਫਿਰ ਤੁਹਾਨੂੰ ਪਤਾ ਨਹੀਂ ਲੱਗਣਾ ਕੀ ਹੋ ਰਿਹਾ। ਸੋ ਚਾਰਟ ਤੋਂ ਬਿਨਾਂ ਟ੍ਰੇਡਿੰਗ ਕਰਨੀ ਬਹੁਤ ਟਫ ਆ। ਆਪਾਂ ਕਹਿ ਸਕਦੇ ਹਾਂ ਕਿ ਹਨੇਰੇ 'ਚ ਤੀਰ ਮਾਰਨ ਵਾਲੀ ਗੱਲ ਆ, ਜਿੰਨਾ ਚਿਰ ਜੇ ਤੇ ਬੰਦੇ ਦਾ ਨਿਸ਼ਾਨੇ ਤੇ ਵੱਜ ਗਿਆ, ਜੇ ਨਹੀਂ ਵੱਜਾ ਤੇ ਨਹੀਂ ਆ। ਸੋ ਇਸ ਲਈ ਥੋੜਾ ਜਿਹਾ ਚਾਰਟ ਸਿੱਖਣੇ ਬਹੁਤ ਜ਼ਰੂਰੀ ਆ। ਤਾਂ ਅਪਕਮਿੰਗ ਬੂਟ ਕੈਂਪ ਤੇ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਵੀ ਗੱਲਬਾਤ ਕਰਾਂਗੇ। ਸੋ ਥੀਸ ਬੂਟ ਕੈਂਪਸ ਵਿਲ ਬੀ ਕੰਟੀਨਿਊਡ। ਠੀਕ ਹੈ, ਸੋ ਇਦਾਂ ਦਾ ਸਾਰਾ ਹੋਰ ਆਉਂਦਾ ਰਹੂਗਾ ਸਮਾਨ ਤੁਹਾਨੂੰ, ਵੀਡੀਓਜ਼ ਡਿਫਰੈਂਟ ਤੇ ਆਪਣੇ ਚੈਨਲ ਦੇ ਉੱਪਰ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਪਈਆਂ ਨੇ, ਉਹਨਾਂ ਨੂੰ ਜਾ ਕੇ ਵਾਚ ਕਰਿਓ। ਜੇ ਆਪਣੇ ਨਾਲ ਐਵਰੀ ਡੇ ਅਪ ਟੂ ਡੇਟ ਰਹਿਣਾ ਚਾਹੁੰਦੇ ਹੋ, ਟੈਲੀਗ੍ਰਾਮ ਦਾ ਚੈਨਲ ਜਾ ਕੇ ਤੇ ਉਹਨੂੰ ਜੁਆਇਨ ਕਰ ਲਓ। ਉਹਦਾ ਨਾਮ ਹੈਗਾ ਸਟਾਕ ਟਾਕ ਫॉर ਯੂ ਟੈਲੀਗ੍ਰਾਮ ਤੇ ਲਾਈਵ ਸਟ੍ਰੀਮ ਵਾਚ ਕਰ ਸਕਦੇ ਹੋ। ਜੇ ਐਵਰੀ ਡੇ ਮੇਰੇ ਨਾਲ ਟ੍ਰੇਡ ਕਰਨਾ ਚਾਹੁੰਦੇ ਹੋ, stocktalkforyou.com ਤੇ ਸਬਸਕ੍ਰਾਈਬ ਕਰ ਲਓ। YouTube ਤੇ ਹੋਰ ਬਹੁਤ ਸਾਰੀਆਂ ਵੀਡੀਓ ਪਈਆਂ ਨੇ, ਉਹਨਾਂ ਨੂੰ ਜਾ ਕੇ ਵਾਚ ਕਰ ਸਕਦੇ ਹੋ।